ਚਾਹੀਦੀ ਹੈ, ਕਿਉਂਕਿ ਜਦੋਂ ਪਿਛਲੀਆਂ ਚੋਣਾਂ ਲੜੀਆਂ ਸੀ ਉਦੋਂ ਵੀ ਇੱਥੋਂ ਦੇ ਵਿਧਾਇਕ ਬੈਂਸਪੁਰਾ ਤੁਹਾਡੇ ਨਾਲ ਸੀਗੇ। ਸਾਹਮਣੇ ਹੀ ਮੈਂ ਕਹੀਏ ਨਹੀਂ 1 ਘੰਟੇ ਬਾਅਦ ਮੀਂਹ ਪੈਣਾ, ਤੁਹਾਨੂੰ ਵਿਕਾਸਾਂ ਦਾ ਪਤਾ ਲੱਗ ਜਾਣਾ ਜੀ। ਤੁਸੀਂ ਆਪ ਮੀਡੀਆ ਵਾਲੇ ਹੋ, ਤੁਸੀਂ 1 ਘੰਟੇ ਬਾਅਦ ਆ ਕੇ ਦੇਖ ਲਓ ਇੱਥੇ ਮੀਂਹ ਵੱਲ, ਤੁਸੀਂ ਨੰਗੇ ਵੀ ਹੋਗੇ ਕਦੀ ਇੱਥੇ, ਤੁਹਾਨੂੰ ਆਪਣੇ ਪਤਾ ਲੱਗ ਜਾਣਾ ਕਿੰਨਾ ਕੁ ਵਿਕਾਸ ਹੈ। ਇਹਨਾਂ ਨੂੰ ਕੈਂਡੀਡੇਟ ਤਾਂ ਆਮ ਆਦਮੀ ਪਾਰਟੀ ਨੂੰ ਲੱਭਿਆ ਨਹੀਂ, ਉਹ ਵੀ ਸਾਡੀ ਕਾਂਗਰਸ ਤੋਂ ਗਏ ਨੇ ਕੈਂਡੀਡੇਟ ਲਈ। ਇਹ ਹਲਕੇ ਲਈ ਗਲੀਆਂ ਜਾਂ ਹੋਰ ਡਿਵੈਲਪਮੈਂਟ ਲਈ ਕਿਹੋ ਜਿਹੇ ਸਿਸਟਮ ਲੱਭਣਗੇ ਉਹ ਤਾਂ ਮੈਨੂੰ ਸਮਝ ਵੀ ਨਹੀਂ ਆ ਰਿਹਾ। ਗਲੀ ਦਾ ਅੱਜ ਕੱਲ ਗੂਗਲ ਮੈਪ ਤੇ 7ਵੀਂ ਪੜ੍ਹਦਾ 6ਵੀਂ ਪੜ੍ਹਦਾ ਬੱਚਾ ਦੇਖ ਲੂਗਾ, ਗਲੀਆਂ ਨਹੀਂ ਦੇਖਣੀਆਂ, ਡਿਵੈਲਪਮੈਂਟ ਕਰਕੇ ਦੇਣੀਆਂ। ਕੱਲੇ ਆ ਜਿਹੜੀਆਂ ਕੁੰਡੀਆਂ ਇਹ ਨਹੀਂ ਲਾਉਣੀਆਂ। ਮੈਂ ਇੱਕੋ ਗੱਲ ਨੂੰ ਟੋਕਣਾ ਚਾਹੁੰਦਾ ਸੋਖੀ ਸਾਹਿਬ, ਉਹ ਜਿਹੜੀ ਪੋਲਿਟਿਕਸ ਸੀ ਨਾ ਬਦਲ ਚੁੱਕੀ ਆ। ਅੱਜ ਦਾ ਬੱਚਾ ਸੋਸ਼ਲ ਮੀਡੀਆ ਤੇ ਆ ਜਵਾਬ ਮੰਗਦਾ, ਗਲੀ ਨੰਬਰ ਬਕਾਇਦਾ ਪਾ ਕੇ ਦੱਸਦਾ ਵੀ ਆਹ ਗਲੀ ਨੰਬਰ 'ਚ ਪ੍ਰੋਬਲਮ ਆ। ਤੁਸੀਂ ਕਹਿੰਦੇ ਗਲੀ ਨਾ ਪਤਾ ਹੋਵੇ, ਵਿਧਾਨ ਸਭਾ ਦੀਆਂ ਪੌੜੀਆਂ ਪਤਾ ਹੋਣੀਆਂ ਚਾਹੀਦੀਆਂ। ਕੇਜਰੀਵਾਲ ਸਾਹਿਬ ਉੱਥੇ ਤਾਂ ਆਪਣਾ ਇਹ ਕੁਝ ਕਰ ਨਾ ਸਕੇ, ਇੱਥੇ ਅਸੀਂ ਕਹਿੰਦੇ ਆ ਹਰੇਕ ਘਰ 'ਚ ਅਸੀਂ 1000 ਰੁਪਇਆ ਦੇ ਦੇਣਾ ਇੱਕ ਔਰਤ ਨੂੰ, ਤੇ ਦਿੱਲੀ ਵਾਲੀਆਂ ਔਰਤਾਂ ਭਾਈ ਕਿਹੜੀਆਂ ਪਾਕਿਸਤਾਨ ਤੋਂ ਹੀ, ਉਹਨਾਂ ਨੂੰ ਕਿਉਂ ਨਹੀਂ ਦਿੱਤਾ? ਕੋਈ ਵਾਸ਼ਿੰਗ ਮਸ਼ੀਨ ਹੈਗੀ ਆ ਇਹ ਜੀ ਜਿਹੜੀ ਉਹ ਦੂਜੀ ਪਾਰਟੀ ਉਹ ਤੁਹਾਡੀ ਪਾਰਟੀ 'ਚ ਆ ਕੇ ਬੰਦਾ ਸਾਫ਼ ਹੋ ਜਾਂਦਾ, ਕਿਉਂਕਿ ਤੁਸੀਂ ਪਹਿਲਾਂ ਸਾਰਿਆਂ ਤੇ ਇਲਜ਼ਾਮ ਲਾਉਂਦੇ ਰਹੇ। ਜਿਹੜੀ ਮੀਟਿੰਗ ਅਸੀਂ ਕਰਦੇ ਉਹੀ ਮੀਟਿੰਗਾਂ ਸ਼ੁਰੂ ਕਰ ਦਿੰਦੇ ਆ। ਮੈਨੂੰ ਇਹ ਨਹੀਂ ਲੱਗਦਾ ਕੇਜਰੀਵਾਲ ਕੱਲ ਨੂੰ ਕੋਈ ਐਲਾਨ, ਮੈਂ ਪਹਿਲਾਂ ਕਹਿੰਦਾ ਉਹਨਾਂ ਨੇ ਅਧਿਆਪਕਾਂ ਨੂੰ ਮਿਲਣ ਜਾਣਾ, ਇਹ ਕਿਤੇ ਅਧਿਆਪਕਾਂ ਨੂੰ ਮਿਲਣ ਤੁਰ ਪੈਂਦੇ ਨੇ। ਜੋ ਕੇਜਰੀਵਾਲ ਕਰਦੇ ਉਹੀ ਤੁਹਾਡੇ ਸਾਹਮਣੇ ਦੋਨੇ ਪਾਰਟੀਆਂ ਕਰਦੀਆਂ ਪਈਆਂ ਜੀ। ਨਗਰ 'ਚ ਡਿਵੈਲਪਮੈਂਟ ਦੇ ਪੱਖੋਂ ਸਭ ਤੋਂ ਪਿੱਛੇ ਜਾ ਰਿਹਾ ਆਤਮ ਆਂਦਾ ਨਗਰ project। ਉਦੋਂ ਕਿਉਂ ਨਹੀਂ ਇਹਨਾਂ ਨੂੰ ਜੁਆਇੰਟ ਵੈਂਚਰ ਦਿੱਤੀ? ਪਬਲਿਕ ਲਈ ਅਸੀਂ ਰਲ ਕੇ ਸਰਕਾਰ ਦੇ ਵਿੱਚ ਬੈਠ ਕੇ ਪਬਲਿਕਲੀ ਕੁਝ ਕਰਕੇ ਦਿਖਾਈਏ, ਆਤਮ ਨਗਰ ਲਈ ਕਰਕੇ ਦਿਖਾਈਏ। ਇਹ ਤਾਂ ਪੰਜਾਬ ਦੇ ਵਿੱਚ ਭੱਜੇ ਬਿਨਾਂ ਦੋ ਐਮਐਲਏ ਦੀ ਪਾਰਟੀ ਆ, ਇਹ ਤਾਂ ਐ ਕਰਦੀ ਹੈ ਵੀ ਜਿਵੇਂ ਇਹਨਾਂ ਦੇ ਐਮਐਲਏ 25 ਦੀ ਹੁੰਦੇ ਆ। 2 ਐਮਐਲਏ ਦੀਆਂ ਪਾਰਟੀਆਂ ਨੇ ਇਹਨਾਂ ਨੂੰ ਓਪੋਜੀਸ਼ਨ ਦਿਖਾਤੀ ਵੀ ਓਪੋਜੀਸ਼ਨ ਕਹਿੰਦੇ ਆ ਕਿਹਨੂੰ ਨੇ, ਇਹ ਕੀ ਗੱਲ ਕਰਨਗੇ? ਮੰਤਰੀ ਸਾਹਿਬ ਦੇ ਏਰੀਆ 'ਚ ਵੀ ਦਿਖਾ ਦੂੰ ਤੁਹਾਨੂੰ ਪਾਣੀ ਖੜਾ ਹੋਇਆ ਹੈ। ਬੈਂਸ ਸਾਹਿਬ ਨੇ ਹਲਕਾ ਆਤਮ ਨਗਰ ਲਈ 10 ਸਾਲ 'ਚ ਕੀ ਕੀਤਾ? ਗਲੀਆਂ ਸੜਕਾਂ ਦਾ ਕੰਮ ਕਿਹਨਾਂ ਨੇ ਕਰਵਾਇਆ? ਸਟਰੀਟ ਲਾਈਟਾਂ ਕਿਹਨੇ ਪਾਸ ਕਰਵਾਈਆਂ? ਕਿਉਂ ਨਹੀਂ ਹੁੰਦਾ? ਸਟੇਟ ਫੰਡ ਕਿਹਨੂੰ ਆਇਆ? ਵਿਧਾਨ ਸਭਾ ਦਾ ਪੈਸਾ ਕਿਹਨੂੰ ਆਉਂਦਾ? ਸੌਖੀ ਸਿਆਸਤ ਛੱਡ ਜੂਗਾ ਜੇ ਐਮਐਲਏ ਦਾ ਕੋਈ ਕੋਟਾ ਹੁੰਦਾ। ਮੈਨੂੰ ਕੋਈ 1 ਰਿਕਾਰਡ ਸਾਹਿਬ ਕਹਿੰਦਾ ਵੀ ਆਪਣੀ ਪਾਰਟੀ ਤੇ ਸਟੈਂਡ ਰਹਿਣਾ। ਉਹਦਾ ਜਵਾਬ ਦੇ ਦਿਓ ਨਾ। ਪਾਰਟੀਆਂ ਦੇ ਨੁਮਾਇੰਦੇ ਖੜੇ ਨੇ, ਤੁਹਾਨੂੰ ਲੱਗਦਾ ਕਿ ਵਿਕਾਸ ਹੋਇਆ ਪੰਜਾਬ ਦੇ ਵਿੱਚ? ਚੋਣਾਂ ਆ ਰਹੀਆਂ, ਇਹੀ ਕਹਿ ਰਹੇ ਹਾਂ। ਦੇਖੋ ਅਸੀਂ ਆਪਣੀ ਜਾਇਦਾਦ ਦਾ ਹੱਕ ਰੱਖਦੇ ਹਾਂ, ਉਹ ਸਾਨੂੰ ਅਧਿਕਾਰ ਆ। ਜਿਹੜੀ ਮਰਜ਼ੀ ਗਵਰਨਮੈਂਟ ਆ ਜਾਵੇ ਉਹ ਸਾਨੂੰ ਕਿਉਂ ਨਹੀਂ ਮਿਲ ਰਹੀ? ਇਹਨਾਂ ਨੂੰ ਕਾਉਂਸਲਰ ਦਾ ਰੋਲ ਨਹੀਂ ਪਤਾ। ਕਾਉਂਸਲਰ ਨੂੰ ਸਾਲ ਦਾ 1.5 ਕਰੋੜ ਦਾ ਕੋਟਾ ਆ, ਜਿਹਦੇ ਵਿੱਚੋਂ ਕੌਂਸਲ ਸਾਹਿਬਾਨ ਨੂੰ 1 ਸਾਲ 'ਚ 1.5 ਕਰੋੜ ਦਾ ਡਿਵੈਲਪਮੈਂਟ ਦੇ ਕੰਮ ਲਈ ਕਾਰਪੋਰੇਸ਼ਨ ਲਈ ਮਿਲਦੇ ਆ। ਉਹ ਇਹਨਾਂ ਨੂੰ ਪਤਾ ਨਹੀਂ, ਬੈਂਸ ਸਾਹਿਬ ਨੇ ਇਹਨਾਂ ਨੂੰ ਦੱਸ ਕੇ ਨਹੀਂ ਭੇਜਿਆ। ਇਹ ਰੌਲਾ ਰੂਲਾ ਪਾ ਕੇ ਨਾ ਹਰੇਕ ਵਾਰੀ ਪੂਰਤੀ ਕਰਦੇ ਆ, ਪਰ ਇਸ ਵਾਰ ਇਹਨਾਂ ਨੂੰ ਅਸੀਂ ਸੁੱਕੇ ਨਹੀਂ ਜਾਣ ਦੇਣਾ। ਮੈਂ ਬੈਂਸ ਸਾਹਿਬ ਕਿਹੜੇ ਸਟੇਟ ਫੰਡ 'ਚੋਂ ਕੋਈ ਹਸਪੀਟਲ ਲੈ ਕੇ ਆਏ ਆ, ਕੋਈ ਸਕੂਲ ਲੈ ਕੇ ਆਏ ਆ, ਕੋਈ ਵੱਡਾ ਪ੍ਰੋਜੈਕਟ ਲੈ ਕੇ ਆਏ? ਮੈਨੂੰ ਦੱਸਣ। ਇਹ 1 ਮਿੰਟ ਮੇਰੀ ਪੂਰੀ ਗੱਲ ਸੁਣਿਓ। ਇਹ ਕਿਹੜਾ? ਦੂਜੀ ਗੱਲ ਰਿਗਾਰਡਿੰਗ ਕਿਹੜੇ ਕਰੋਨਾ ਦੇ ਵਿੱਚ ਬੈਂਸ ਸਾਹਿਬ ਬਾਹਰ ਦਿਖੇ ਆ? ਤੇ ਜਨਤਾ ਦੇ ਲਈ ਕਿਉਂ ਨਹੀਂ ਜੁਆਇੰਟ ਐਡਵੈਂਚਰ ਕਰਦੇ? ਜਦੋਂ ਐਮਐਲਏ ਇਹਨਾਂ ਨੂੰ ਲੋਕਾਂ ਨੇ ਯਾਦ ਜਿਤਾਇਆ ਉਦੋਂ ਕਾਂਗਰਸ ਇਹਨਾਂ ਨੂੰ ਯਾਦ ਨਹੀਂ ਹੈ ਵੀ ਮੈਂ ਰਲ ਕੇ ਡਿਵੈਲਪਮੈਂਟ ਲਈ ਲੋਕਾਂ ਦੇ ਲਈ ਮੈਂ ਕਾਂਗਰਸ ਨਾਲ ਰਲ ਕੇ ਡਿਵੈਲਪਮੈਂਟ ਦੇ ਕੰਮ ਕਰਾ ਲਾਂ। ਅੱਜ ਕਿਉਂ ਯਾਦ ਆਈ ਜਦੋਂ ਇਲੈਕਸ਼ਨ ਆ ਗਿਆ ਕਿ ਮੈਂ ਕਾਂਗਰਸ ਨਾਲ ਰਲ ਜਾ, ਬੀਜੇਪੀ ਨਾਲ ਰਲ ਜਾ ਜਾਂ ਆਮ ਆਦਮੀ ਨਾਲ ਰਲ ਜਾ? ਅੱਜ ਕਿਉਂ? ਕਿਉਂਕਿ ਉਹ ਆਪਣੇ ਲਈ ਸੋਚਦੇ, ਕਿਸੇ ਲਈ ਨਹੀਂ ਸੋਚਦੇ। ਇਹ ਕਹਿੰਦੇ ਸਟੇਟਮੈਂਟ ਪਹਿਲਾਂ ਮੇਰਾ ਲੈ ਲਓ, ਪਹਿਲਾਂ ਨਾ ਜਿਹੜੀ ਗੱਲ ਕਹੀ ਉਹਦਾ ਜਵਾਬ ਲੈ ਲਓ। ਇਹ ਕਹਿੰਦੇ ਸਟੇਟ ਫੰਡ ਕੀ ਹੁੰਦਾ? ਬਿੱਟੂ ਜੀ ਨੇ ਏਡੇ ਪੋਸਟਰ ਲਾਤੇ, ਜਗਰਾਉਂ ਪੁਲ ਅਸੀਂ, ਫਿਰ ਸਰਕਾਰ ਤਾਂ ਮੋਦੀ ਦੀ ਆ। ਇਹਨਾਂ ਨੂੰ ਇੱਕ ਗੱਲ ਦੱਸਣ ਲੱਗੀ, ਫੰਡ ਕਿਹੜਾ ਹੋਇਆ? ਫਿਰ ਤੁਸੀਂ ਨਾ, ਤੈਨੂੰ ਨੌਲੇਜ ਨਹੀਂ ਹੈਗੀ। ਤੈਨੂੰ ਵਿਧਾਨ ਸਭਾ ਤੋਂ ਕੋਈ ਹਸਪੀਟਲ, ਕੋਈ ਸਕੂਲ ਕੁਝ ਮੰਗਿਆ, ਕੋਈ ਕਾਲਜ? ਵਿਧਾਨ ਸਭਾ 'ਚ ਸਰਕਾਰ ਇਹਨਾਂ ਦੀ ਹੈ। ਬੈਂਸ ਸਾਹਿਬ ਕੁਝ ਮੰਗਦੇ ਆ, ਲੈਣ ਦਿੰਦੇ ਆ। ਇਹ ਲੈਣ ਦਿੰਦੇ ਆ। ਹੁਣ ਮੇਰੀ ਗੱਲ ਸੁਣੋ, 1 ਮਿੰਟ ਸੁਣ ਲਓ ਮੇਰੀ ਗੱਲ। ਤੁਸੀਂ ਜਵਾਬ ਕੁਐਸਚਨ ਕੀਤਾ, ਮੈਂ ਤੁਹਾਨੂੰ ਜਵਾਬ। ਲੋਕ ਕਿਉਂ ਚੁਣਨ? ਮੈਂ ਆਤਮ ਨਗਰ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਇਸ ਵਾਰ ਉਹਨੂੰ ਚੁਣ ਲਿਓ ਜਿਹਨੂੰ ਕੁਝ ਮਿਲਦਾ ਹੋਵੇ। ਅਸੀਂ ਕੋਈ ਕੰਪਨੀ ਬਣਾਉਂਦੇ ਆ, ਕੋਈ ਬ੍ਰਾਂਡ ਰੱਖਦੇ ਆ, ਉਹਦਾ ਇੱਕ ਨਾਂ ਰੱਖਿਆ ਹੁੰਦਾ, ਠੀਕ ਆ ਜੀ। ਇਹਨਾਂ ਦੀ ਫਰਮ ਦਾ ਨਾਂ ਆ ਲੋਕ ਇਨਸਾਫ ਪਾਰਟੀ। ਉਹਨੂੰ ਅਸੀਂ ਸ਼ਾਰਟ ਕਰ ਦਈਏ, ਉਹ ਕੀ ਬਣਦਾ ਜੀ? LIP ਦਾ ਮਤਲਬ ਕੀ ਆ ਜੀ? ਲਿਪ ਸਰਵਿਸ। ਜਿੰਨੀ ਮਰਜ਼ੀ ਦੇਈ ਜਾਓ, ਇੰਨੀ ਕੁ ਗੱਲ ਆ ਸਾਰੀ। 12 ਚੋਂ 8 ਤਾਂ ਸਾਡੇ ਨੇ। ਇਹਨਾਂ ਦਾ ਦੱਸੋ ਵੀ ਇਹਨਾਂ 'ਚ ਬੈਂਸ ਸਾਹਿਬ ਕਿਹੜੇ ਕੌਂਸਲਰ, ਕਿਹੜੇ ਬੋਰਡ ਦੇ ਕੌਂਸਲਰ? ਜੇ ਤੁਹਾਨੂੰ ਇੰਨਾ ਹੀ ਨਹੀਂ ਪਤਾ ਫਿਰ ਕਰਨ ਕੀ ਆਏ ਹੋ? ਵੀ ਜਿਹੜੇ ਕੌਂਸਲਰ ਨੇ, ਤੁਸੀਂ ਕਾਰਪੋਰੇਸ਼ਨ 'ਚ ਕੌਂਸਲਰ ਹੋ, ਤੁਹਾਨੂੰ ਇਹ ਨਹੀਂ ਪਤਾ? ਮੈਂ ਤੁਹਾਨੂੰ ਟੈਸਟ ਥੋੜੀ ਦੇਣਾ ਆ। ਮੈਂ ਆਪਣਾ 5 ਸਾਲ ਪਿੱਛੇ ਲੰਘੇ ਆ, ਤੁਹਾਨੂੰ ਕੀ ਲੱਗਦਾ ਕੀ ਵਿਕਾਸ ਹੋਇਆ ਜਾਂ ਕੀ? ਜਿਸ ਹਿਸਾਬ ਨਾਲ ਸਾਰੇ ਤੁਰੇ ਫਿਰਦੇ ਨੇ, ਕੋਈ ਵਿਕਾਸ ਹੋਈ ਗੱਲ ਨਹੀਂ ਹੈਗੀ। ਸਿਰਫ ਇੱਕ ਗੱਲ ਹੈਗੀ ਆ, ਕਿਸੇ ਪਾਰਟੀ ਵੱਲੋਂ ਕਿਸੇ ਬੰਦੇ ਦੀ ਕੋਈ ਸੁਣਵਾਈ ਨਹੀਂ ਹੈਗੀ। ਇੱਕ ਆਪ ਇਹਨਾਂ ਕੋਲ ਇਹ ਟਾਈਮ ਹੈਗਾ
ਲੋਕ ਇਨਸਾਫ ਪਾਰਟੀ ਕੋ ਜੇ ਤੁਸੀਂ ਜਾਓ ਤੁਹਾਡੀ ਗੱਲ ਸੁਣਦੇ ਆ ਅਗਲੇ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਡਿਊਟੀ ਦਿੰਦੇ ਆ। ਅਸੀਂ ਮੰਨਦੇ ਸਾਡੀ ਪਬਲਿਕ ਡਿਗਰੀ ਪਹਿਲਾਂ ਨਹੀਂ ਸੀ, ਸਾਡੇ ਕੌਂਸਲਰ ਸਾਹਿਬਾਨ ਨਹੀਂ ਸੀ, ਪਰ ਹੁਣ ਸਾਡੇ 8 ਕੌਂਸਲਰ ਸਾਹਿਬਾਨ ਹੋ ਗਏ। ਕਮਲਜੀਤ ਸਿੰਘ ਕੜਵਲ ਜੀ ਨੇ ਨਹਿਰ ਤੇ ਦਫ਼ਤਰ ਖੋਲਿਆ, ਪ੍ਰੋਪਰ ਡੀਲ ਕਰਦੇ ਪਏ ਆ। ਆਉਣ ਵਾਲੇ ਟਾਈਮ 'ਚ ਰਿਜ਼ਲਟ ਤੁਹਾਨੂੰ ਇਸ ਚੀਜ਼ਾਂ ਦਾ ਦੱਸ ਦੂਗਾ। ਮੇਰੀ ਇੱਕੋ ਹੀ ਗੱਲ ਆ ਅੰਕਲ ਜੀ, ਇਸ ਚੀਜ਼ਾਂ ਤੋਂ ਵੀ ਬਾਹਰ ਆ ਜਾਓ। ਲੋਕ ਜਿਹੜੇ 10 ਸਾਲਾਂ ਤੋਂ ਆਤਮਨਗਰ ਡਿਵੈਲਪਮੈਂਟ ਦੇ ਤੌਰ ਤੇ, ਪ੍ਰੋਜੈਕਟਾਂ ਦੇ ਤੌਰ ਤੇ, ਕਾਲਜ ਦੇ ਤੌਰ ਤੇ, ਹਸਪੀਟਲਾਂ ਦੇ ਤੌਰ ਤੇ ਬੱਚੀਆਂ ਬਾਹਰ ਪੜਨ ਜਾਂਦੀਆਂ, ਉਹਨਾਂ ਬਾਰੇ ਵੀ ਸੋਚੋ। ਇਹ ਤੋਂ ਬਾਹਰ ਆ ਜਾਓ। ਬੋਲਿਆ ਪਬਲਿਕ ਚੋਂ ਤੁਹਾਡੀਆਂ ਚੀਕਾਂ ਨਿਕਲ ਗਈਆਂ, ਹਜੇ ਤਾਂ ਕੋਈ ਬੋਲਿਆ ਹੀ ਨਹੀਂ ਹੈਗਾ। ਸਾਡਾ ਕੋਈ ਪਲਾਨ ਨਹੀਂ ਕੀਤਾ। ਹੁਣ ਪਲਾਨ ਆ, ਅਸੀਂ ਤਾਂ ਹੁਣ ਆਏ ਆ। ਸਾਡੇ ਹੁਣ ਤਾਂ ਸੌਖੀ ਸਾਹਿਬ ਮੈਂਸਾਂ ਦੇ ਹੱਕ ਚ ਹੋਵੇ ਆਮ ਪਬਲਿਕ ਨੂੰ ਸੁਣ ਲਈ ਇਹ ਕੋਈ ਪਲਾਨ ਨਹੀਂ ਜਿਹੜੇ ਸੰਧੀ ਕਰਕੇ ਆਏ ਹੋ। ਬੈਂਸ ਆਤਮਨਗਰ ਦਾ, ਆਤਮਨਗਰ ਬੈਂਸ ਦਾ ਲੱਗਦਾ ਹੈ ਕਿ ਆਤਮਨਗਰ ਰਹੂਗਾ ਬੈਂਸ? 100% ਰਹੂਗਾ ਜੀ। ਆ ਤੁਹਾਡੇ ਸਾਹਮਣੇ ਲੋਕ ਹੀ ਦੱਸ ਰਹੇ ਆ। ਸੋਖੀ ਸਾਹਿਬ ਨੇ ਕਿਹਾ ਵੀ ਕਿਸੇ ਨੂੰ ਕਿਸੇ ਦੇ ਦਫ਼ਤਰ ਜਾਣ ਦੀ ਲੋੜ ਨਹੀਂ। ਅਸੀਂ ਵੀ ਮੰਨਦੇ ਆ ਇਸ ਗੱਲ ਨੂੰ। ਟੁਕਰੀ ਵਾਲਾ ਪੁੱਲ ਸਾਡਾ ਪਾਸ ਕਰਾਇਆ ਹੋਇਆ, ਇਹਨਾਂ ਕੋਲ ਕੀ ਪ੍ਰੂਫ ਹੈ ਵੀ ਇਹਨਾਂ ਨੇ ਕਰਾਇਆ ਹੋਇਆ? ਰੋਲਾ ਕੀ ਹੈ ਵੀ ਪ੍ਰਸ਼ਾਸਨ ਇਹਨਾਂ ਦਾ, ਸਰਕਾਰ ਇਹਨਾਂ ਦੀ। ਬੈਂਸ ਸਾਹਿਬ ਨੇ ਕੋਈ ਕੈਮਰੇ ਤੇ ਦੁਗਰੀ ਪੁੱਲ ਦੀ ਗੱਲ ਕੀਤੀ? ਸ਼ਾਮ ਨੂੰ ਗਿਣਤੀ ਚੱਕੀ ਉਦਘਾਟਨ ਕਰ ਦੋ ਵੀ ਇਹ ਤਾਂ ਅਸੀਂ ਕਰਾਇਆ। ਮੈਂ ਹੁਣ ਦੀ ਗੱਲ ਕੀਤੀ ਆ, ਮੈਂ 10 ਸਾਲ ਦਾ ਕਹੀ ਨਹੀਂ। ਮੈਂ ਤਾਂ ਪਹਿਲਾਂ ਚਾਰ ਚਲੋ ਮੇਰੇ ਪਹਿਲਾਂ 4 ਸਾਲ ਕਿੱਥੇ ਗਏ ਸੀ? 10 ਸਾਲ ਇੱਕ ਮਿੰਟ ਕਿਵੇਂ ਯਾਦ ਆ? ਚਲੋ ਸਾਡੀ 4 ਸਾਲ ਰਹੀ ਆ, ਤੁਹਾਡੀ 10 ਸਾਲ ਰਹੀ ਆ। ਤੁਸੀਂ ਇਤਿਹਾਸ ਦੇ ਵਿੱਚ 10 ਸਾਲ ਰਹੀ ਨਾ, ਤੁਸੀਂ 10 ਸਾਲਾਂ 'ਚ ਲੋਕਾਂ ਨੂੰ ਕੀ ਮਾਲੀ ਸਕਦੇ? ਇਹਨਾਂ ਦੀ ਤਾਂ ਪੰਜਾਬ ਦਾ ਚੋਣ ਅਖਾੜਾ ਇਸ ਸਮੇਂ ਭਖਿਆ ਹੋਇਆ ਅਤੇ 2022 ਦੀਆਂ ਚੋਣਾਂ ਜਿਹੜੀਆਂ ਨੇ 14 ਫਰਵਰੀ ਨੂੰ ਹੋ ਜਾਣੀਆਂ ਨੇ ਤੇ ਗਿਣਤੀ ਜਿਹੜੀ ਆ 10 ਮਾਰਚ ਨੂੰ ਹੋ ਜਾਣੀ ਆ ਤੇ ਨਵੀਂ ਸਰਕਾਰ ਪੰਜਾਬ ਨੂੰ ਮਿਲ ਜਾਣੀ ਆ। ਤਾਂ ਲੋਕਾਂ ਦੀ ਕਚਹਿਰੀ ਜਿਹੜੀ ਆ ਉਹ ਆਰਗੇਨਾਈਜ਼ ਕੀਤੀ ਗਈ ਹੈ ਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਅੱਜ ਅਸੀਂ ਹਲਕਾ ਆਤਮਨਗਰ ਦੇ ਵਿੱਚ ਮੌਜੂਦ ਹਾਂ ਤੇ ਹਲਕਾ ਆਤਮਨਗਰ ਦੇ ਵਿੱਚ ਕੀ ਵਿਕਾਸ ਹੋਏ ਨੇ ਪਿਛਲੇ 5 ਸਾਲਾਂ ਦੇ ਦੌਰਾਨ ਉਹ ਦੇਖਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਨੇ ਜਿਹੜੀ ਪਾਰਟੀਆਂ ਤੋਂ ਉਹਨਾਂ ਦੀ ਆਤਮਨਗਰ ਤੋਂ ਕੀ ਵਿਜ਼ਨ ਹੈ ਉਸ ਤੇ ਵੀ ਗੱਲਬਾਤ ਕਰਾਂਗੇ। ਤਾਂ ਸਾਡੇ ਨਾਲ ਅੱਜ ਲੋਕ ਕਚਹਿਰੀ ਦੇ ਵਿੱਚ ਹਲਕਾ ਆਤਮਨਗਰ ਦੇ ਸਾਰੇ ਜਿਹੜੇ ਆਗੂ ਨੇ ਉਹ ਮੌਜੂਦ ਹੈ। ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਮਹਿੰਦਰਪਾਲ ਜੀ ਮੌਜੂਦ ਨੇ, ਯੂਥ ਦੇ ਪ੍ਰਧਾਨ ਨੇ, ਅਤੇ ਅਕਾਲੀ ਦਲ ਤੋਂ ਆਤਮਨਗਰ ਦੇ ਸੀਨੀਅਰ ਆਗੂ ਜਗਬੀਰ ਸਿੰਘ ਸੋਖੀ ਮੌਜੂਦ ਨੇ, ਅਤੇ ਕਾਂਗਰਸ ਦੇ ਵੱਲੋਂ ਸ਼ੀਲਾ ਜੀ ਸਾਡੇ ਨਾਲ ਮੌਜੂਦ ਨੇ, ਇੰਪਰੂਵਮੈਂਟ ਟਰਸਟ ਦੇ ਟਰਸਟੀ ਵੀ ਨੇ ਅਤੇ ਕਾਉਂਸਲਰ ਵੀ ਨੇ। ਤਾਂ ਸ਼ੁਰੂਆਤ ਜਿਹੜੀ ਆ ਅਸੀਂ ਕਾਂਗਰਸ ਤੋਂ ਕਰਦੇ ਹਾਂ ਕਿਉਂਕਿ ਮੌਜੂਦਾ ਇਸ ਸਮੇਂ ਸਰਕਾਰ ਦੇ ਵਿੱਚ ਨੇ। ਹਾਲਾਂਕਿ ਆਤਮਨਗਰ ਤੋਂ ਭਾਵੇਂ ਨਹੀਂ ਇਹਨਾਂ ਦੇ ਵਿਧਾਇਕ, ਪਰ ਇਸ ਵਾਰ ਇਹਨਾਂ ਦੇ ਜਿਹੜੇ ਹਲਕਾ ਇੰਚਾਰਜ ਨੇ ਕਮਲਜੀਤ ਸਿੰਘ ਕੜਵਲ, ਉਹ ਬਹੁਤ ਦਾਅਵੇ ਕਰ ਰਹੇ ਨੇ ਕਿ ਅਸੀਂ ਆਤਮਨਗਰ ਦੇ ਵਿੱਚ ਪਿਛਲੇ ਸਮੇਂ 'ਚੋਂ ਬਹੁਤ ਵਿਕਾਸ ਕਰਾਇਆ, ਜਦਕਿ ਦੂਜੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜੋ ਨਹੀਂ ਕਰਾਇਆ। ਸ਼ੁਰੂਆਤ ਆਪਾਂ ਉਹਨਾਂ ਤੋਂ ਹੀ ਕਰਦੇ ਹਾਂ। ਸ਼ੀਲਾ ਜੀ, ਕੜਵਲ ਸਾਹਿਬ ਬਹੁਤ ਪ੍ਰਚਾਰ ਕਰ ਰਹੇ ਨੇ ਕਿ ਮੈਂ ਆਤਮਨਗਰ ਤੋਂ ਬਹੁਤ ਵਿਕਾਸ ਕਰਾਇਆ, ਐਤਕੀ ਵੋਟਾਂ ਮੈਨੂੰ ਪਾਓ। ਹਾਲਾਂਕਿ ਉਹਨਾਂ ਦੀ ਸੀਟ ਅਜੇ ਟਿਕਟ ਪੱਕੀ ਨਹੀਂ ਹੋਈ। ਕਿੰਨਾ ਕੁ ਵਿਕਾਸ ਕਰਾਇਆ ਤੁਸੀਂ ਆਤਮਨਗਰ ਦੇ ਵਿੱਚ? ਦੇਖੋ ਸਾਡੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਸਾਹਿਬ ਵਿਕਾਸ ਵਾਲੀ ਗੱਲ ਤੇ ਬਿਲਕੁਲ ਠੀਕ ਕਹਿ ਰਹੇ ਆ ਜੀ। ਤੁਸੀਂ ਮੰਨ ਸਕੋਗੇ ਕਿ ਸਰਕਾਰ ਵੱਲੋਂ ਪਿਛਲੇ 5 ਸਾਲ ਜਾਂ ਪੌਣੇ 5 ਸਾਲ ਦੇ ਵਿੱਚ ਸਾਨੂੰ ਪੀਆਈਡੀ ਫੰਡ ਜਾਂ ਸਰਕਾਰ ਦੇ ਜਿਹੜੇ ਫੰਡ ਆ, ਸਾਡੇ ਜਿਹੜਾ ਕੋਟਾ ਫੰਡ ਹੁੰਦਾ ਹੈ 1.5 ਕਰੋੜ ਰੁਪਈਆ ਸਾਲ ਦਾ, ਉਹਦੇ ਤੋਂ ਐਕਸਟਰਾ ਜਿਹੜੇ ਕੜਵਲ ਸਾਹਿਬ ਭਾਰਤ ਭੂਸ਼ਣ ਆਸ਼ੂ ਜੀ ਦੀ ਬਦੌਲਤ ਜਿਹੜਾ ਆ ਵੀ ਘੱਟੋ ਘੱਟ 50 ਕਰੋੜ ਰੁਪਈਆ ਇਹ ਅਲੱਗ ਲੈ ਕੇ ਆਏ ਆ, ਜਿਹੜਾ ਡਿਵੈਲਪਮੈਂਟ, ਜਿਹੜਾ ਆਤਮਨਗਰ ਦੀ ਡਿਵੈਲਪਮੈਂਟ ਲਈ। ਮੈਂ ਦੱਸਣ ਲੱਗਿਆ ਸਭ ਤੋਂ ਪਹਿਲਾਂ ਤਾਂ ਇੱਕ ਸਟੇਡੀਅਮ ਜਿਹੜਾ ਆ ਆਪਣੇ ਸਾਡੇ ਠੁਕਰਾਲ ਸਾਹਿਬ ਕੌਂਸਲਰ ਸਾਹਿਬ ਆ, ਜੱਸਾ ਸਿੰਘ ਸਟੇਡੀਅਮ ਜਿਹੜਾ ਰਾਮਗੜੀਆ ਸਟੇਡੀਅਮ ਬਣਾਇਆ ਗਿਆ ਆ। ਸੁਪਰ ਮਾਰਕੀਟ ਜਿਹੜੀ ਮਾਡਲ ਟਾਊਨ ਵਾਲੀ ਆ, ਉਹ 3.5 ਕਰੋੜ ਰੁਪਏ ਦੀ ਲਾਗਤ ਨਾਲ ਸੁਪਰ ਮਾਰਕੀਟ ਬਣਨ ਜਾ ਰਹੀ ਆ। ਦੁਗਰੀ ਮੇਨ ਰੋਡ ਸਾਰਾ ਇੱਥੋਂ ਲਾਈਟਾਂ ਤੋਂ ਸ਼ੁਰੂ ਹੋ ਕੇ ਦੁਗਰੀ ਥਾਣੇ ਤੱਕ 3.5 ਕਰੋੜ ਰੁਪਏ ਦੇ ਸੀਵਰੇਜ ਦਾ ਵਿਦ ਰੋਡ ਸਾਰਾ ਕੁਝ ਪਾਸ ਕਰਵਾਇਆ, ਨਵੀਂ ਬਣਨ ਜਾ ਰਹੀ ਆ। ਸੈਰਗਾਹ ਜਿਹੜੀ ਨਹਿਰੋ ਨਹਿਰ ਜਿਹੜੀ ਲੋਕਾਂ ਲਈ ਇੱਕ ਪੁਆਇੰਟ ਬਣਨ ਜਾ ਰਿਹਾ, ਰੈਸਟੋਰੈਂਟ ਬਣਨ ਜਾ ਰਿਹਾ, 3.5 ਤੋਂ 4 ਕਰੋੜ ਰੁਪਏ ਦੇ ਕੰਮ ਜਿਹੜੇ ਆ ਉਹ ਕੜਵਲ ਸਾਹਿਬ ਨੇ ਪਾਸ ਕਰਾਏ ਆ। ਬਾਕੀ ਡਿਵੈਲਪਮੈਂਟ ਦੇ ਰਿਗਾਰਡਿੰਗ ਜਿੱਥੇ ਸਾਨੂੰ ਮੇਅਰ ਸਾਹਿਬ ਵੱਲੋਂ, ਜਿੱਥੇ ਸਾਨੂੰ ਮੰਤਰੀ ਆਸ਼ੂ ਜੀ ਵੱਲੋਂ ਡਿਵੈਲਪਮੈਂਟ ਦੇ ਰਿਗਾਰਡਿੰਗ 10 ਸਾਲ ਤੋਂ ਸਾਡੇ ਮੌਜੂਦਾ ਜਿਹੜੇ ਐਮਐਲਏ ਸਾਹਿਬਾਨ ਆ ਉਹਨਾਂ ਦੀ ਬਦੌਲਤ ਜੋ ਹਲਕੇ ਨੂੰ ਇੱਕ ਨਰਕ ਭੋਗ ਰਿਹਾ ਸੀਗਾ, ਉਹਦੇ ਕੜਵਲ ਸਾਹਿਬ ਨੇ ਆ ਕੇ ਕਿੱਦਾਂ ਸਾਨੂੰ ਸਾਡੇ ਕੌਂਸਲਰ ਜਿਹੜੇ 8 ਕੌਂਸਲਰ ਸਾਹਿਬਾਨ ਨੇ ਸਾਡੇ ਆਤਮਨਗਰ ਦੇ, ਉਹਨਾਂ ਦੀ ਹੌਸਲਾ ਅਫਜਾਈ ਕਰਕੇ ਡਿਵੈਲਪਮੈਂਟ ਲਈ ਜੋ ਰੋਡਸ ਵਗੈਰਾ ਜੋ ਉਹਨਾਂ ਨੇ ਸਾਡੇ ਲਈ ਸੀਵਰੇਜ ਦੇ ਰਿਗਾਰਡਿੰਗ ਜੋ 10 ਸਾਲਾਂ ਤੋਂ ਪੈਂਡਿੰਗ ਪਈਆਂ ਸੀਗੀਆਂ, ਉਹ ਅਸੀਂ ਆਪਣੇ, ਮੈਂ ਔਨ ਰਿਕਾਰਡ ਕਹਿ ਰਿਹਾ ਵੀ 12 ਕਰੋੜ ਰੁਪਏ ਦੇ ਕੰਮ ਮੈਂ ਆਪਣੇ ਵਾਰਡ ਦੇ ਵਿੱਚ, ਜਿਹਦੇ ਵਿੱਚ ਸਾਰੇ ਪ੍ਰੀਤ ਨਗਰ, ਨਿਰਮਲ ਨਗਰ, ਦੁਗਰੀ, ਸੀਆਰਪੀਐਫ ਕਲੋਨੀ, ਫੇਸ 1 ਫੇਸ 2 ਸਾਰੇ A to Z ਜਿੰਨੀਆਂ ਰੋਡਸ ਵਗੈਰਾ ਨੇ ਰਿਗਾਰਡਿੰਗ ਸੀਵਰੇਜ, ਸਭ ਮੇਰੀਆਂ ਜਿਹੜੀਆਂ ਕੰਪਲੇਂਟਸ ਆ ਸਾਰਾ ਮੈਂ ਡਿਵੈਲਪਮੈਂਟ ਦੇ ਤੌਰ ਤੇ ਆਪਣਾ ਸੰਪੂਰਨ ਕਰ ਚੁੱਕਿਆ ਜੀ।
ਸੋਖੀ ਸਾਹਿਬ ਬਹੁਤ ਚੀਜ਼ਾਂ ਇਹਨਾਂ ਨੇ ਗਿਣਾ ਦਿੱਤੀਆਂ ਕਿ ਕਮਲਜੀਤ ਸਿੰਘ ਕੜਵਲ ਨੇ ਬਹੁਤ ਵਿਕਾਸ ਕਰਾਇਆ, ਕਹਿੰਦੇ 12 ਕਰੋੜ ਰੁਪਈਆ ਮੈਂ ਆਪਣੇ ਹੱਥੇ ਵਾਰਡ ਦੇ ਵਿੱਚ ਲਾਇਆ। ਅਕਾਲੀ ਦਲ ਕਿਸ ਤਰ੍ਹਾਂ ਦੇਖਦਾ ਇਹਨੂੰ, ਵੀ ਤੁਹਾਨੂੰ ਲੱਗਦਾ ਵਿਕਾਸ ਹੋਇਆ? ਦੇਖੋ, ਇੱਕ ਤਾਂ ਸਭ ਤੋਂ ਵੱਡੀ ਜਿਹੜੀ ਸਾਡੀ ਤਰਾਸਦੀ ਹੈ, ਸਾਡਾ ਪੰਜਾਬੀ ਯੂਥ ਅੱਜ ਬੇਰੁਜ਼ਗਾਰ ਹੈ। ਯੂਥ ਸਾਡਾ ਅੱਜ ਚਾਹੁੰਦਾ ਕਿ ਆਈਲੈਟਸ ਕਰਾਂ ਤੇ ਕੈਨੇਡਾ ਨੂੰ ਉਡਾਰੀ ਮਾਰ ਜਾਵਾਂ। ਵਪਾਰ ਸਾਡਾ ਠੱਪ ਹੈ। ਕਰੀਬ ਪੌਣੇ 5 ਸਾਲ ਜਿਹੜੇ ਸਾਡੇ ਖਾਲੀ ਖਜ਼ਾਨਾ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਸਾਹਿਬ, ਉਹ ਹਰੇਕ ਵਾਰੀ ਇਹ ਕਹਿੰਦੇ ਰਹੇ ਕਿ ਖਜ਼ਾਨਾ ਹੀ ਖਾਲੀ ਹੈ। ਪੌਣੇ 5 ਸਾਲ ਖਜ਼ਾਨਾ ਖਾਲੀ ਰਿਹਾ ਤੇ ਆਹ ਸਾਰੇ 111 ਦਿਨਾਂ ਦੇ ਵਿੱਚ ਇਹਨਾਂ ਨੇ ਕੋਈ 30-35 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਹੋਰ ਚੜਾ ਕੇ ਉਹ ਅੰਨਾ ਵੰਡੇ ਛੀਰਨੀਆਂ ਮੁੜ ਘਰਦਿਆਂ ਨੂੰ ਵਾਲੇ ਹਾਲਾਤ ਕੀਤੇ ਆ। ਲਗਾਤਾਰ ਜਿੱਥੋਂ ਵੀ ਕਿਤੋਂ ਲਿਆ ਕੇ ਪੈਸਾ ਅੰਨ੍ਹੇਵਾਹ ਸਿੱਟਣਾ ਸ਼ੁਰੂ ਕਰਤਾ। ਔਰ ਜਿੰਨੀ ਕੁ ਡਿਵੈਲਪਮੈਂਟ ਮੇਰੇ ਵੀਰ ਨੇ ਕਾਉਂਸਲਰ ਸਾਹਿਬ ਨੇ ਕਹੀ ਆ, ਸ਼ੀਲਾ ਜੀ ਨੇ ਕੀਤੀ ਆ ਇੱਕੋ ਇੱਕ ਮੀਂਹ ਪਿਆ। ਉਹ ਮੈਂ ਇਹਨਾਂ ਦੇ ਫੇਸਬੁੱਕ ਦੇ ਉੱਤੇ ਪੜ੍ਹਦਾ ਹੁੰਦਾ ਸੀ, ਕਾਉਂਸਲਰ ਸਾਹਿਬ ਲਿਖਦੇ ਸੀ, ਇਹ ਦੇਖੋ ਜੀ ਇਹ ਸਰਾਭਾ ਨਗਰ ਨਹੀਂ ਹੈ, ਭੁਲੇਖਾ ਲੱਗ ਗਿਆ ਤੁਹਾਨੂੰ, ਇਹ ਤਾਂ ਸ਼ਿਮਲਾਪੁਰੀ ਹੈ। ਉਹ ਪਤਾ ਨਹੀਂ ਉਹ ਚਿੱਟੀਆਂ ਪੱਟੀਆਂ ਦੇ ਰੰਗ ਜੇ ਕਰਕੇ ਜਿੱਦਾਂ ਪਿੱਛੇ ਆ ਮਗਰਮੱਛ ਦੇ ਮੂੰਹ ਨੂੰ ਲਾਲ ਰੰਗ ਕੀਤਾ, ਉਹ ਲਾਲ ਰੰਗ ਹੀ ਦਿਖਾ ਰਿਹਾ ਕਿ ਕਾਂਗਰਸ ਨੇ ਖੂਨ ਹੀ ਪੀਣਾ ਤੇ ਖੂਨ ਹੀ ਕੀਤਾ ਹੋਰ ਕੁਛ ਨਹੀਂ ਆ। ਪਹਿਲੇ ਮੀਂਹ ਦੇ ਵਿੱਚ ਸਾਰੀ ਡਿਵੈਲਪਮੈਂਟ ਧੋਤੀ ਗਈ। ਜੇ ਲੋਕਾਂ ਦੇ ਵਿੱਚ ਡਿਵੈਲਪਮੈਂਟ ਹੈ ਫਿਰ ਮੈਂ ਨਹੀਂ ਸਮਝਦਾ ਦਰ ਜਾ ਕੇ ਵੋਟ ਮੰਗਣ ਦੀ ਲੋੜ ਆ। ਫਿਰ ਤਾਂ ਵੋਟ ਜਿਹੜੀ ਆ ਘਰੇ ਬੈਠੇ ਪੈਣੀ ਚਾਹੀਦੀ ਆ। ਇੱਕੋ ਮੀਂਹ ਨਾਲ ਕਹਿੰਦੇ ਡਿਵੈਲਪਮੈਂਟ ਸਾਡੀ ਧੁੱਲ ਗਈ ਤੁਹਾਡੀ। ਦੇਖੋ ਕਿੰਨੇ ਸਾਲਾਂ ਤੋਂ ਮੀਂਹ ਜਿਹੜਾ ਉਹ ਪੈਂਦਾ ਆਇਆ ਆ, ਇਹਨਾਂ ਦੀਆਂ ਸਰਕਾਰਾਂ ਵੇਲੇ ਦੀਆਂ ਵੀਡੀਓ ਦੇਖ ਲਿਓ। ਬਟ ਜਿਹੜੀਆਂ ਰੋਡਾਂ ਜਾਂ ਗਲੀਆਂ ਬਣਾਉਣ ਦੀ ਗੱਲ ਆ ਉਹ ਦੱਸੋ ਵੀ ਇਹਨਾਂ ਨੇ 10 ਸਾਲ ਇਹ ਆਪਣੀ ਵਜ਼ਾਰਤ ਦੇ ਵਿੱਚ ਰਹੇ ਆ, ਵੀ ਇਹਨਾਂ ਨੇ ਹਲਕਾ ਆਤਮਨਗਰ ਲਈ ਕੀ ਕੀਤਾ? ਕੱਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 10 ਸਾਲ ਰਹੀ ਆ, ਇਹਨਾਂ ਨੇ ਹਲਕਾ ਆਤਮਨਗਰ ਲਈ ਇੱਕ ਵੀ ਦੱਸੋ ਨਵਾਂ ਕੋਈ ਹਸਪੀਟਲ? ਚਲੋ ਇਹ ਕਹਿੰਦੇ ਵੀ ਇਹਨਾਂ ਦੇ ਐਮਐਲਏ ਸਾਹਿਬਾਨ ਵੀ 2 ਸਾਲ ਤਾਂ ਅਕਾਲੀ ਦਲ ਦੇ ਵਿੱਚ ਰਹੇ ਆ, ਉਹਨਾਂ ਨੇ ਹਲਕਾ ਆਤਮਨਗਰ ਲਈ ਅਕਾਲੀ ਦਲ ਦੀ ਕੀ ਪ੍ਰਾਪਤੀ ਆ 10 ਸਾਲ ਚ ਅਕਾਲੀ ਦਲ ਦੀ, ਉਹ ਮੈਨੂੰ ਦੱਸਣੇ। ਸੋਖੀ ਸਾਹਿਬ ਕੀ ਪ੍ਰਾਪਤੀ ਸੀ? ਦੋ ਗੱਲਾਂ ਜੀ, ਲੋਕਲ ਲੈਵਲ ਤੇ ਹਲਕਾ ਆਤਮਨਗਰ ਦੇ ਲੈਵਲ ਤੇ ਗੱਲ ਕਰਾਂ, ਆਪਾਂ ਸਾਰੇ ਟੀਵੀ ਚੈਨਲ ਲਿਜਾ ਕੇ ਮੌਕੇ ਦੇ ਉੱਤੇ ਇੱਕ ਮੁਕਾਬਲਾ ਕਰਾਵਾਂਗੇ। ਚਿਮਨੀ ਰੋਡ ਹੈ ਜੀ ਮੇਰੇ ਪੁਰਾਣੇ ਵਾਰਡ ਦੇ ਵਿੱਚ ਪੈਂਦੀ, ਤੇ ਉਹਦੇ ਬਰਾਬਰ ਪੈਂਦੀ ਆ ਡਾਬਾ ਰੋਡ। ਚਿਮਨੀ ਰੋਡ ਮੈਂ ਬਣਾਈ ਸੀ ਕਰੀਬ 10 ਸਾਲ ਪਹਿਲਾਂ। ਗੱਲ ਨਹੀਂ ਕਰ ਰਿਹਾ ਮੈਂ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਿਹਾ ਵੀ 10 ਸਾਲ ਮੈਂ ਸਾਰੀ ਇਹਨਾਂ ਦੀ ਸਰਕਾਰ ਰਹੀ ਆ, ਇਹਨਾਂ ਨੇ ਹਲਕਾ ਆਤਮਨਗਰ ਲਈ ਕਿਹੜਾ ਹਸਪੀਟਲ, ਕਿਹੜਾ ਸਕੂਲ, ਕਿਹੜਾ ਸਿਸਟਮ ਲੈ ਕੇ ਆਏ ਆ, ਉਹ ਦੱਸੋ। ਆਪਣੀ ਵਾਰੀ ਤੇ ਬੋਲਿਓ ਨਾ। ਜਿਹੜੀ ਤਾਂ ਬਣੀ ਡਾਬਾ ਰੋਡ, ਇਹ ਬਣੀ ਆ ਸਾਰੀ ਹਾਲੇ 3 ਮਹੀਨੇ ਪਹਿਲਾਂ। ਜਿਹੜੀ ਖਿੱਲਰ ਗਈ, ਜਿੱਥੇ ਰਿਉੜੀਆਂ ਮੂੰਗਫਲੀ ਨਾਲੋਂ ਲੋਹੜੀ ਨਾਲੋਂ ਵੱਧ ਇਹਨਾਂ ਦੇ ਰਿਉੜੀਆਂ ਦੀ ਤਰ੍ਹਾਂ ਤੁਰੇ ਫਿਰਦੇ ਆ। ਤੇ ਜਿਹੜੀ ਮੈਂ ਬਣਾਈ ਸੀ ਉਹ 9 ਸਾਲ ਪਹਿਲਾਂ ਚਿਮਨੀ ਰੋਡ, ਉਹ ਅੱਜ ਵੀ ਬੋਲਦੀ ਆ ਕਿ ਉੱਥੇ ਦੀ ਉੱਥੇ ਖੜੀ ਆ। ਕਾਰਨ ਕੀ ਆ? ਉੱਥੇ ਕਿਸੇ ਠੇਕੇਦਾਰ ਦੇ ਕੋਲ ਆਪਣੀ ਕੋਠੀ ਨੂੰ ਗੇਟ ਨਹੀਂ ਲਵਾਏ ਗਏ ਤੇ ਡਾਬਾ ਰੋਡ ਦੇ ਵਿੱਚੋਂ ਆਪਣੀਆਂ ਕੋਠੀਆਂ ਬਣ ਗਈਆਂ। ਹੁਣ ਆਓ ਅਕਾਲੀ ਦਲ ਦੀ ਗੱਲ। 5 ਸਾਲ ਦੀ ਸਰਕਾਰ ਇਹ 1 ਪੁਆਇੰਟ ਪਾਵਰ ਜਨਰੇਸ਼ਨ ਨਹੀਂ ਕੀਤੀ। ਜਿੰਨੇ ਪੁਲ ਬਣੇ, ਜਿੰਨੇ ਨਵੇਂ ਪਾਵਰ ਜਨਰੇਸ਼ਨ ਪਲਾਂਟ ਲਾਏ ਬਿਜਲੀ ਦੇ, ਉਹ ਸ਼੍ਰੋਮਣੀ ਅਕਾਲੀ ਦਲ ਨੇ ਲਾਏ। ਕਾਂਗਰਸ ਸਰਕਾਰ ਦੀ ਪ੍ਰਾਪਤੀ ਕੀ ਆ? ਇੱਕ ਗੱਲ ਜਿਹੜੀ ਆਪਾਂ ਵਿੱਚ ਮਿਸ ਕਰ ਜਾਂਦੇ ਆ, ਇੱਕ ਬੜੀ ਵੱਡੀ ਸਿਤਮ ਜ਼ਰੀਫੀ ਹੋਈ ਆ ਇਸ ਹਲਕੇ ਦੇ ਨਾਲ, ਆਤਮਨਗਰ ਦੇ ਨਾਲ, ਕਿ ਇੱਥੋਂ ਦਾ ਜਿਹੜਾ ਐਮਐਲਏ 10 ਸਾਲ ਤੋਂ ਬਣਿਆ ਹੋਇਆ, ਉਹ ਐਮਐਲਏ ਨੂੰ ਬਹੁਤ ਇੰਟਰਨੈਸ਼ਨਲ ਲੈਵਲ ਦੀਆਂ ਗੱਲਾਂ ਨਜ਼ਰ ਆਉਂਦੀਆਂ। ਉਹ ਕਿਸੇ ਵੇਲੇ ਰਾਜਸਥਾਨ ਤੋਂ ਪਾਣੀ ਲੈ ਕੇ ਆਉਣਾ ਚਾਹੁੰਦਾ, ਪਾਣੀ ਦੀ ਰਾਇਲਟੀ ਲਿਆਉਣੀ ਚਾਹੁੰਦਾ। ਕਿਸੇ ਵੇਲੇ ਉਸ ਤੋਂ ਵੀ ਵੱਡੀ ਗੱਲ ਜਿਹੜੀ ਸਾਡੇ ਵਿਚਾਰੇ ਲੋਕਾਂ ਨੂੰ ਸਮਝੇ ਨਹੀਂ ਆਉਂਦੀ, ਇੱਥੇ ਗਰੀਬੀ ਆ, ਤੰਗਦਸਤੀ ਆ, ਇੱਥੇ ਸਲਮਜ਼ ਨੇ, ਉਹ ਸਲਮਜ਼ ਦਾ ਹੱਲ ਹੀ ਨਹੀਂ ਹੋ ਸਕਿਆ। ਉਹਨੇ ਆਪਣੀ ਡਿਵੈਲਪਮੈਂਟ ਦੇ ਵਿੱਚੋਂ ਆਪਣੇ ਲਈ ਪ੍ਰੋਪਰ ਤਰੀਕੇ ਦੇ ਨਾਲ ਕੋਈ ਇੱਕ 5 ਪੈਸੇ ਵੀ ਆਪਣੇ ਆਪ ਨੂੰ ਪ੍ਰਚਾਰ ਕਰਨ ਤੇ ਬਹੁਤ ਪੈਸਾ ਲਾਇਆ ਉਹਨੇ, ਤੇ ਇੱਕ 5 ਪੈਸੇ ਵੀ ਉਹ ਇਸ ਗੱਲ ਦੇ ਲਈ ਨਹੀਂ ਲਾ ਸਕਿਆ ਕਿ ਇਸ ਇਲਾਕੇ 'ਚ ਕੋਈ ਇੱਕ ਕਾਲਜ, ਇੱਕ ਕੋਈ ਹਸਪੀਟਲ, ਇੱਕ ਕੋਈ ਚੰਗਾ ਸਕੂਲ ਜਾਂ ਕੋਈ ਵੱਡੀ ਇੰਡਸਟਰੀ ਲਿਆਂਦੀ ਜਾ ਸਕੇ। 2 ਨੁਕਸਾਨ ਹੋਏ। 10 ਸਾਲ ਤੋਂ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਦਾ, 10 ਸਾਲ ਤੋਂ ਐਮਐਲਏ ਇੱਕ ਆਜ਼ਾਦ ਚੁਣਿਆ ਹੋਇਆ, ਜਿਹੜਾ ਸਿਰਫ ਤੇ ਸਿਰਫ ਇੱਕ ਆਪਣਾ ਪ੍ਰਚਾਰ ਕਰ ਸਕਦਾ, ਬੋਲ ਸਕਦਾ, ਲੋਕਾਂ ਲਈ ਲੈ ਕੇ ਕੁਝ ਨਹੀਂ ਆਇਆ। ਸਿਤਮ ਜ਼ਰੀਫੀ ਹੋਈ ਆ। ਇਸ ਵਾਰੀ ਅਸੀਂ ਯਤਨ ਕਰਾਂਗੇ, ਸਾਨੂੰ ਇਲਾਕਾ ਸਾਥ ਦੇ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਉਮੀਦਵਾਰ ਆ ਹਰੀਸ਼ ਰਾਜ ਢਾਂਡਾ ਜੀ, ਉਹਨਾਂ ਨੂੰ ਐਮਐਲਏ ਬਣਾ ਕੇ ਲੈ ਕੇ ਆਵਾਂਗੇ। ਵਾਅਦਾ ਕੀਤਾ ਲੋਕਾਂ ਨਾਲ। ਇਹਨਾਂ ਕੋਲੋਂ ਤਾਂ ਧੂਰੀ ਲਾਈਨ ਦੇ ਉੱਤੇ, ਫਾਟਕਾਂ ਦੇ ਉੱਤੇ ਪੁਲ ਨਹੀਂ ਬਣ ਸਕਿਆ, ਇਹਨਾਂ ਕੋਲੋਂ ਐਲੀਵੇਟਰ ਰੋਡ ਨਹੀਂ ਬਣ ਸਕੀ, ਟ੍ਰੈਫਿਕ ਦੀ ਬਹੁਤ ਬੁਰੀ ਸਮੱਸਿਆ। ਇਹ 2 ਕੰਮ ਵੱਡੇ ਅਸੀਂ ਪਹਿਲੇ ਹੀ ਸਾਲ ਦੇ ਵਿੱਚ ਕਰਕੇ ਦੇਵਾਂਗੇ।
ਚਲੋ ਆਮ ਆਦਮੀ ਪਾਰਟੀ ਨੂੰ ਦੇਖ ਰਹੇ ਆ, ਦੋਨੋਂ ਜਣੇ ਤੁਸੀਂ ਗੱਲਾਂ ਸੁਣ ਲਈਆਂ। ਉਹ ਕਹਿੰਦੇ ਅਸੀਂ ਵਿਕਾਸ ਕਰਾਇਆ, ਉਹ ਕਹਿੰਦਾ ਅਸੀਂ ਕਰਾਇਆ। ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੇ ਦੀ ਹੈ, ਕਿਉਂਕਿ ਜਦੋਂ ਪਿਛਲੀਆਂ ਚੋਣਾਂ ਲੜੀਆਂ ਸੀ ਉਦੋਂ ਵੀ ਇੱਥੋਂ ਦੇ ਵਿਧਾਇਕ ਬੈਂਸਪੁਰਾ ਤੁਹਾਡੇ ਨਾਲ ਸੀਗੇ। ਉਦੋਂ ਨਾਲ ਸੀਗੇ ਜੀ। ਇਹਨਾਂ ਦੋਨਾਂ ਨੇ, ਸ਼ੀਲਾ ਜੀ ਨੇ, ਮੇਰੇ ਸੋਖੀ ਭਾਈ ਨੇ ਗੱਲ ਸਹੀ ਕੀਤੀ ਆ, ਪਰ ਅਕਾਲੀ ਦਲ ਤੇ ਕਾਂਗਰਸ ਦੋਨਾਂ ਨੇ ਮੈਚ ਪਾਇਆ ਹੋਇਆ ਜੀ। ਕਦੀ ਇਹ ਜੁੱਤੇ ਆਂਦੇ, ਕਦੀ ਉਹ ਜੁੱਤੇ ਆਂਦੇ। ਹੁਣ ਆਮ ਆਦਮੀ ਪਾਰਟੀ ਸਰਕਾਰ ਆਊਗੀ, ਤੁਹਾਨੂੰ ਕੰਮ ਕਰਕੇ ਦਿਖਾਵਾਂਗੇ। ਇਹਨਾਂ ਨੇ ਵਿਕਾਸ ਦੀ ਗੱਲ ਕੀਤੀ ਆ, ਜਿੱਥੇ ਅਸੀਂ ਖੜੇ ਆ ਇੱਥੇ ਇੱਕ ਮੀਂਹ ਪੈਂਦਾ ਇਹੀ ਰੋਡ ਜਾਮ ਹੋ ਜਾਂਦਾ ਜੀ। ਵਿਕਾਸ ਦੀ ਗੱਲ ਤਾਂ ਆਪਾਂ ਦੇਖੀ ਜਾਵੇ ਤਾਂ ਇਹਨੂੰ ਤਾਂ ਆਪਾਂ ਰੰਗ ਕਰਾਤਾ। ਜੇ ਇਹਨੂੰ ਦੇਖਣਾ ਪਹਿਲਾਂ ਬੰਦਾ ਇੰਨੇ ਪਾਣੀ ਉਹ 'ਚ ਗਾਰੇ ਥੋੜੀ ਆਊਗਾ। ਤੁਸੀਂ ਕਦੀ ਵੀ ਦੇਖੋ ਨਾ, ਮੀਂਹ ਪੈਣ ਵਾਲਾ 1 ਘੰਟੇ ਦਾ ਹਾਲ ਦੇਖ ਲਓ ਜੀ, ਆ ਸਾਰਾ ਹੀ ਜਾਮ ਹੋਣਾ, ਇੱਥੇ ਲੰਘਣ ਦਾ ਰਸਤਾ ਨਹੀਂ ਹੋਣਾ। ਇਸ ਲਈ ਕੁਲਵੰਤ ਸਿੱਧੂ ਜੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਐਮਐਲਏ ਅਸੀਂ ਬਣਾ ਦੇਣਾ ਵਾ ਤੇ ਆਮ ਆਦਮੀ ਪਾਰਟੀ ਸਰਕਾਰ ਆ ਜਾਣੀ ਹੈ ਜੀ। ਕਟਵਾਲ ਸਾਹਿਬ ਨੇ ਕਹਿੰਦੇ ਨੇ ਜਿਹੜੇ ਵਿਕਾਸ ਕਰਾਣੇ ਉਹ ਤੁਹਾਨੂੰ ਲੱਗਦਾ ਨਹੀਂ ਕੀਤੇ ਨੇ? ਤੁਹਾਡੇ ਸਾਹਮਣੇ ਹੀ ਮੈਂ ਕਹੀਏ ਨਹੀਂ, 1 ਘੰਟੇ ਬਾਅਦ ਮੀਂਹ ਪੈਣਾ, ਤੁਹਾਨੂੰ ਵਿਕਾਸਾਂ ਦਾ ਪਤਾ ਲੱਗ ਜਾਣਾ ਜੀ। ਤੁਸੀਂ ਆਪ ਮੀਡੀਆ ਵਾਲੇ ਹੋ, ਤੁਸੀਂ 1 ਘੰਟੇ ਬਾਅਦ ਆ ਕੇ ਦੇਖ ਲਓ ਇੱਥੇ ਮੀਂਹ ਵੱਲ। ਤੁਸੀਂ ਨੰਗੇ ਵੀ ਹੋਗੇ ਕਦੀ ਇੱਥੇ, ਤੁਹਾਨੂੰ ਆਪਣੇ ਪਤਾ ਲੱਗ ਜਾਣਾ ਕਿੰਨਾ ਕੁ ਵਿਕਾਸ ਹੈ ਇੱਥੇ ਜੀ। ਕਹਿੰਦੇ ਭਾਜੀ 1 ਘੰਟੇ ਦੇ ਮੀਂਹ ਨਾਲ ਪਤਾ ਲੱਗ ਜਾਣਾ ਕਿੰਨਾ ਕੁ ਵਿਕਾਸ ਹੋਇਆ। ਦੇਖੋ ਮੀਂਹ ਦੇ ਨਾਲ ਤਾਂ ਸਾਰੇ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਆ, ਕਿਉਂਕਿ ਕੁਝ ਕਲੋਨੀਆਂ ਜਿਹੜੀਆਂ ਸ਼ਿਮਲਾਪੁਰੀ ਦੇ ਰਿਗਾਰਡਿੰਗ ਜਾਂ ਉਧਰ ਅਨਆਥੋਰਾਈਜ਼ਡ ਆ, ਜਿਹੜਾ ਗਿੱਲ ਚੌਂਕ ਉਹ ਸਭ ਤੋਂ ਪੁਰਾਣਾ ਸੀਵਰੇਜ ਜਿਹੜਾ ਸਿਸਟਮ, ਜਿਹੜਾ ਵੱਡਾ ਰੋਡ ਆ, ਲਾਂਘਾ ਬਹੁਤ ਜ਼ਿਆਦਾ ਆ, ਜਿਹਦੇ ਕਰਕੇ ਕਟਵਾਲ ਸਾਹਿਬ ਨੇ ਹੁਣ 3.5 ਕਰੋੜ ਰੁਪਏ ਦੇ ਨਾਲ ਸੀਵਰੇਜ ਦੇ ਨਿਕਾਸ ਲਈ ਜਿਹੜਾ ਉਹਦੇ ਲਈ ਵੀ ਇੱਕ ਪ੍ਰੋਜੈਕਟ ਲੈ ਕੇ ਆ ਰਹੇ ਆ। ਤੇ ਮੈਂ ਇੱਕੋ ਹੀ ਗੱਲ ਇਹ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਨੂੰ ਵੀ, ਇਹਨਾਂ ਨੂੰ ਕੈਂਡੀਡੇਟ ਤਾਂ ਆਮ ਆਦਮੀ ਪਾਰਟੀ ਨੂੰ ਲੱਭਿਆ ਨਹੀਂ, ਉਹ ਵੀ ਸਾਡੀ ਕਾਂਗਰਸ ਤੋਂ ਗਏ ਨੇ ਕੈਂਡੀਡੇਟ ਲਈ। ਇਹ ਹਲਕੇ ਲਈ ਗਲੀਆਂ ਜਾਂ ਹੋਰ ਡਿਵੈਲਪਮੈਂਟ ਲਈ ਕਿਹੋ ਜਿਹੇ ਸਿਸਟਮ ਲੱਭਣਗੇ ਉਹ ਤਾਂ ਮੈਨੂੰ ਸਮਝ ਵੀ ਨਹੀਂ ਆ ਰਿਹਾ। ਤੇ ਬਾਕੀ ਰਹਿ ਗਈ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸਾਹਿਬ ਸਾਡੇ ਹਰੀਸ਼ ਰਾਏ ਟਾਂਡਾ ਜੀ, ਬੜੇ ਰਿਸਪੈਕਟਡ ਐਡਵੋਕੇਟ, ਸਾਡੇ ਸੀਨੀਅਰ ਐਡਵੋਕੇਟ ਨੇ, ਮੈਂ ਵੀ ਐਡਵੋਕੇਟ ਹਾਂ, ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ। ਬਟ ਮੈਂ ਇੱਕ ਗੱਲ ਸੋਖੀ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ ਉਹ ਦੁੱਗਰੀ ਤੋਂ ਲੈ ਕੇ ਸ਼ਿਮਲਾਪੁਰੀ ਦੀਆਂ ਗਲੀਆਂ ਤੱਕ ਜੇ ਉਹ ਇਕੱਲੇ ਡਰਾਈਵ ਕਰਕੇ ਚੱਲ ਜਾਣ, ਜੇ ਪਹੁੰਚ ਵੀ ਜਾਣ ਹਲਕਾ ਜਿੱਤਣ ਦੀ ਜਾਂ ਇੱਥੇ ਦੀ ਵਿਕਾਸ ਲਈ ਜਾਂ ਜਿੱਤਣ ਦਾ ਬਹੁਤ ਦੂਰ ਦਾ ਖਾਬ ਆ, ਉਹ ਸ਼ਿਮਲਾਪੁਰੀ ਦੀਆਂ ਗਲੀਆਂ ਜਾਂ ਜਨਤਾ ਨਗਰ ਦੀਆਂ ਗਲੀਆਂ 'ਚ ਇਕੱਲੇ ਡਰਾਈਵ ਕਰਕੇ ਜੇ ਉਹਨਾਂ ਨੂੰ ਰਾਹ ਵੀ ਪਤਾ ਲੱਗ ਜਾਏ, ਮੈਂ ਤਾਂ ਵੀ ਇਸ ਗੱਲ ਲਈ ਕਹਿਣ ਲਈ ਤਿਆਰ ਹਾਂ, ਕਿਉਂਕਿ ਉਹਨਾਂ ਦੀ ਇੱਥੋਂ ਨਾ ਤਿਆਰੀ ਸੀ, ਨਾ ਉਹਨਾਂ ਦਾ ਇੱਥੇ ਦਾ ਕੋਈ ਸਬਾਬਾ। ਇਹ ਤਾਂ ਹੁਣ ਸਿੰਘਾਂ ਕੋਈ ਟਿਕਟ ਲਈ ਕੋਈ ਕੈਂਡੀਡੇਟ ਨਹੀਂ ਮਿਲਿਆ ਸ਼੍ਰੋਮਣੀ ਅਕਾਲੀ ਦਲ ਤੋਂ, ਜਿਹੜਾ ਟਾਂਡਾ ਸਾਹਿਬ ਨੂੰ ਇੱਥੇ, ਸਾਡੇ ਰਿਸਪੈਕਟਡ ਟਾਂਡਾ ਸਾਹਿਬ ਨੂੰ ਇੱਥੇ ਭੇਜ ਦਿੱਤਾ ਇਹਨਾਂ ਨੇ। ਕਹਿੰਦੇ ਟਾਂਡਾ ਸਾਹਿਬ ਨੂੰ ਤਾਂ ਰਸਤੇ ਵੀ ਨਹੀਂ ਪਤਾ, ਨਾ ਪਤਾ ਨੇ ਕਿੱਥੇ ਕਿੱਥੇ ਵਾਰਡ ਨੇ ਕੀ ਨੇ, ਉਹਨਾਂ ਨੂੰ ਭੇਜਤਾ ਇੱਥੇ ਲੜਨ ਲਈ। ਅਸਲ 'ਚ ਡੀਅਰ ਹੁਣ ਦੋ ਗੱਲਾਂ, ਦੋਨੋਂ ਦਾ ਜਵਾਬ ਲੈ ਲਿਓ, ਇੱਕ ਆਮ ਵਾਲਿਆਂ ਦਾ ਤੇ ਇੱਕ ਕਾਂਗਰਸ ਵਾਲਿਆਂ ਦਾ। ਕਾਂਗਰਸ ਪਾਰਟੀ ਨੂੰ ਨਾ ਅਸਲ ਦੇ ਵਿੱਚ ਜਦ ਤੋਂ ਚੰਨੀ ਆਇਆ ਇੱਕ ਫੋਬੀਆ ਹੋ ਗਿਆ ਕਿ ਮੁੱਖ ਮੰਤਰੀ ਖੰਭੇ ਦੇ ਉੱਤੇ ਚੜ੍ਹ ਕੇ ਬਿਜਲੀ ਦਾ ਕਨੈਕਸ਼ਨ ਕਰਦਾ, ਮੁੱਖ ਮੰਤਰੀ ਮੰਜਾ ਬੁਣਦਾ, ਮੁੱਖ ਮੰਤਰੀ ਟੈਂਟ ਲਾਉਂਦਾ। ਉਹ ਉਸੇ ਚੱਲਦੀ ਲੜੀ ਦੇ ਵਿੱਚ ਆਪਣੇ ਆਪ ਨੂੰ ਸਮਝਦਾ ਕਿ ਜਿਹੜੇ ਇਦਾਂ ਦੇ ਕੰਮ ਆ ਵੀ ਸਾਨੂੰ ਰਸਤੇ ਪਤਾ ਹੋਣ, ਸਾਨੂੰ ਗਲੀਆਂ ਪਤਾ ਹੋਣ, ਸਾਨੂੰ ਇੱਕ ਇੱਕ ਘਰ ਦੇ ਰਸਤੇ ਦੇ ਰਾਹ ਪਤਾ ਹੋਣ, ਸਰਕਾਰ ਚਲਾਉਣੀ, ਐਡਮਿਨਿਸਟ੍ਰੇਸ਼ਨ ਕਰਨੀ ਚੁਣੇ ਹੋਏ ਨੁਮਾਇੰਦੇ ਦਾ ਕੰਮ ਹੁੰਦਾ। ਵਿਧਾਨ ਸਭਾ ਦੇ ਵਿੱਚ ਬੋਲੇ, ਵਿਧਾਨ ਸਭਾ ਦੇ ਵਿੱਚ ਜਾ ਕੇ ਇਲਾਕੇ ਦੀਆਂ ਸਮੱਸਿਆਵਾਂ ਹੱਲ ਕਰੇ, ਨਾ ਕਿ ਕੱਲੀ ਗਲੀ ਦੇਖਦਾ ਫਿਰੇ। ਗਲੀ ਤਾਂ ਅੱਜ ਕੱਲ੍ਹ ਗੂਗਲ ਮੈਪ ਤੇ 7ਵੀਂ ਪੜ੍ਹਦਾ 6ਵੀਂ ਪੜ੍ਹਦਾ ਬੱਚਾ ਦੇਖ ਲੂਗਾ। ਗਲੀਆਂ ਨਹੀਂ ਦੇਖਣੀਆਂ, ਡਿਵੈਲਪਮੈਂਟ ਕਰਕੇ ਦੇਣੀਆਂ, ਕੱਲੇ ਆ ਜਿਹੜੀਆਂ ਕੁੰਡੀਆਂ ਇਹ ਨਹੀਂ ਲਾਉਣੀਆਂ। ਮੈਂ ਇੱਕੋ ਗੱਲ ਨੂੰ ਟੋਕਣਾ ਚਾਹੁੰਦਾ ਸੋਖੀ ਸਾਹਿਬ, ਉਹ ਜਿਹੜੀ ਪੋਲਿਟਿਕਸ ਸੀ ਨਾ ਉਹ ਬਦਲ ਚੁੱਕੀ ਆ। ਅੱਜ ਦਾ ਬੱਚਾ ਸੋਸ਼ਲ ਮੀਡੀਆ ਤੇ ਆ ਜਵਾਬ ਮੰਗਦਾ, ਗਲੀ ਨੰਬਰ ਬਕਾਇਦਾ ਪਾ ਕੇ ਦੱਸਦਾ ਵੀ ਆਹ ਗਲੀ ਨੰਬਰ 'ਚ ਪ੍ਰੋਬਲਮ ਆ। ਤੁਸੀਂ ਕਹਿੰਦੇ ਗਲੀ ਨਾ ਪਤਾ ਹੋਵੇ, ਵਿਧਾਨ ਸਭਾ ਦੀਆਂ ਪੌੜੀਆਂ ਪਤਾ ਹੋਣੀਆਂ ਚਾਹੀਦੀਆਂ। ਮੈਂ ਕਹਿੰਦਾ ਉਹ ਜਿਹੇ ਨੂੰ ਐਮਐਲਏ, ਚਾਹੇ ਮੇਰੀ ਗੱਲ, ਅਸੀਂ ਕਟਵਾਲ ਸਾਹਿਬ ਦੀ ਵੀ ਗੱਲ ਕਰਦੇ ਆ, ਕੱਲੀ ਗਲੀ ਜਿਸ ਐਮਐਲਏ ਜਿਸ ਵੀ ਕੈਂਡੀਡੇਟ ਨੂੰ ਨਹੀਂ ਪਤਾ ਹੋਊਗੀ, ਉਹਨੂੰ ਇੱਥੋਂ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਕੀ ਪਤਾ ਲੱਗੂਗਾ। ਦੱਸੋ, ਬੱਚਾ ਅੱਜ ਦੇ ਕੁਐਸਚਨ ਪੁੱਟ ਕਰਦਾ, ਤੁਸੀਂ ਕਹਿੰਦੇ ਵਿਧਾਨ ਸਭਾ ਦੀਆਂ ਜ਼ਰੂਰੀ ਨਹੀਂ ਵੀ ਹਲਕੇ ਦਾ ਪਤਾ ਹੋਣਾ ਚਾਹੀਦਾ। ਇਹ ਕਿੱਥੋਂ ਦਾ ਕੁਐਸਚਨ ਆ ਜੀ? ਜ਼ਰੂਰੀ ਨਹੀਂ। ਜਿਨ੍ਹਾਂ ਨੂੰ ਗਲੀਆਂ ਪਤਾ ਨੇ ਉਹਨਾਂ ਦੀਆਂ ਗਲੀਆਂ 'ਚ ਨਰਕ ਦਾ ਨਮੂਨਾ ਨੇ, ਉਹਨਾਂ ਦੀਆਂ ਗਲੀਆਂ 'ਚ ਸੀਵਰ ਦੇ ਵਿੱਚ ਮਿਕਸ ਹੋਇਆ ਕੰਟਾਮੀਨੇਟਡ ਪਾਣੀ ਪੀ ਰਹੇ ਨੇ ਲੋਕ। ਗਲੀਆਂ ਪਤਾ ਹੋਣੀਆਂ ਤੇ ਗਲੀਆਂ 'ਚ ਡਿਵੈਲਪਮੈਂਟ ਹੋਣੀ, ਦੋ ਗੱਲਾਂ ਆ। ਮੈਂ ਇੱਕ ਗੱਲ ਆਪਣੇ ਵੀਰ ਆਮ ਆਦਮੀ ਪਾਰਟੀ ਵਾਲੇ ਦੀ ਕਰ ਦੇਵਾਂ। ਇਹਨੇ ਗੱਲ ਕੀਤੀ ਹੈ ਕਿ ਜਦੋਂ ਮੀਂਹ ਪੈ ਗਿਆ ਇੱਥੇ ਆਹ ਹਾਲ ਹੋਣਾ, ਸਾਡੀ ਸਰਕਾਰ ਆਊਗੀ ਅਸੀਂ ਕਰਾਂਗੇ। 17 ਚੋਂ 67 ਸੀਟਾਂ ਦਿੱਲੀ ਵਾਲਿਆਂ ਨੇ ਜਿਤਾਈਆਂ, ਫੁੱਲ ਫਲੈਜ ਸਰਕਾਰ ਬਣਾਈ ਜਿਹ 'ਚ ਵਿਰੋਧ ਹੀ ਕਿਸੇ ਦਾ ਨਹੀਂ। ਲక్ష్ਮੀ ਨਗਰ, ਪਟੇਲ ਨਗਰ, ਕ੍ਰਿਸ਼ਨਾ ਨਗਰ, ਮੈਂ ਉਹ ਮਹੱਲਿਆਂ ਦੇ ਨਾਂ ਲੈ ਰਿਹਾ ਆ ਜਿਹੜੇ ਮੈਂ ਖੁਦ ਜਾ ਕੇ ਦੇਖ ਕੇ ਆਇਆ ਦਿੱਲੀ ਦੇ ਵਿੱਚ। ਉਹ ਗੰਦਗੀ ਹੈ, ਉਹ ਬੁਰਾ ਹਾਲ ਹੈ, ਉੱਥੇ ਬਿਮਾਰੀ ਫੈਲੀ ਆ। ਪਿਛਲੇ ਕਰੋਨਾ 'ਚ ਦਿੱਲੀ 'ਚ ਉਹ ਲੋਕ ਮਰੇ ਆ, ਐਡਾ ਬੁਰਾ ਹਾਲ ਹੋਇਆ। ਕੇਜਰੀਵਾਲ ਸਾਹਿਬ ਉੱਥੇ ਤਾਂ ਆਪਣਾ ਇਹ ਕੁਝ ਕਰ ਨਾ ਸਕੇ। ਇੱਥੇ ਅਸੀਂ ਕਹਿੰਦੇ ਆ ਹਰੇਕ ਘਰ 'ਚ ਅਸੀਂ 1000 ਰੁਪਈਆ ਦੇ ਦੇਣਾ ਇੱਕ ਔਰਤ ਨੂੰ, ਤੇ ਦਿੱਲੀ ਵਾਲੀਆਂ ਔਰਤਾਂ ਭਾਈ ਕਿਹੜੀਆਂ ਪਾਕਿਸਤਾਨ ਤੋਂ ਹੀ, ਉਹਨਾਂ ਨੂੰ ਕਿਉਂ ਨਹੀਂ ਦਿੱਤਾ? ਪਹਿਲਾਂ ਉੱਥੇ ਦੇ ਕੇ ਪ੍ਰੈਕਟੀਕਲ ਕੀਤਾ ਜਾਂਦਾ। ਅਗਲੀ ਗੱਲ,
ਆਮ ਆਦਮੀ ਪਾਰਟੀ ਨੇ ਹੁਣ ਤੱਕ ਡਿਕਲੇਅਰ ਕੀਤੀਆਂ ਨੇ ਸੀਟਾਂ 91 ਦੇ ਵਿੱਚੋਂ 58 ਕੈਂਡੀਡੇਟ ਜਾਂ ਕਾਂਗਰਸ ਦੇ ਆ ਜਾਂ ਅਕਾਲੀ ਦਲ ਦੇ ਆ। ਇਹਨਾਂ ਦੇ ਪਿਛਲੇ 4 ਚੁਣੇ ਹੋਏ ਮੈਂਬਰ ਪਾਰਲੀਮੈਂਟ 3 ਭਗੌੜੇ ਹੋ ਗਏ, ਉਹ ਲੱਭਦੇ ਹੀ ਨਹੀਂ ਕਿੱਥੇ ਗਏ। ਇਹਨਾਂ ਦੇ ਚੁਣੇ ਹੋਏ 20 ਐਮਐਲਏ ਉਹ 16 ਪਤਾ ਹੀ ਨਹੀਂ ਕਿੱਥੇ ਗਏ। ਤੇ ਜਿਹੜੇ ਹੁਣ ਚੁਣ ਕੇ ਲਿਆਂਦੇ ਆ, ਜਿਹੜੇ ਪਾਰਟੀ 'ਚੋਂ ਗਏ ਆ, ਉਹ ਪਹਿਲਾਂ ਹੀ ਆਪੋ ਆਪਣੀ ਪਾਰਟੀ ਦਾ ਪੱਕੀ ਠੱਕੀ ਲਾਈ ਬੈਠੇ ਵੀ ਜੇ ਕਿਤੇ ਰਾਜਨੀਤੀ ਸੈੱਟ ਹੋ ਗਈ, ਆਪਾਂ ਜਿੱਤ ਗਏ, ਸਾਡੀ ਮਿਨਿਸਟਰੀ ਤਿਆਰ ਰੱਖਿਓ, ਜਿਹਦੀ ਸਰਕਾਰ ਬਣੀ ਅਸੀਂ ਉਹਦੇ ਵੱਲ ਆ ਜਾਣਾ। ਤੇ ਆਮ ਆਦਮੀ ਵੱਡਾ ਸਵਾਲ ਹੈ, ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੀ ਆਮ ਲੋਕਾਂ ਦੀ ਪਾਰਟੀ ਹੈ, ਪਰ ਜਿਹੜੇ ਵਿਅਕਤੀ ਤੁਸੀਂ ਵਿੱਚ ਲੈ ਰਹੇ ਹੋ ਆਮ ਨਹੀਂ ਹੈਗੇ, ਸਾਰੇ ਖਾਸ ਨੇ। ਸਿੱਧੂ ਸਾਹਿਬ ਵੀ ਕਾਂਗਰਸ ਤੋਂ ਤੁਸੀਂ ਲੈ ਕੇ ਗਏ ਹੋ, ਉਹ ਵੀ ਖਾਸ ਆਦਮੀ ਨੇ, ਕਿ ਆਪਣਾ ਕੈਂਡੀਡੇਟ ਨਹੀਂ ਲੱਭਿਆ। ਨਹੀਂ ਸਿੱਧੂ ਸਾਹਿਬ ਚਲੋ ਕਾਂਗਰਸ ਤੋਂ ਲੈ ਕੇ ਗਏ ਆ, ਕੋਈ ਗੱਲ ਨਹੀਂ। ਜਦੋਂ ਆਪਣੇ ਕੈਪਟਨ ਸਾਹਿਬ ਨੇ ਸਹੁੰ ਖਾਧੀ ਮਹਾਰਾਜ ਦੀ, ਇਹਨਾਂ ਨੇ ਉਦੋਂ ਉਹਨਾਂ ਨਾਲ ਸੀਗੇ। ਇਹਨਾਂ ਨੇ ਜਦੋਂ ਸਹੁੰ ਖਾ ਕੇ ਦੇਖ ਲਓ ਨਾ ਇਸ ਟਾਈਮ ਹਾਲ ਕੀ ਹੋਇਆ ਵਾ, ਉਹਨਾਂ ਦੇ ਨਾਲ ਇਸ ਟਾਈਮ ਕੌਂਸਲਰ ਤੱਕ ਨਹੀਂ ਉਹਨਾਂ ਦੇ ਬੈਠ ਰਹੇ ਉਹਨਾਂ ਦੇ। ਤੇ ਤਾਂ ਕਰਕੇ ਸਿੱਧੂ ਸਾਹਿਬ ਨੂੰ ਦੇਖਿਆ ਵੀ ਇਹ ਪਾਰਟੀ ਕੰਮ ਕਰਨ, ਨਸ਼ਾ ਇਹਨਾਂ ਤੋਂ ਨਹੀਂ ਰੁਕਿਆ। ਸਿੱਧੂ ਸਾਹਿਬ ਨੇ ਪਾਰਟੀ ਚੇਂਜ ਇਸ ਕਰਕੇ ਕੀਤੀ, ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਉਹਨਾਂ ਨੇ। ਤਦੀ ਜੀ ਤੁਹਾਡੇ ਕੋਲ ਕੋਈ ਵਾਸ਼ਿੰਗ ਮਸ਼ੀਨ ਹੈਗੀ ਹੈ ਇਹ ਜੀ ਜਿਹੜੀ ਇਹ 'ਚ ਉਹ ਦੂਜੀ ਪਾਰਟੀ ਉਹ ਤੁਹਾਡੀ ਪਾਰਟੀ 'ਚ ਆ ਕੇ ਬੰਦਾ ਸਾਫ਼ ਹੋ ਜਾਂਦਾ, ਕਿਉਂਕਿ ਤੁਸੀਂ ਪਹਿਲਾਂ ਸਾਰਿਆਂ ਤੇ ਇਲਜ਼ਾਮ ਲਾਉਂਦੇ ਰਹੇ ਹੋ। ਨਹੀਂ ਬਿਲਕੁਲ ਆ ਜੀ, ਆਮ ਆਦਮੀ ਕੇਜਰੀਵਾਲ ਤੁਸੀਂ ਇਹਨਾਂ ਦੀ ਛਵੀ ਦੇਖ ਲਓ। ਇਹਨਾਂ ਨੇ ਇਹ ਕਹੀ ਪਾਕਿਸਤਾਨ ਤੋਂ ਔਰਤਾਂ ਨਹੀਂ ਇਹ ਦਿੱਲੀ ਦੀਆਂ, ਦਿੱਲੀ ਦੀ ਹਰੇਕ ਔਰਤ ਨੂੰ ਬੱਸਾਂ ਫ੍ਰੀ ਆ। ਜੋ ਕੇਜਰੀਵਾਲ ਇੱਥੇ ਐਲਾਨ ਕਰਕੇ ਜਾਂਦੇ ਆ ਉਹੀ ਲੈਣੇ ਸ਼ੁਰੂ ਕਰਦੇ ਨੇ। ਉਹਨਾਂ ਨੇ ਬਿਜਲੀ ਦੀ ਗੱਲ ਸ਼ੁਰੂ ਕੀਤੀ, ਇਹਨਾਂ ਨੇ ਬਿਜਲੀ ਸ਼ੁਰੂ ਕਰਤੀ, ਉਹੀ ਅਕਾਲੀ ਦਲ ਨੇ ਫੜ ਲਈ, ਉਹੀ ਕਾਂਗਰਸ ਨੇ ਫੜ ਲਈ। ਇਹਨਾਂ ਨੇ ਹੁਣ ਆਟੋ ਦੇ ਮੀਟਿੰਗ ਕਰਨ ਆਏ ਸੀ ਚੰਨੀ ਸਾਹਿਬ, ਇਹਨਾਂ ਨੇ ਆਟੋ ਦੀ ਮੀਟਿੰਗ ਸ਼ੁਰੂ ਕਰਤੀ। ਜਿਹੜੀ ਮੀਟਿੰਗ ਅਸੀਂ ਕਰਦੇ ਉਹੀ ਮੀਟਿੰਗਾਂ ਸ਼ੁਰੂ ਕਰ ਦਿੰਦੇ ਆ। ਮੈਨੂੰ ਇਹ ਨਹੀਂ ਲੱਗਦਾ ਕੇਜਰੀਵਾਲ ਕੱਲ੍ਹ ਨੂੰ ਕੋਈ ਐਲਾਨ, ਮੈਂ ਪਹਿਲਾਂ ਕਹਿੰਦਾ ਹੁਣ ਉਹਨਾਂ ਅਧਿਆਪਕਾਂ ਨੂੰ ਮਿਲਣ ਜਾਣਾ, ਇਹ ਕਿਤੇ ਅਧਿਆਪਕਾਂ ਨੂੰ ਮਿਲਣ ਤੁਰ ਪੈਂਦੇ ਨੇ। ਜੋ ਕੇਜਰੀਵਾਲ ਕਰਦੇ ਉਹੀ ਤੁਹਾਡੇ ਸਾਹਮਣੇ ਦੋਨੇ ਪਾਰਟੀਆਂ ਕਰਦੀਆਂ ਪਈਆਂ ਜੀ। ਲੋਕ ਇਨਸਾਫ ਪਾਰਟੀ ਦੇ ਵੀ ਆ ਗਏ ਸਾਡੇ ਨਾਲ, ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਸੀਗੇ। ਇਹ ਤਿੰਨੋਂ ਜਿਹੜੇ ਲੀਡਰ ਨੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਮਹਿਰਾ, ਤਿੰਨੋਂ ਵਾਰ ਕਰ ਰਹੇ ਨੇ ਕਿ 10 ਸਾਲਾਂ ਤੋਂ ਰਹੇ ਨੇ, ਵਿਕਾਸ ਕੋਈ ਨਹੀਂ ਹੋਇਆ ਆਤਮਨਗਰ ਦਾ। 10 ਸਾਲਾਂ ਤੋਂ ਵਿਕਾਸ ਨਹੀਂ ਹੋਇਆ। ਪਾਰਕ 'ਚ ਤੁਸੀਂ ਖੜੇ ਹੋ, ਪਾਰਕ ਦਾ ਸਾਰਾ ਵਿਕਾਸ ਹੀ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਕੀਤਾ। ਜੇ ਕੋਈ ਆ ਕੇ ਉਦਘਾਟਨ ਕਰ ਦਿੰਦਾ, ਮੈਂ ਤੁਹਾਨੂੰ ਦੱਸ ਰਿਹਾ, ਸਟੇਟ ਫੰਡ ਕਿਹਦੇ ਕੋਟੇ ਦਾ ਹੁੰਦਾ? ਸਟੇਟ ਕੋਟਾ ਵੀ ਦੱਸ ਦਿਓ, ਸਟੇਟ ਫੰਡ ਕਿਹਦੇ ਕੋਟੇ ਦਾ ਹੁੰਦਾ? ਇਹ ਸਾਰਾ ਸਟੇਟ ਫੰਡ 'ਚੋਂ ਪੈਸਾ ਲੱਗਿਆ ਹੋਇਆ। ਆ ਜਿਮ ਥੋੜੇ ਦਿਨ ਪਹਿਲਾਂ ਉਦਘਾਟਨ ਅਸੀਂ ਕਰਕੇ ਗਏ ਆ, ਉਦੋਂ ਬਾਅਦ ਆ ਕੇ ਤੁਸੀਂ 3 ਦਿਨ ਬਾਅਦ ਉੱਥੇ ਨਵਾਂ ਜਿਮ ਥੋਪਤਾ। ਜਿਮ ਲੱਗਿਆ ਹੋਇਆ, ਨਵਾਂ ਜਿਮ ਲਾਉਣ ਦਾ ਕੀ ਫਾਇਦਾ? ਦੂਜੀ ਗੱਲ ਆ, ਕੇਜਰੀਵਾਲ ਸਾਹਿਬ ਜਿਹੜੇ ਐਲੀਗੇਸ਼ਨ ਲਾ ਰਹੇ ਆ, ਇਹਨਾਂ ਨੂੰ ਪੁੱਛੋ ਵੀ ਇਹਨਾਂ ਕੋਲ ਕਿਹੜੀ ਐਕਸਰੇ ਮਸ਼ੀਨ ਆ? ਵੀ ਜਦੋਂ ਤਾਂ ਬੰਦਾ ਕਾਂਗਰਸ ਤੇ ਅਕਾਲੀ ਦਲ 'ਚ ਹੁੰਦਾ ਪੂਰਾ ਚੋਰ ਹੁੰਦਾ, ਇਹਨਾਂ ਕੋਲ ਆ ਕੇ ਐਨ ਸਾਫ ਸੁਥਰਾ ਨਿਕਲ ਆਉਂਦਾ। ਬਾਈ ਜੀ ਕਹਿੰਦੇ ਤੁਸੀਂ, ਹਾਂ ਚਲੋ ਆਮ ਲੋਕ ਵੀ ਨੇ, ਇਹਨਾਂ ਦਾ ਵੀ ਸਵਾਲ ਲੈ ਲਈਏ। ਹਾਂਜੀ 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 ਦੱਸੋ ਵੀ ਜਿਹਨਾਂ ਦਾ ਹੱਕ ਆ, ਸਵਾਲ ਕਿਹਨੂੰ ਹੈ? ਸਵਾਲ ਜੂ ਇਹਨਾਂ ਨੂੰ ਮੇਰਾ ਸਵਾਲ ਆ, ਜਿਹਨਾਂ ਦਾ ਹੱਕ ਆ, ਪੈਸਾ ਬਣਦਾ ਜਾਂ ਜਾਇਦਾਦ ਬਣਦੀ ਆ, ਉਹਨੂੰ ਕਿਉਂ ਨਹੀਂ ਦਿੰਦੇ? ਉਹਦਾ ਮਤਲਬ ਕੀ ਆ? ਚਾਹੇ ਗਵਰਨਮੈਂਟ ਆ, ਚਾਹੇ ਇੱਥੇ ਪਾਰਲੀਮੈਂਟ ਆ, ਹਾਂਜੀ, ਚਾਹੇ ਸਾਰੇ ਪਾਰਟੀਆਂ ਦੇ ਨੁਮਾਇੰਦੇ ਖੜੇ ਨੇ, ਤੁਹਾਨੂੰ ਲੱਗਦਾ ਕਿ ਵਿਕਾਸ ਹੋਇਆ ਪੰਜਾਬ ਦੇ ਵਿੱਚ? ਚੋਣਾਂ ਆ ਰਹੀਆਂ, ਇਹੀ ਮੈਂ ਇਹੀ ਕਹਿ ਰਿਹਾ। ਵੇਖੋ ਅਸੀਂ ਆਪਣੀ ਜਾਇਦਾਦ ਦਾ ਹੱਕ ਰੱਖਦੇ ਆ, ਉਹ ਸਾਨੂੰ ਅਧਿਕਾਰ ਆ। ਜਿਹੜੀ ਮਰਜ਼ੀ ਗਵਰਨਮੈਂਟ ਆ ਜਾਵੇ, ਉਹ ਸਾਨੂੰ ਕਿਉਂ ਨਹੀਂ ਮਿਲ ਰਹੀ? ਸਾਨੂੰ ਅਧਿਕਾਰ ਆ, ਉਹਦਾ ਹੱਕ ਸਾਨੂੰ ਮਿਲਣਾ ਚਾਹੀਦਾ। ਉਹ ਲੋਕ ਖਾ ਰਹੇ ਆ, ਉਹ ਕਿਹਦੀਆਂ ਵੋਟਾਂ ਕਿੱਧਰ ਨੂੰ ਜਾਊਗਾ? ਬੰਦਾ ਕੌਣ ਮਰੂਗਾ ਹੀ? ਜੇ ਉਹਨੂੰ ਨਾ ਤੁਸੀਂ ਦਿਓਗੇ ਕੁਛ, ਉਹ ਮਰੂਗਾ ਹੀ, ਖਤਮ ਹੋਊਗਾ। ਲਈ ਤੁਹਾਡੀ ਸਰਕਾਰ ਸੀ, ਕਹਿੰਦੇ ਜਾਇਦਾਦ ਦਾ ਹੱਕ ਮਿਲਣਾ ਚਾਹੀਦਾ। ਆਪਣਾ ਬਹੁਤ ਲਹਿਰ ਵੀ ਚਲਾਈ, ਮੇਰਾ ਘਰ ਮੇਰੀ ਪਹਿਚਾਨ, ਲਾਲ ਲਕੀਰ ਵੀ ਕਹਿੰਦੇ ਪਹਿਚਾਨ ਮਿਲਣੀ ਚਾਹੀਦੀ। ਮੈਂ ਦੱਸਦਾ, ਦੇਖੋ ਜਿਹੜੇ ਲਾਲ ਲਕੀਰ ਦੇ ਅੰਦਰ ਵਾਲੇ ਸਰਵੇ ਚੱਲ ਰਹੇ ਸੀ, ਡਰੋਨ ਸਰਵੇ ਚੱਲਿਆ, ਉਹਦੇ ਵਿੱਚ ਆਲਰੇਡੀ ਮੰਤਰੀ ਸਾਹਿਬ ਵੈਸਟ ਆਸ਼ੂ ਜੀ ਦੇ ਹਲਕੇ 'ਚ ਸਨੇਤ ਪਿੰਡ ਤੇ ਵੱਡੀ ਜਵੱਦੀ ਪਿੰਡ ਦੇ ਵਿੱਚ ਉਹਨਾਂ ਨੂੰ ਜਿਹੜੇ ਉਹਨਾਂ ਦੀ ਜਾਇਦਾਦ ਦੇ ਅਧਿਕਾਰ ਦੇ ਦਿੱਤੇ ਗਏ ਆ। ਜਿਹੜਾ ਮੇਰਾ ਘਰ ਮੇਰਾ ਉਹ ਆ, ਉਹ ਪੰਚਾਇਤੀ ਜਿਹੜੇ ਅਫਸਰ ਸੀਗੇ ਉਹਨਾਂ ਨੇ ਨਿਸ਼ਾਨਦੇਹੀਆਂ ਪ੍ਰੋਪਰ ਚੱਲਦੀਆਂ ਪਈਆਂ। ਜਿਹੜੀਆਂ ਸਰਕਾਰੀ ਜਾਂ ਪੰਚਾਇਤਾਂ ਦੇ ਕੋਲ ਜਿਹੜੀਆਂ ਆਲਰੇਡੀ ਜ਼ਮੀਨਾਂ ਹੈਗੀਆਂ, ਉਹਦੇ ਵਿੱਚੋਂ ਇਹਦਾ ਜਿਹੜਾ ਪ੍ਰੋਸੈਸ ਆ ਉਹ ਚੱਲਦਾ। ਇਨਸਾਫ ਪਾਰਟੀ ਵਾਲਿਆਂ ਜਵਾਬ ਦੇ ਦਿਓ, ਤੁਸੀਂ ਜਿਹੜੇ ਪਾਰਕ ਦੀ ਤੁਸੀਂ ਕਹਿੰਦੇ ਹੋ, ਕਹਿੰਦੇ ਸਟੇਟ ਫੰਡ 'ਚੋਂ ਆਇਆ, ਅਸੀਂ ਕਰਾਇਆ। ਮੈਂ ਦੱਸਦਾ, ਇਹ ਪਹਿਲਾਂ ਪਾਰਕ ਦੀ ਦੱਸਣ ਲੱਗਿਆ। ਆ ਜਿਹੜਾ ਹੁਣ ਆ ਬਣਿਆ ਆ, ਇਹਦਾ ਜਿਹੜੀ ਖੂਬਸੂਰਤੀ ਜਾਂ ਡਿਵੈਲਪਮੈਂਟ ਦੇ ਰਿਗਾਰਡਿੰਗ ਜੋ ਪਾਰਕ ਦੇ ਵਿੱਚ ਹੋਇਆ ਆ, ਇਹ 30 ਤੋਂ 35 ਲੱਖ ਰੁਪਈਆ ਸਾਡੀ ਕਾਂਗਰਸ ਪਾਰਟੀ ਵੱਲੋਂ, ਮੈਂ ਤੈਨੂੰ ਔਨ ਰਿਕਾਰਡ ਇਹ ਮੈਂ ਤੈਨੂੰ ਅਵੇਲੇਬਲ ਕਰਾ ਦੂੰਗਾ, 35 ਲੱਖ ਰੁਪਈਆ ਇੱਥੇ ਆ ਪਾਰਕ ਦੇ ਵਿੱਚ ਸਾਡੇ ਵੱਲੋਂ ਲਵਾਇਆ ਗਿਆ। ਬਸ ਮੈਂ ਇੱਕੋ ਹੀ ਗੱਲ ਪੁੱਛਣ ਲੱਗਿਆ, ਇਹ ਕਹਿੰਦੇ ਜੀ ਸਟੇਟ ਫੰਡ। ਮੈਂ ਇਹਨਾਂ ਨੂੰ ਇਹ ਪੁੱਛਣ ਲੱਗਾ ਵੀ ਐਮਐਲਏ ਦਾ ਕਿਹੜਾ ਕੋਟਾ ਹੁੰਦਾ? ਦੂਜੀ ਗੱਲ, ਕਿਹੜਾ ਸਟੇਟ ਫੰਡ? 10 ਸਾਲ ਦੇ ਵਿੱਚ ਬੈਂਸ ਸਾਹਿਬ ਕਿਹੜੇ ਸਟੇਟ ਫੰਡ 'ਚੋਂ ਕੋਈ ਹਸਪੀਟਲ ਲੈ ਕੇ ਆਏ ਆ, ਕੋਈ ਸਕੂਲ ਲੈ ਕੇ ਆਏ ਆ, ਕੋਈ ਵੱਡਾ ਪ੍ਰੋਜੈਕਟ ਲੈ ਕੇ ਆਏ? ਮੈਨੂੰ ਦੱਸਣ। ਇਹ ਇੱਕ ਮਿੰਟ ਮੇਰੀ ਪੂਰੀ ਗੱਲ ਸੁਣਿਓ, ਇਹ ਕਿਹੜਾ? ਦੂਜੀ ਗੱਲ, ਰਿਗਾਰਡਿੰਗ ਕਿਹੜੇ ਕਰੋਨਾ ਦੇ ਵਿੱਚ ਬੈਂਸ ਸਾਹਿਬ ਬਾਹਰ ਦਿਖੇ ਆ? ਦੂਜੀ ਗੱਲ,
ਅੱਜ ਤੱਕ ਜਿੰਨੇ ਸਾਡੇ ਕੌਂਸਲਰ ਸਾਹਿਬਾਨ 8 ਕੌਂਸਲਰ ਆ ਸਾਡੇ ਹਲਕਾ ਆਤਮਨਗਰ ਦੇ, 8 ਤੋਂ ਬਾਅਦ ਜਿਹੜੇ 12 ਟੋਟਲ ਸਾਡੇ ਵਾਰਡ ਨੇ ਆਪਣੇ ਹਲਕਾ ਆਤਮਨਗਰ ਦੇ, 8 ਦੇ ਵਿੱਚ ਸਿਰਫ ਇੱਕੋ ਹੀ ਕੰਮ ਇਹਨਾਂ ਨੂੰ ਆਇਆ ਕਿ ਚੋਰੀ ਛਿਪੇ ਜੇ ਕਿਸੇ ਕੌਂਸਲਰ ਸਾਹਿਬਾਨ ਦਾ ਕੰਮ ਪਾਸ ਆ ਉਹਦਾ ਉਦਘਾਟਨ ਚੋਰੀ ਕਰਨ ਦਾ ਆਇਆ ਹੋਇਆ। ਦੂਜੀ ਗੱਲ, ਇਹ ਅੱਜ ਨੇੜੇ ਆ ਕੇ ਜਦੋਂ ਇਲੈਕਸ਼ਨਾਂ ਨੇੜੇ ਹੁੰਦੀਆਂ ਉਦੋਂ ਬੈਂਸ ਸਾਹਿਬ ਨੂੰ ਹੋ ਜਾਂਦਾ ਵੀ ਮੈਂ ਉਹ ਪਾਰਟੀ ਸ਼ਾਮਲ ਹੋ ਜਾ। ਪਹਿਲਾਂ ਆਮ ਆਦਮੀ ਚਲੇ ਗਏ, ਫਿਰ ਕਾਂਗਰਸ ਦੀ ਅੱਜ ਜਦੋਂ ਹੁਣ ਬਣੇ ਆ ਐਮਐਲਏ ਬਣੇ ਆ, ਹੁਣ ਕਾਂਗਰਸ ਦੀ ਗੱਲ ਚੱਲ ਰਹੀ ਸੀ ਉਹਦਾ ਜਵਾਬ ਦੇਣ ਲੱਗਿਆ। ਕੀ ਬੈਂਸ ਸਾਹਿਬ ਜਨਤਾ ਦੇ ਹੱਕ 'ਚ ਬਿਲਕੁਲ ਨਹੀਂ ਕਿ ਜਦੋਂ ਮੈਂ ਕਹਿੰਦੇ ਮੈਂ ਆਜ਼ਾਦ ਐਮਐਲਏ ਆ ਮੇਰੇ ਕੰਮ ਨਹੀਂ ਹੁੰਦੇ ਜਾਂ ਮੇਰੀ ਸੁਣਵਾਈ ਨਹੀਂ ਹੁੰਦੀ, ਇਹ ਇਲੈਕਸ਼ਨਾਂ ਦੇ ਨੇੜੇ ਆ ਕੇ ਕਹਿਣ ਲੱਗ ਜਾਂਦੇ ਆ ਕਿ ਮੈਂ ਉਹ ਪਾਰਟੀ ਨਾਲ ਜੁਆਇੰਟ ਐਡਵੈਂਚਰ ਕਰ ਲਾਂ ਕਿ ਮੈਂ ਇਹ ਐਮਐਲਏ ਬਣ ਜਾ। ਆ ਪਹਿਲਾਂ ਆਮ ਆਦਮੀ ਨਾਲ ਰਲ ਕੇ ਐਮਐਲਏ ਬਣ ਗਏ ਤੇ ਜਨਤਾ ਦੇ ਲਈ ਕਿਉਂ ਨਹੀਂ ਜੁਆਇੰਟ ਐਡਵੈਂਚਰ ਕਰਦੇ? ਜਦੋਂ ਐਮਐਲਏ ਇਹਨਾਂ ਨੂੰ ਲੋਕਾਂ ਨੇ ਆਜ਼ਾਦ ਜਿਤਾਇਆ ਉਦੋਂ ਕਾਂਗਰਸ ਇਹਨਾਂ ਨੂੰ ਯਾਦ ਨਹੀਂ ਹੈ ਵੀ ਮੈਂ ਰਲ ਕੇ ਡਿਵੈਲਪਮੈਂਟ ਲਈ ਲੋਕਾਂ ਦੇ ਲਈ ਮੈਂ ਕਾਂਗਰਸ ਨਾਲ ਰਲ ਕੇ ਡਿਵੈਲਪਮੈਂਟ ਦੇ ਕੰਮ ਕਰਾ ਲਾਂ। ਅੱਜ ਕਿਉਂ ਯਾਦ ਆਈ ਜਦੋਂ ਇਲੈਕਸ਼ਨ ਆ ਗਿਆ ਕਿ ਮੈਂ ਕਾਂਗਰਸ ਨਾਲ ਰਲ ਜਾ, ਬੀਜੇਪੀ ਨਾਲ ਰਲ ਜਾ ਜਾਂ ਆਮ ਆਦਮੀ ਨਾਲ ਰਲ ਜਾ? ਅੱਜ ਕਿਉਂ? ਕਿਉਂਕਿ ਉਹ ਆਪਣੇ ਲਈ ਸੋਚਦੇ, ਕਿਸੇ ਲਈ ਨਹੀਂ ਸੋਚਦੇ। ਕਹਿੰਦੇ ਆਪਣੇ ਲਈ ਸੋਚਦੇ ਨੇ। ਨਾਲ ਉਹਨਾਂ ਇਹ ਵੀ ਕਹਿਤਾ 10 ਸਾਲਾਂ ਦੇ ਵਿੱਚ ਪ੍ਰੋਜੈਕਟ ਆਤਮਨਗਰ 'ਚ ਕੀ ਲੈ ਕੇ ਮੈਂ ਕੌਂਸਲਰ ਸਾਹਿਬ ਨੂੰ ਪੁੱਛਣਾ ਚਾਹੁੰਦਾ, ਅਸੀਂ ਕਿੱਦਣ ਕਿਹਾ ਵੀ ਅਸੀਂ ਕਾਂਗਰਸ ਨਾਲ ਸਮਝੌਤਾ ਕਰਨਾ? ਅਸੀਂ ਕਿਹਾ ਸਾਰੇ ਪਾਰਟੀਆਂ ਲਈ ਸਾਡੇ ਲਈ ਦਰਵਾਜ਼ੇ ਖੁੱਲੇ ਆ। ਅਸੀਂ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰਾਂਗੇ ਜਿਹੜੀ ਪੰਜਾਬ ਪੱਖੀ ਹੋਈ। ਅਸੀਂ ਇਹ ਤਾਂ ਨਹੀਂ ਕਿਹਾ ਅਸੀਂ ਕਾਂਗਰਸ ਨਾਲ ਸਮਝੌਤਾ ਕਰਨਾ। ਜੇ ਕਾਂਗਰਸ ਸਾਨੂੰ ਅਪਰੋਚ ਕਰਦੀ ਆ ਆਪਦੀ ਹਾਈ ਕਮਾਂਡ ਨੂੰ ਰੋਕਣ ਵੀ ਤੁਸੀਂ ਬੈਂਸ ਭਰਾਵਾਂ ਨੂੰ ਕਿਉਂ ਅਪਰੋਚ ਕਰਦੇ ਹੋ, ਸਾਨੂੰ ਸਲਾਹ ਦਿੰਦੇ ਹੋ, ਤੁਸੀਂ ਆਪਦੀ ਹਾਈ ਕਮਾਂਡ ਨੂੰ ਕਹੋ, ਸਾਨੂੰ ਕਹਿਣ। ਦੂਜੀ ਗੱਲ ਇਹ ਕਹਿੰਦੇ ਸਟੇਟਮੈਂਟ ਪਹਿਲਾਂ ਮੇਰਾ ਲੈ ਲਓ, ਪਹਿਲਾਂ ਨਾ ਜਿਹੜੀ ਗੱਲ ਕਹੀ ਉਹਦਾ ਜਵਾਬ ਲੈ ਲਓ। ਇਹ ਕਹਿੰਦੇ ਸਟੇਟ ਫੰਡ ਕੀ ਹੁੰਦਾ? ਬਿੱਟੂ ਜੀ ਨੇ ਐਡੇ ਐਡੇ ਪੋਸਟਰ ਲਾਤੇ ਜਗਰਾਉਂ ਪੁਲਿਸ ਸੀ, ਫਿਰ ਸਰਕਾਰ ਤਾਂ ਮੋਦੀ ਦੀ ਆ। ਇਹਨਾਂ ਨੂੰ ਇੱਕ ਗੱਲ ਦੱਸਣ ਲੱਗੀ ਫੰਡ ਕਿਹੜਾ ਹੋਇਆ? ਫਿਰ ਤੁਸੀਂ ਨਾ ਤੈਨੂੰ ਨੌਲੇਜ ਨਹੀਂ ਹੈਗੀ, ਤੈਨੂੰ ਨੌਲੇਜ ਨਹੀਂ ਹੈਗੀ। ਮੈਨੂੰ ਸਾਰੀ knowledge ਆ। ਐਮਪੀ ਸਾਹਿਬ ਦਾ ਫੰਡ ਹੁੰਦਾ, ਐਮਐਲਏ ਦਾ ਕੋਈ ਫੰਡ ਨਹੀਂ ਹੁੰਦਾ। ਇਹ ਚੈੱਕ ਕਰਾ ਲਿਓ ਜੇ ਤੁਹਾਨੂੰ ਨੌਲੇਜ ਨਹੀਂ। ਤੁਸੀਂ ਤੈਨੂੰ ਭੇਜਤਾ। ਸੁਣੋ ਮੇਰੀ ਦੇਖੋ, ਸੋਨੀਆ ਗਾਂਧੀ ਨੇ ਦਿੱਤਾ। ਇਹ ਕਹਿ ਰਹੇ ਆ ਜੀ ਸਾਨੂੰ ਅਪਰੋਚ ਕਰ ਰਹੀ ਆ ਕਾਂਗਰਸ, ਸਾਨੂੰ ਅਪਰੋਚ ਕਰ ਰਹੀ ਬੀਜੇਪੀ, ਸਾਨੂੰ ਅਪਰੋਚ ਕਰ ਰਹੀ ਆਮ ਆਦਮੀ। ਮੇਰਾ ਸਵਾਲ ਇਹਨਾਂ ਨੂੰ ਇਹ ਸੀ ਕਿ ਜਦੋਂ ਬੈਂਸ ਸਾਹਿਬ ਪਿਛਲੀ ਵਾਰ ਆਮ ਆਦਮੀ ਨਾਲ ਰਲ ਕੇ ਜੁਆਇੰਟ ਐਡਵੈਂਚਰ ਕਰਕੇ ਜਿੱਤ ਗਏ, ਉਸ ਤੋਂ ਬਾਅਦ ਪਬਲਿਕ ਨੂੰ ਜੋ ਹਾਹਾਕਾਰ ਮਚਦੀ ਆਤਮਨਗਰ 'ਚ ਡਿਵੈਲਪਮੈਂਟ ਦੇ ਪੱਖੋਂ ਸਭ ਤੋਂ ਪਿੱਛੇ ਜਾ ਰਿਹਾ ਆਤਮਨਗਰ, ਉਦੋਂ ਕਿਉਂ ਨਹੀਂ ਇਹਨਾਂ ਨੂੰ ਜੁਆਇੰਟ ਐਡਵੈਂਚਰ ਦੇ ਪਬਲਿਕ ਲਈ ਅਸੀਂ ਰਲ ਕੇ ਸਰਕਾਰ ਦੇ ਵਿੱਚ ਬੈਠ ਕੇ ਪਬਲਿਕ ਲਈ ਕੁਝ ਕਰਕੇ ਦਿਖਾਈਏ, ਆਤਮਨਗਰ ਲਈ ਕਰਕੇ ਦਿਖਾਈਏ। ਇਹ ਤਾਂ ਪੰਜਾਬ ਦੇ ਵਿੱਚ ਭੱਜੇ ਬਿਨਾਂ ਦੋ ਐਮਐਲਏ ਦੀ ਪਾਰਟੀ ਹੈ, ਇਹ ਤਾਂ ਐ ਕਰਦੀ ਹੈ ਵੀ ਜਿਵੇਂ ਇਹਨਾਂ ਦੇ ਐਮਐਲਏ 25 ਦੀ ਹੁੰਦੇ ਆ। 2 ਐਮਐਲਏ ਦੀਆਂ ਪਾਰਟੀਆਂ ਨੇ ਇਹਨਾਂ ਨੂੰ ਓਪੋਜੀਸ਼ਨ ਦਿਖਾਤੀ ਵੀ ਓਪੋਜੀਸ਼ਨ ਕਹਿੰਦੇ ਕਿਹਨੂੰ ਨੇ? ਇਹ ਕੀ ਗੱਲ ਕਰਨਗੇ? 36 ਕਰੋੜ ਰੁਪਏ ਪ੍ਰੋਜੈਕਟ ਲੱਗੇ ਨੇ, 36 ਕਰੋੜ ਰੁਪਏ ਗਲੀਆਂ ਸੜਕਾਂ ਸਟਰੀਟ ਲਾਈਟਾਂ ਦੇ, ਪੌਣੇ 2 ਕਰੋੜ ਦੀਆਂ ਸਟਰੀਟ ਲਾਈਟਾਂ ਪਾਸ ਹੋਈਆਂ ਜਵੱਦੀ ਤੇ ਸੂਆ ਰੋਡ ਤੇ ਲੱਗੀਆਂ ਹੋਈਆਂ ਨੇ। ਗੱਲ ਸੁਣੀ ਦੀ ਵੀ ਹੁੰਦੀ ਆ। ਹੁਣ ਤੁਸੀਂ ਸੰਧੀ ਲੋਕ ਤਾਂ ਕਹਿੰਦੇ ਹੀ ਆ, ਤਾਂ ਸਾਹਮਣੇ ਹੀ ਸ਼ੋਅ ਕਰੀ ਜਾਂਦੇ ਨੇ। ਗੱਲ ਉਧਰ ਸ਼ੀਲਾ ਜੀ ਕਹਿੰਦੇ ਨੇ, ਜਵਾਬ ਸੋਖੀ ਸਾਹਿਬ ਦਿੰਦੇ ਨੇ ਵੀ ਨਹੀਂ ਇਹ ਤਾਂ ਗਲਤ ਆ। ਗਲਤ ਮੈਂ ਦੋਨਾਂ ਦੀ ਗੱਲ ਜਿਹਨੂੰ ਗਲਤ ਤਾਂ ਗਲਤ। ਪਹਿਲੀ ਗੱਲ ਤਾਂ ਸੁਣ ਲਓ ਡੀਅਰ ਧਿਆਨ ਨਾਲ, ਸਾਰੀ ਪਬਲਿਕ ਸੁਣਦੀ ਆ, ਤੁਹਾਡੇ ਰਾਹੀਂ ਸਭ ਨੇ ਸੁਣਨਾ। ਕੱਲ ਨੂੰ ਜਗਵੀਰ ਸਿੰਘ ਸੋਖੀ ਵੀ ਐਮਐਲਏ ਬਣ ਜਾਵੇ, ਬਿਲਕੁਲ ਝੂਠ ਨਹੀਂ ਬੋਲੂੰਗਾ। ਐਮਐਲਏ ਦੇ ਕੋਲੇ ਇੱਕ 5 ਪੈਸੇ ਦਾ ਵੀ ਫੰਡ ਨਹੀਂ ਹੁੰਦਾ। 117 ਦੇ 117 ਐਮਐਲਏਆਂ ਦੇ ਕੋਲੇ ਕੋਈ ਫੰਡ ਨਹੀਂ ਹੁੰਦਾ। ਐਮਐਲਏ ਡਿਵੈਲਪਮੈਂਟ ਦੇ ਲਈ ਵਿਧਾਨ ਸਭਾ 'ਚ ਬੋਲ ਕੇ ਕੋਈ ਪ੍ਰੋਜੈਕਟ ਪਾਸ ਕਰਾ ਸਕਦਾ ਹੈ, ਜਾਂ ਫੰਡ ਆਊਗਾ ਡਿਪਟੀ ਕਮਿਸ਼ਨਰ ਰਾਹੀਂ, ਸ਼ਹਿਰਾਂ ਦੇ ਵਿੱਚ ਫੰਡ ਆਊਗਾ ਮਿਊਨਿਸਪਲ ਕਾਉਂਸਲਰ ਦੇ ਰਾਹੀਂ। ਇੱਕ ਵੀ ਸੜਕ, ਇੱਕ ਵੀ ਪਾਰਕ, ਇੱਕ ਵੀ ਸੀਵਰ, ਇੱਕ ਵੀ ਕੋਈ ਪਾਣੀ ਦੀ ਟੈਂਕੀ ਐਮਐਲਏ ਦਾ ਕੋਟਾ ਨਹੀਂ ਹੁੰਦਾ। ਇਹ ਗੱਲ ਕਲੀਅਰ ਕਰੋ। ਇਹਨਾਂ ਨੇ ਦੂਸਰੀ ਗੱਲ ਕੀਤੀ ਐਮਪੀ ਦੀ। ਚੁਣੇ ਹੋਏ ਐਮਪੀ ਦੇ ਕੋਲੇ ਐਮਪੀ ਲੈਡ ਫੰਡ ਆਉਣਾ ਹੀ ਆਉਣਾ, ਉਹ ਚੁਣੀ ਹੋਈ ਸਰਕਾਰ ਦਾ ਹੋਵੇ, ਉਹ ਵਿਰੋਧੀ ਸਰਕਾਰ ਦਾ ਹੋਵੇ, ਐਮਪੀ ਕੋਲੇ ਫੰਡ ਆਉਣਾ ਹੈ। ਬਾਕੀ ਚਾਹੇ ਪੀਆਈਡੀਬੀ ਦੇ ਫੰਡ ਆਉਣ, ਕੋਈ ਹੋਰ ਇਨਫਰਾਸਟ੍ਰਕਚਰ ਫੰਡ ਆਉਣ, ਉਹ ਆਉਣੇ ਆ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਰਾਹੀਂ ਜਾਂ ਆਉਣੇ ਆ ਡੀਸੀ ਦੇ ਰਾਹੀਂ। ਇੱਕ ਗੱਲ ਤਾਂ ਹੈਗੀ ਬੜੀ ਕਲੀਅਰ ਇੱਥੇ ਵਾਲੀ ਗੱਲ ਤੇ ਵੀ ਕਲੀਅਰ। ਹੁਣ ਅਗਲੀ ਗੱਲ ਕਹਿ ਦੇਵਾਂ, ਜਿਹੜੀ ਗੱਲ ਆਉਂਦੀ ਆ, ਨਹੀਂ ਮੈਂ ਇੱਕ ਪਹਿਲਾਂ ਉਹ ਗੱਲ ਕਲੀਅਰ ਕਰ ਦੇਵਾਂ ਕਿ ਉਹ ਕੋਈ ਪਾਰਟੀ ਅਪਰੋਚ ਕਰ ਰਹੀ ਆ, ਕੋਈ ਪਾਰਟੀ ਜਾ ਰਹੀ ਆ, ਕੋਈ ਆ ਰਹੀ ਆ। ਮੈਂ ਪਰਸੋਂ ਆਪਣੀ ਫੇਸਬੁੱਕ ਤੇ ਲਿਖਿਆ, ਜਦੋਂ ਰਾਜਨੀਤਿਕ ਝੱਖੜ ਦੇ ਵਿੱਚ ਮਾੜੇ ਦਰਖਤਾਂ ਦੇ ਟਾਹਣਿਆਂ ਦੀ ਤਰ੍ਹਾਂ ਈਮਾਨ ਤੇ ਜ਼ਮੀਰਾਂ ਝੱਖੜ 'ਚ ਟੁੱਟ ਕੇ ਡਿੱਗਦੀਆਂ ਹੋਣ, ਉਦੋਂ ਸਾਬਤ ਕਦਮੀ ਲੋਕਾਂ ਦੀ ਕਚਹਿਰੀ 'ਚ ਆਪਣੀ ਪਾਰਟੀ ਨਾਲ ਖੜਨ ਵਾਲੇ ਮਰਦ ਵਿਰਲੇ ਹੀ ਹੁੰਦੇ ਆ। ਜਿੰਨੇ ਬਕਾਊ ਮਰਦ ਹੁੰਦੇ ਆ ਨਾ, ਮਰਦ ਤਾਂ ਕਹੀ ਨਹੀਂ ਜਾਂਦੇ, ਜਿੰਨੇ ਬਕਾਊ ਲੋਕ ਹੁੰਦੇ ਆ, ਬਕਾਊ ਲੋਕ ਦਾ ਜਿਹੜੀ ਹੱਟੀ ਦਾ ਸੌਦਾ ਚੰਗਾ ਲਿਖਿਆ ਉਧਰ ਨੂੰ ਜਾਂਦੇ ਲੱਗਦੇ ਆ। ਅਪਰੋਚ ਸਾਨੂੰ ਵੀ ਬੜੀਆਂ ਪਾਰਟੀਆਂ ਕਰਦੀਆਂ ਹੋਣਗੀਆਂ, ਪਰ ਆਪਣੇ ਪੈਰਾਂ ਤੇ ਖੜੇ ਰਹਿਣਾ ਤੇ ਆਪਣੇ ਸਿਧਾਂਤ ਤੇ ਖੜੇ ਰਹਿਣਾ ਤੇ ਆਪਣੇ ਸਿਧਾਂਤ ਤੇ ਖੜ ਕੇ ਇਸ ਆਵਾਮ ਦੀ ਗੱਲ ਕਰਨੀ,
ਉਹ ਸਾਬਤ ਕਦਮੀ ਕੀਤੀ ਜਾਂਦੀ ਆ। ਸਾਹਿਬ ਪਾਰਟੀ ਅਕਾਲੀ ਦਲ ਤੇ ਖਾਸ ਤੌਰ ਤੇ ਹਰੀਸ਼ ਰਾਏ ਟਾਂਡਾ ਤੇ ਦੋਸ਼ ਲਗਾਉਂਦੀ ਰਹੀ ਹੈ ਕਿ ਬਲਾਤਕਾਰ ਦੇ ਜਿਹੜੇ ਦੋਸ਼ ਲਗਾਏ ਗਏ ਨੇ ਉਹ ਤੁਹਾਡੇ ਵੱਲੋਂ ਜਿਹੜੇ ਮਹਿਲਾ ਉਹ ਪਲਾਂਟ ਕੀਤੀ ਗਈ ਆ। ਮੈਂ ਇਹ ਇਸ਼ੂ ਛੇੜਨਾ ਨਹੀਂ ਚਾਹੁੰਦਾ, ਤੁਸੀਂ ਛੇੜ ਲਿਆ ਤਾਂ ਮੈਂ ਇੱਕ ਗੱਲ ਕਹਿਣ ਲੱਗਿਆ। ਇੱਕ ਔਰਤ, ਇੱਕ ਅਬਲਾ ਜਿਹੜੀ 1 ਸਾਲ ਤੋਂ ਕਚਹਿਰੀਆਂ ਬਾਅਦ ਧਰਨੇ ਤੇ ਬੈਠ ਕੇ 5 ਬਾਣੀਆਂ ਦਾ ਪਾਠ ਕਰਦੀ ਆ। ਅਸੀਂ ਗੁਰੂਆਂ ਪੀਰਾਂ ਦੀ ਧਰਤੀ 'ਚ ਬੈਠੇ ਆ, ਬਾਬੇ ਨਾਨਕ ਦੀ ਵਰਸਾਈ ਹੋਈ ਧਰਤੀ ਆ ਤੇ ਬਾਬੇ ਨਾਨਕ ਦੀ ਬਾਣੀ ਦਾ 5 ਬਾਣੀਆਂ ਦਾ ਉਹ ਪਾਠ ਉੱਥੇ ਔਰਤ ਬੈਠ ਕੇ ਕਰਦੀ ਆ। ਜੇ ਉਹ ਔਰਤ ਝੂਠੀ ਹੋਊਗੀ ਤਾਂ ਬਾਬਾ ਨਾਨਕ ਸਜ਼ਾ ਉਹਨੂੰ ਦੇ ਦੂਗਾ, ਪਰ ਜੇ ਔਰਤ ਸੱਚੀ ਹੋਊਗੀ ਤਾਂ ਸੱਜਣੋ ਇੱਕ ਵਿਧਵਾ ਦੀ ਤੇ ਉਹਦੀ ਜਿਹੜੀ ਇੱਕ ਜਿਹਦੀ ਪੀੜਤ ਹੋਈ ਆ ਉਹਦੀ ਬਦਦੁਆ ਪੀੜ੍ਹੀਆਂ ਖਾ ਜਾਂਦੀ ਹੁੰਦੀ ਆ। ਮੈਂ ਤੇ ਕੋਈ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ। ਟਾਂਡਾ ਸਾਹਿਬ ਦੇ ਕੋਲੇ ਅਗਰ ਉਹ ਔਰਤ ਗਈ, ਉਹਨਾਂ ਨੂੰ ਲੱਗਿਆ ਕਿ ਨਾਲ ਹੱਕੀ ਤੌਰ ਦੇ ਉੱਤੇ ਕੋਈ ਧੱਕਾ ਹੋਇਆ, ਟਾਂਡਾ ਸਾਹਿਬ ਨੇ ਉਹਦਾ ਆਵਾਜ਼ ਬੁਲੰਦ ਕੀਤੀ ਆ। ਮੈਂ ਗਵਾਹ ਬੈਠਾ, ਸਾਡੇ ਸਾਹ ਇੰਦਰਜੀਤ ਸਿੰਘ ਗਿੱਲ ਸਾਬਕਾ ਕੌਂਸਲਰ ਸਾਹਿਬ ਗਵਾਹ ਬੈਠੇ ਆ। ਟਾਂਡਾ ਸਾਹਿਬ ਨੇ ਕੋਰੀ ਨਾ ਕੀਤੀ ਸੀ ਪਾਰਟੀ ਨੂੰ ਕਿ ਮੈਂ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦਾ। ਉਹਨਾਂ ਨੂੰ ਪਾਰਟੀ ਪ੍ਰਧਾਨ ਨੇ ਕਿਹਾ ਕਿ ਅਸੀਂ ਤੁਹਾਨੂੰ ਟਿਕਟ ਦੇਣੀ ਹੀ ਦੇਣੀ ਆ। ਉਹ ਇਸ ਕਰਕੇ ਇਸ ਚੋਣ ਮੈਦਾਨ 'ਚ ਆਏ ਆ। ਕੋਈ ਇਹੋ ਜਿਹੀ ਰਾਜਨੀਤਿਕ ਸ਼ੋਸ਼ੇਬਾਜ਼ੀ ਕਰਕੇ ਟਿਕਟ ਲੈਣ ਦੀ ਲਾਲਸਾ ਨਾਲ ਨਹੀਂ ਆਏ। ਇਹ ਗੱਲ ਅੱਜ ਵੀ ਸੱਚ ਆ, ਕੱਲ ਵੀ ਸੱਚ ਆ। ਜਿੱਥੇ ਖੜਾ ਕੇ ਕਹਿ ਦੋਗੇ ਉੱਥੇ ਵੀ ਕਹਾਂਗੇ ਗੱਲ ਸੱਚ ਆ। ਹੁਣ ਜੇ ਉਹ ਚੋਣ ਮੈਦਾਨ 'ਚ ਆ ਗਏ ਆ ਤਾਂ ਇਸ ਇਲਾਕੇ ਦੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਸਾਡੇ ਲੋਕ ਭੁਗਤ ਰਹੇ ਆ, ਜਿਹੜਾ ਅਸੀਂ 2-2 2.5 ਘੰਟੇ ਇਕੱਲੀ ਗਿੱਲ ਰੋਡ ਦੇ ਜਾਮ ਦੇ ਵਿੱਚ ਹੀ ਫਸੇ ਹੁੰਦੇ ਆ, ਅਸੀਂ ਹੁਣ ਉਹਦੀ ਗੱਲ ਕਰੀਏ। ਜਿਹੜਾ ਪੀਣ ਵਾਲਾ ਗੰਦਾ ਪਾਣੀ ਆ ਰਿਹਾ ਅਸੀਂ ਉਹਦੀ ਗੱਲ ਕਰੀਏ, ਜਿਹੜੇ ਸੀਵਰ ਜਾਮ ਉਹਦੀ ਗੱਲ ਕਰੀਏ, ਅਸੀਂ ਟੁੱਟੀਆਂ ਸੜਕਾਂ ਦੀ ਗੱਲ ਕਰੀਏ। ਇਹਨਾਂ ਤੋਂ ਵੀ ਜਵਾਬ ਲੈ ਲੈਂਦੇ ਆ। ਬੈਂਸ ਸਾਹਿਬ ਰਾਜਸਥਾਨ ਤੋਂ ਹਰਿਆਣੇ ਤੋਂ ਪਾਣੀ ਦੀ ਕੀਮਤ ਲੈਣ ਦੀ ਗੱਲ ਕਰਦੇ, ਪਰ ਉਹਨਾਂ ਦੇ ਇਲਾਕੇ ਦੇ ਵਿੱਚ ਵੀ ਬਹੁਤ ਪਾਣੀ ਖੜ ਜਾਂਦਾ ਆ। ਕਈ ਲੋਕਾਂ ਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ। 10 ਸਾਲ ਵਿਧਾਇਕ ਰਹੇ ਨੇ ਬੈਂਸ ਸਾਹਿਬ। ਪਾਣੀ ਤਾਂ ਮੈਨੂੰ ਦੱਸੋ ਜੀ, ਮੰਤਰੀ ਸਾਹਿਬ ਦੇ ਏਰੀਆ 'ਚ ਨਹੀਂ ਖੜਦਾ, ਪੋਸ਼ ਏਰੀਆ 'ਚ ਨਹੀਂ ਖੜਦਾ। ਜਦੋਂ ਮੀਂਹ ਪੈਂਦਾ ਤੁਸੀਂ ਕਿਸੇ ਚੰਗੇ ਏਰੀਆ 'ਚ ਚਲ ਜਾਓ, ਪੋਸ਼ ਏਰੀਆ ਚਲ ਜਾਓ, ਸਾਊਥ ਸਿਟੀ ਚਲ ਜਾਓ, ਸਰਾਭਾ ਨਗਰ ਚਲ ਜਾਓ, ਹਰ ਜਗ੍ਹਾ ਤੇ ਹੀ ਖੜਦਾ ਪਾਣੀ। ਕਿੱਥੇ ਨਹੀਂ ਖੜਦਾਗਾ। ਕੱਲਾ ਬੈਂਸ ਸਾਹਿਬ ਨੂੰ ਨਾ ਟਾਰਗੇਟ ਕਰੋ ਵੀ ਉਹਨਾਂ ਦੀਆਂ ਗਲੀਆਂ 'ਚ ਪਾਣੀ ਖੜਦਾ। ਤੁਸੀਂ ਮੀਂਹ ਪਊਗਾ ਮੇਰੇ ਨਾਲ ਚੱਲਿਓ ਸ਼ਹਿਰ ਦੇ ਕਿਸੇ ਵੀ ਕੋਨੇ ਦੇ ਵਿੱਚ, ਮੰਤਰੀ ਸਾਹਿਬ ਦੇ ਏਰੀਆ 'ਚ ਵੀ ਦਿਖਾ ਦੂੰ ਤੁਹਾਨੂੰ ਪਾਣੀ ਖੜਾ ਹੋਇਆ ਹੈ। ਬੈਂਸ ਸਾਹਿਬ ਨੇ ਹਲਕਾ ਆਤਮ ਨਗਰ ਲਈ 10 ਸਾਲ 'ਚ ਕੀ ਕੀਤਾ? ਗਲੀਆਂ ਸੜਕਾਂ ਦਾ ਕੰਮ ਕਿਹਨਾਂ ਨੇ ਕਰਵਾਇਆ? ਸਟਰੀਟ ਲਾਈਟਾਂ ਕਿਹਨੇ ਪਾਸ ਕਰਵਾਈਆਂ? ਕਿਉਂ ਨਹੀਂ ਹੁੰਦਾ? ਸਟੇਟ ਫੰਡ ਕਿਹਨੂੰ ਆਇਆ? ਵਿਧਾਨ ਸਭਾ ਦਾ ਪੈਸਾ ਕਿਹਨੂੰ ਆਉਂਦਾ? ਰਿਕਾਰਡ ਦਿਖਾ ਦਿਓ ਜਗਵੀਰ ਸਿੰਘ ਸੋਖੀ ਸਿਆਸਤ ਛੱਡ ਜੂਗਾ। ਜੇ ਐਮਐਲਏ ਦਾ ਕੋਈ ਕੋਟਾ ਹੁੰਦਾ, ਮੈਨੂੰ ਕੋਈ ਇੱਕ ਰਿਕਾਰਡ ਸਾਹਿਬ ਕਹਿੰਦੇ ਵੀ ਆਪਣੀ ਪਾਰਟੀ ਤੇ ਸਟੈਂਡ ਰਹਿਣਾ। ਜਵਾਬ ਦੇ ਦਿਓ ਨਾ। ਜਵਾਬ ਮੈਨੂੰ ਇੱਕ ਰਿਕਾਰਡ ਪ੍ਰੂਵ ਕਰ ਦਿਓ ਵੀ ਐਮਐਲਏ ਦੇ ਕੋਟੇ 'ਚ ਕੋਈ ਸੜਕ ਬਣੀ ਆ। ਪ੍ਰੂਵ ਕਰਾ ਕੇ ਦਿਓ। ਤੁਸੀਂ ਪਤਾ ਨਹੀਂ ਕੰਪਿਊਟਰ ਤੇ ਕੀ ਲਿਖ ਕੇ ਲੈ ਕੇ ਆਏ ਹੋ। ਅੱਛਾ ਲਿਆਓ, ਕੰਪਿਊਟਰਾਈਜ਼ ਲਿਸਟ ਆ, ਇਹੀ ਨਹੀਂ ਤੁਹਾਡੀ। ਲਓ ਆਪਾਂ ਇਹਦੇ ਰਾਹੀਂ ਕੰਮ ਕਰ ਲੈਂਦੇ ਆ। ਠਹਿਰ ਜਾਓ। ਜਿਹੜਾ ਆ ਪੈਸਾ ਆ ਇਹ ਫੰਡ ਕਿਹਦੇ ਰਾਹੀਂ ਲੱਗਿਆ? ਐਸਕੇ ਕੰਸਟਰਕਸ਼ਨ ਕੰਪਨੀ ਕਿਹਦੀ ਆ? ਮਿਊਨਿਸਪਲ ਕਾਰਪੋਰੇਸ਼ਨ ਰਜਿਸਟਰਡ ਹੋਈ ਆ। ਨਵਜੋ ਕੰਪਨੀ ਕਿਹਦੀ ਆ? ਮਿਊਨਿਸਪਲ ਕਾਰਪੋਰੇਸ਼ਨ ਰਜਿਸਟਰਡ ਹੋਈ ਆ। ਨਹੀਂ ਥੋੜੀ ਸੜਕ ਬਣਾਉਣੀ ਆ। ਪੈਸੇ ਕਿਹਨੇ ਪੇ ਕਰਨੇ ਆ? ਫਿਰ ਐਮਐਲਏ ਦਾ ਕੀ ਰੋਲ ਆ? ਐਮਐਲਏ ਨੇ ਜਾ ਕੇ ਫੋਟੋ ਲਵਾਈ ਆ। ਇੱਕ ਮਿੰਟ ਇਹਨਾਂ ਨੂੰ ਕੌਂਸਲਰ ਦਾ ਰੋਲ ਨਹੀਂ ਪਤਾ। ਕੌਂਸਲਰ ਨੂੰ ਸਾਲ ਦਾ 1.5 ਕਰੋੜ ਦਾ ਕੋਟਾ ਆ, ਜਿਹਦੇ ਵਿੱਚੋਂ ਕੌਂਸਲ ਸਾਹਿਬਾਨ ਨੂੰ 1 ਸਾਲ 'ਚ 1.5 ਕਰੋੜ ਦਾ ਡਿਵੈਲਪਮੈਂਟ ਦੇ ਕੰਮ ਲਈ ਕਾਰਪੋਰੇਸ਼ਨ ਲਈ ਮਿਲਦੇ ਆ। ਉਹ ਇਹਨਾਂ ਨੂੰ ਪਤਾ ਨਹੀਂ। ਬੈਂਸ ਸਾਹਿਬ ਨੇ ਇਹਨਾਂ ਨੂੰ ਦੱਸ ਕੇ ਨਹੀਂ ਭੇਜਿਆ। ਇਹ ਰੌਲਾ ਰੂਲਾ ਪਾ ਕੇ ਨਾ ਹਰੇਕ ਵਾਰੀ ਪੂਰਤੀ ਕਰਦੇ ਆ, ਪਰ ਇਸ ਵਾਰ ਇਹਨਾਂ ਨੂੰ ਅਸੀਂ ਸੁੱਕੇ ਨਹੀਂ ਜਾਣ ਦੇਣਾ। ਮੈਂ ਇੱਕ ਕੁਐਸਚਨ ਪੁੱਟਾ। ਇੱਕ ਮਿੰਟ ਅੱਜ ਤੱਕ ਵਿਧਾਨ ਸਭਾ ਦੇ ਵਿੱਚ ਬੈਂਸ ਸਾਹਿਬ ਨੇ ਕਦੀ ਡਿਵੈਲਪਮੈਂਟ ਦੇ ਰਿਗਾਰਡਿੰਗ ਕੋਈ ਗੱਲ ਕੀਤੀ ਨਹੀਂ। ਤੁਹਾਨੂੰ ਵੀ ਪਤਾ ਕੋਈ ਹਸਪੀਟਲ ਦੀ ਅੱਜ ਤੱਕ ਇਹ ਕਦੀ ਰਿਸ਼ਵਤਖੋਰ, ਕਦੀ ਰੇਤਾ ਮਾਫੀਆ, ਕਦੀ ਕੁਛ, ਪਰ ਰਿਜ਼ਲਟ ਕੁਛ ਨਹੀਂ ਨਿਕਲਿਆ। ਸਿਰਫ ਆਪਣਾ ਡਰਾਵਾ ਤੇ ਅਪਣਾਓ। ਵਿਧਾਨ ਸਭਾ ਵਿੱਚ ਚੀਕ ਕੇ ਕਹਿਣਾ ਕਿ ਹਲਕਾ ਆਤਮ ਨਗਰ ਜਿਹੜੇ ਲੋਕਾਂ ਨੇ ਇਹਨਾਂ ਨੂੰ ਪਾਵਰ ਦਿੱਤੀ ਆ, 10 ਸਾਲ ਪੂਰੇ ਪੰਜਾਬ ਦੇ ਵਿੱਚ ਆਤਮ ਨਗਰ ਦੀ ਬਦੌਲਤ ਇਹਨਾਂ ਨੇ ਆਪਣਾ ਪੰਜਾਬ 'ਚ ਨਾਮ ਬਣਾਇਆ। ਉਹ ਲੋਕਾਂ ਦੇ ਲਈ, ਉਹਨਾਂ ਦੇ ਬੱਚਿਆਂ ਲਈ ਇਹਨਾਂ ਨੇ ਵਿਧਾਨ ਸਭਾ ਤੋਂ ਅੱਜ ਤੱਕ ਕੀ ਮੰਗਿਆ? ਚਲੋ ਕੀ ਮੰਗ ਲਿਆ ਤੁਸੀਂ ਉੱਥੋਂ ਵਿਧਾਨ ਸਭਾ ਤੋਂ? ਕੋਈ ਹਸਪੀਟਲ, ਕੋਈ ਸਕੂਲ, ਕੁਝ ਮੰਗਿਆ? ਕੋਈ ਕਾਲਜ? ਵਿਧਾਨ ਸਭਾ 'ਚ ਸਰਕਾਰ ਇਹਨਾਂ ਦੀ ਹੈ। ਬੈਂਸ ਸਾਹਿਬ ਕੁਝ ਮੰਗਦੇ ਆ, ਲੈਣ ਦਿੰਦੇ ਆ। ਇਹ ਲੈਣ ਦਿੰਦੇ ਆ। ਹੁਣ ਮੇਰੀ ਗੱਲ ਸੁਣੋ, 1 ਮਿੰਟ ਸੁਣ ਲਓ ਮੇਰੀ ਗੱਲ। ਤੁਸੀਂ ਜਵਾਬ ਕੁਐਸਚਨ ਕੀਤਾ, ਮੈਂ ਤੁਹਾਨੂੰ ਜਵਾਬ। ਲੋਕ ਕਿਉਂ ਚੁਣਨ? ਮੈਂ ਆਤਮ ਨਗਰ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਇਸ ਵਾਰ ਉਹਨੂੰ ਚੁਣ ਲਿਓ ਜਿਹਨੂੰ ਕੁਝ ਮਿਲਦਾ ਹੋਵੇ। ਬਸ ਮੈਂ ਤਾਂ ਇੱਕ ਗੱਲ 'ਚ ਗੱਲ ਮੁਕਾ ਦਿੰਦਾ ਡੀਅਰ। ਅਸੀਂ ਕੋਈ ਕੰਪਨੀ ਬਣਾਉਂਦੇ ਆ, ਕੋਈ ਬ੍ਰਾਂਡ ਰੱਖਦੇ, ਉਹਦਾ ਇੱਕ ਨਾਂ ਰੱਖਿਆ ਹੁੰਦਾ। ਠੀਕ ਆ ਜੀ। ਇਹਨਾਂ ਦੀ ਫਰਮ ਦਾ ਨਾਂ ਆ ਲੋਕ ਇਨਸਾਫ ਪਾਰਟੀ। ਉਹਨੂੰ ਅਸੀਂ ਸ਼ਾਰਟ ਕਰ ਦਈਏ, ਉਹ ਕੀ ਬਣਦਾ ਜੀ? LIP ਦਾ ਮਤਲਬ ਕੀ ਆ ਜੀ? ਲਿਪ ਸਰਵਿਸ। ਜਿੰਨੀ ਮਰਜ਼ੀ ਦੇਈ ਜਾਓ। ਇੰਨੀ ਕੁ ਗੱਲ ਆ ਸਾਰੀ।
ਆਮ ਆਦਮੀ ਪਾਰਟੀ ਹੁਣ ਕਿਸ ਤਰ੍ਹਾਂ ਦੇ ਦੀ ਹੈ? ਬਹੁਤ ਦੇਰ ਤੋਂ ਤੁਹਾਡੇ ਤੋਂ ਵੀ ਇਸ ਸਵਾਲ ਲਏ ਤਿੰਨਾਂ ਪਾਰਟੀਆਂ ਦੀ ਆਮ ਆਦਮੀ ਪਾਰਟੀ ਕਿੱਥੇ ਦੇ ਦੀ ਹੈ? ਮੈਂ ਇਹ ਦੇਖਦੇ ਮੇਰੇ ਛੋਟੇ ਵੀਰ ਨੇ ਕਿਹਾ ਵੀ ਸਾਨੂੰ ਫੰਡ ਲੈਣ ਨਹੀਂ ਦਿੰਦੇ ਤੇ ਜੇ ਤੁਹਾਨੂੰ ਫੰਡ ਨਹੀਂ ਲੈਣ ਦਿੰਦੇ ਡਿਵੈਲਪਮੈਂਟ ਕਿੱਥੋਂ ਕਰਾਤੀ? ਮੈਨੂੰ ਇਹ ਗੱਲ ਦਾ ਜਵਾਬ ਦੇ ਮੇਰਾ ਵੀਰ ਵੀ ਜੇ ਕਹਿੰਦਾ ਸਾਨੂੰ ਫੰਡ ਹੀ ਨਹੀਂ ਆਇਆ ਫਿਰ ਡਿਵੈਲਪਮੈਂਟ ਕਿੱਥੋਂ ਹੋਗੀ? ਫਿਰ ਕਿੱਦਾਂ ਹੋਗੀ? ਮੈਨੂੰ ਇਹ ਗੱਲ ਦਾ ਜਵਾਬ ਤਾਂ ਦਿਓ ਜੀ। ਅੱਛਾ, ਜਿੱਥੇ ਬੈਂਸ ਸਾਹਿਬ ਦੇ ਕਾਉਂਸਲਰ ਨੇ ਉੱਥੇ ਹਲਕਾ ਇੰਚਾਰਜ ਜਾ ਕੇ ਉਦਘਾਟਨ ਕਰਦੇ ਆ, ਫਿਰ ਉਹ ਫੰਡ ਕਿੱਥੋਂ ਆ ਗਿਆ? ਫਿਰ ਉਹ ਕਾਉਂਸਲਰ ਦਾ ਨਹੀਂ, ਕਾਉਂਸਲਰ ਦਾ ਤਾਂ ਬੈਂਸ ਸਾਹਿਬ ਦਾ, ਕਾਉਂਸਲਰ ਦਾ ਤਾਂ ਬੈਂਸ ਸਾਹਿਬ ਦਾ। ਫਿਰ ਤੁਸੀਂ ਕਿਹੜੇ ਹੱਕ ਨਾਲ ਉੱਥੇ ਉਦਘਾਟਨ ਕਰਨਾ? ਫਿਰ ਤੁਸੀਂ ਕਿਹੜੇ ਹੱਕ ਨਾਲ? ਆ ਦੇਖੋ ਟੀਸ ਪੈਂਦੀ ਆ ਨਾ, ਤਿੰਨਾਂ ਦਾ ਇਹਨਾਂ ਨੇ ਇੱਕ ਮੈਚ ਪਾਇਆ ਹੋਇਆ। ਕੰਮ ਕੀ ਆ? ਕੋਈ ਬੋਲਦਾ ਸਵਾਲ ਇੱਕ ਬੈਂਸ ਕਿਹੜੇ ਵਾਰਡ ਦਾ ਕਾਉਂਸਲਰ ਹੈ? ਕੌਂਸਲਰਾਂ ਦੀ ਗੱਲ ਕੀਤੀ ਹੈ, ਬੈਂਸ ਦੇ ਕੌਂਸਲਰਾਂ ਦੀ ਗੱਲ ਕੀਤੀ ਹੈ। ਕਾਉਂਸਲਰ ਤਾਂ ਸਾਡੇ ਨੇ 12 ਚੋਂ 8 ਤਾਂ ਸਾਡੇ ਨੇ। ਇਹਨਾਂ ਦੇ ਦੱਸੋ ਵੀ ਇਹਨਾਂ 'ਚ ਬੈਂਸ ਸਾਹਿਬ ਕਿਹੜੇ ਕਾਉਂਸਲਰ, ਕਿਹੜੇ ਵਾਰਡ ਦੇ ਕਾਉਂਸਲਰ? ਜੇ ਤੁਹਾਨੂੰ ਇੰਨਾ ਹੀ ਨਹੀਂ ਪਤਾ ਫਿਰ ਕਰਨ ਕੀ ਆਏ ਹੋ? ਵੀ ਜਿਹੜੇ ਕਾਉਂਸਲਰ ਤੁਸੀਂ ਕਾਰਪੋਰੇਸ਼ਨ 'ਚ ਕਾਉਂਸਲਰ ਹੋ, ਤੁਹਾਨੂੰ ਇਹ ਨਹੀਂ ਪਤਾ? ਮੈਂ ਤੁਹਾਨੂੰ ਟੈਸਟ ਥੋੜੀ ਦੇਣਾ ਆ, ਮੈਂ ਤੁਹਾਨੂੰ ਟੈਸਟ ਦੇਣਾ ਆ ਵੀ ਮੇਰਾ ਕਾਉਂਸਲਰ ਕਿਹੜਾ ਹੈਗਾ ਕਿਹੜਾ ਨਹੀਂ। ਗੱਲ ਤੇ ਇੱਕ ਮਿੰਟ ਗੱਲ ਸੁਣੋ, ਸਾਡੇ 8 ਕਾਉਂਸਲਰ ਸਾਹਿਬਾਨ ਆ ਜਿਹੜੇ ਆਊਟਰ ਨੇ, ਉਹਨਾਂ ਨੂੰ 1.5 ਕਰੋੜ ਰੁਪਈਆ ਤੇ ਦੂਜਿਆਂ ਨੂੰ ਕਰੋੜ ਰੁਪਈਆ। ਅਸੀਂ ਆਪਣੇ ਸਾਰਿਆਂ ਨੇ 8-8 9-9 10-10 ਕਰੋੜ ਦੇ ਕੰਮ ਕਰਾ ਲਏ ਆ। ਬੈਂਸ ਸਾਹਿਬ ਦਾ ਉਦਘਾਟਨ ਕਰਨਾ ਕਿਸੇ ਆ ਕੇ ਐਮਐਲਏ ਜਾਂ ਉਹ ਕਿਹੜਾ ਫੰਡ ਲੈ ਕੇ ਆਏ ਆ ਜਾਂ ਕਿਹੜੇ ਆਤਮ ਨਗਰ ਦੀ ਜਿਹੜੀ ਜਨਤਾ ਨੇ ਉਹਨਾਂ ਨੂੰ ਪਾਵਰਾਂ ਦਿੱਤੀਆਂ ਨੇ, ਅੱਜ ਤੱਕ ਉਹਨਾਂ ਨੇ ਉਸ ਜਨਤਾ, ਉਸ ਬੱਚੀਆਂ, ਉਸ ਮਾਵਾਂ, ਉਸ ਭੈਣਾਂ, ਉਸ ਬਜ਼ੁਰਗਾਂ ਲਈ ਕੀ ਕੁਛ 10 ਸਾਲਾਂ 'ਚ ਇੱਕ ਕਾਰਜ ਕੀਤਾ ਹੋਵੇ? ਜਿਹੜੇ ਹਲਕਾ ਇੰਚਾਰਜ ਬਣੇ ਉਦਘਾਟਨ ਕਰਦੇ ਆ, ਫੰਡ ਉਹਦੇ ਕੋਲ ਵੀ ਕੋਈ ਨਹੀਂ ਹੈ, ਉਹ ਵੀ ਉੱਪਰੋਂ ਦੀ ਆ ਕੇ ਛੱਪਾ ਹੀ ਮਾਰਦੇ ਆ। ਸ਼ਿਕਾਰ ਕਿਸੇ ਦਾ ਖਾਣ ਕੋਈ ਆਉਣ ਦਾ ਯਤਨ ਕਰਦਾ ਸਰਕਾਰ ਦੇ ਧੱਕੇ ਕਰਕੇ। ਹਲਕਾ ਇੱਥੇ ਖੜੇ ਨੇ ਬਾਪੂ ਜੀ, ਚਾਰੇ ਪਾਰਟੀਆਂ ਦੇ ਨੁਮਾਇੰਦੇ ਖੜੇ ਨੇ, ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ। ਇਹ 5 ਸਾਲ ਪਿੱਛੇ ਲੰਘੇ ਆ, ਤੁਹਾਨੂੰ ਕੀ ਲੱਗਦਾ ਕੀ ਵਿਕਾਸ ਹੋਇਆ ਜਾਂ ਕੀ? ਜਿਸ ਹਿਸਾਬ ਨਾਲ ਸਾਰੇ ਤੁਰੇ ਫਿਰਦੇ ਨੇ ਕੋਈ ਵਿਕਾਸ ਵਾਲੀ ਗੱਲ ਨਹੀਂ ਹੈਗੀ। ਸਿਰਫ ਇੱਕ ਗੱਲ ਹੈਗੀ ਆ, ਕਿਸੇ ਪਾਰਟੀ ਵੱਲੋਂ ਕਿਸੇ ਬੰਦੇ ਦੀ ਕੋਈ ਸੁਣਵਾਈ ਨਹੀਂ ਹੈਗੀ। ਇੱਕ ਆਪ ਇਹਨਾਂ ਕੋਲ ਇਹ ਟਾਈਮ ਹੈਗਾ ਲੋਕ ਇਨਸਾਫ ਪਾਰਟੀ ਕੋਲ, ਜੇ ਤੁਸੀਂ ਜਾਓ ਤੁਹਾਡੀ ਗੱਲ ਸੁਣਦੇ ਆ, ਅਗਲੇ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਡਿਊਟੀ ਦਿੰਦੇ ਆ। ਬਾਕੀ ਕੋਈ ਪਾਰਟੀ ਕਿਸੇ ਬੰਦੇ ਦੇ ਲਈ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਸ਼ੀਲਾ ਜੀ ਕੋਈ ਸੁਣਨ ਨੂੰ ਤਿਆਰ ਨਹੀਂ। ਤੁਹਾਨੂੰ ਵੀ ਸਵਾਲ ਆਮ ਆਦਮੀ ਪਾਰਟੀ ਨੂੰ, ਅਕਾਲੀ ਦਲ ਨੂੰ ਵੀ। ਇਹ ਮੈਂ ਦੱਸਦਾ ਪਤਾ ਕਿਉਂ ਮੇਰੀ ਇੱਕ ਗੱਲ ਸੁਣੋ, ਮੇਰੀ ਇੱਕ ਮਿੰਟ, ਮੇਰੀ ਪੂਰੀ ਕਹੋ, ਇਹਦਾ ਜਵਾਬ ਲੈ ਲਓ। ਕਿਉਂਕਿ ਬੈਂਸ ਸਾਹਿਬ ਨੇ ਇਸ ਤੋਂ ਅੱਗੇ ਲੋਕਾਂ ਦੀ ਸੋਚ ਨੂੰ ਵਧਣ ਹੀ ਨਹੀਂ ਦਿੱਤਾ। ਕਿਉਂਕਿ ਬੈਂਸ ਸਾਹਿਬ ਨੇ ਇੱਥੋਂ ਆਤਮ ਨਗਰ ਦੇ ਲੋਕਾਂ ਦੀ ਸੋਚ ਨੂੰ ਅੱਗੇ ਵਧਣ ਹੀ ਨਹੀਂ ਦਿੱਤਾ। ਉਹਨਾਂ ਨੂੰ ਆਪਣੇ ਨਿੱਕੇ ਨਿੱਕੇ ਜਿਹੜੇ ਰੁਝੇਵੇਂ ਆ, ਝਗੜੇ ਆ। ਇੱਕ ਮਿੰਟ ਸੁਣੋ, ਦੂਜੀ ਗੱਲ ਅਸੀਂ ਮੰਨਦੇ ਸਾਡੀ ਪਬਲਿਕ ਡਿਗਲੀ ਪਹਿਲਾਂ ਨਹੀਂ ਸੀ, ਸਾਡੇ ਕੌਂਸਲਰ ਸਾਹਿਬਾਨ ਨਹੀਂ ਸੀ, ਪਰ ਹੁਣ ਸਾਡੇ 8 ਕੌਂਸਲਰ ਸਾਹਿਬਾਨ ਹੋ ਗਏ। ਕਮਲਜੀਤ ਸਿੰਘ ਕੜਵਲ ਜੀ ਨੇ ਨਹਿਰ ਤੇ ਦਫ਼ਤਰ ਖੋਲਿਆ, ਪ੍ਰੋਪਰ ਡੀਲ ਕਰਦੇ ਪਏ ਆ। ਆਉਣ ਵਾਲੇ ਟਾਈਮ 'ਚ ਰਿਜ਼ਲਟ ਤੁਹਾਨੂੰ ਇਸ ਚੀਜ਼ਾਂ ਦਾ ਦੱਸ ਦੂਗਾ। ਮੇਰੀ ਇੱਕੋ ਹੀ ਗੱਲ ਆ ਅੰਕਲ ਜੀ, ਇਸ ਚੀਜ਼ਾਂ ਤੋਂ ਵੀ ਬਾਹਰ ਆ ਜਾਓ। ਲੋਕ ਜਿਹੜੇ 10 ਸਾਲਾਂ ਤੋਂ ਆਤਮ ਨਗਰ ਡਿਵੈਲਪਮੈਂਟ ਦੇ ਤੌਰ ਤੇ, ਪ੍ਰੋਜੈਕਟਾਂ ਦੇ ਤੌਰ ਤੇ, ਕਾਲਜ ਦੇ ਤੌਰ ਤੇ, ਹਸਪੀਟਲਾਂ ਦੇ ਤੌਰ ਤੇ ਬੱਚੀਆਂ ਬਾਹਰ ਪੜਨ ਜਾਂਦੀਆਂ, ਉਹਨਾਂ ਬਾਰੇ ਵੀ ਸੋਚੋ। ਇਹ ਤੋਂ ਬਾਹਰ ਆ ਜਾਓ। ਪਬਲਿਕ 'ਚੋਂ ਤੁਹਾਡੀਆਂ ਚੀਕਾਂ ਨਿਕਲ ਗਈਆਂ, ਹਜੇ ਤਾਂ ਕੋਈ ਬੋਲਿਆ ਹੀ ਨਹੀਂ ਹੈਗਾ। ਸਾਡਾ ਕੋਈ ਪਲਾਨ ਨਹੀਂ ਕੀਤਾ। ਹੁਣ ਪਲਾਨ ਆ, ਅਸੀਂ ਤਾਂ ਹੁਣ ਆਏ ਆ। ਸਾਡੇ ਹੁਣ ਸੌਖੀ ਸਾਹਿਬ ਬੈਂਸਾਂ ਦੇ ਹੱਕ ਕੋਈ ਦਫ਼ਤਰ ਹੋਵੇ ਆਮ ਪਬਲਿਕ ਨੂੰ ਸੁਣਨ ਲਈ। ਹੱਕ 'ਚ ਬੋਲਦਾ ਇਹ ਕੋਈ ਪਲਾਨ ਨਹੀਂ ਜਿਹੜੇ ਸੰਧੀ ਕਰਕੇ ਆਏ ਹੋਏ। ਇੱਕ ਮਿੰਟ ਬਾਪੂ ਜੀ, ਇੱਕ ਮਿੰਟ ਆਪਾਂ ਸੌਖੀ ਸਾਹਿਬ ਤੋਂ ਦੇਖੋ ਸੌਖੀ ਸਾਹਿਬ ਤੋਂ ਵੀ ਆਪਾਂ ਅਕਾਲੀ ਦਲ ਦਾ ਪਲਾਂਟ ਕਰਨ ਦਾ ਮਤਲਬ ਨਹੀਂ, ਪਲਾਂਟ ਕਰਨਾ ਇਹਨਾਂ ਦਾ। ਇੱਕੋ ਥੈਲੀ ਦੇ ਚੱਟੇ ਵੱਟੇ ਨੇ, ਇਕੱਠੇ ਇੱਕ ਕੰਪਨੀ ਬਣੀ ਸੀ ਇਹਨਾਂ ਦੀ। ਉੱਥੋਂ ਕੜਵਲ ਇੱਧਰ ਆ ਗਿਆ, ਕਾਂਗਰਸ 'ਚ ਆ ਗਿਆ ਤੇ 2 ਐਮਐਲਏ ਕਦੇ ਉਹ ਬਣਨ ਦੀ ਕੋਸ਼ਿਸ਼ ਕਰਦਾ, ਕਦੇ ਉਹ ਬਣਨ ਦੀ ਕੋਸ਼ਿਸ਼ ਕਰਦਾ। ਰੁਕ ਜਾਓ। ਇਹ ਤਾਂ ਐਮਐਲਏ ਨਹੀਂ ਖੜੇ। ਮੈਂ ਤੁਸੀਂ ਮੈਨੂੰ ਸਵਾਲ ਕੀਤਾ ਜੀ ਸਾਡੇ ਕੋਲ ਕਿਹੜੀ ਵਾਸ਼ਿੰਗ ਮਸ਼ੀਨ ਹੈ। ਗੱਲ ਤਾਂ ਸ਼ੀਲਾ ਹੀ ਪਹਿਲਾਂ ਅਕਾਲੀ ਦਲ 'ਚ ਗਏ ਆ ਜੀ, ਇਹ ਵੀ ਉਹਦੇ 'ਚ ਆ ਗਏ ਆ। ਇਹ ਕਹਿੰਦੇ ਚਿਹਰਾ ਉਹੀ ਇਹਨਾਂ ਕੋਲ, ਇਹਨਾਂ ਨੂੰ ਪੁੱਛੋ ਵੀ ਇਹਨਾਂ ਕੋਲ ਕੋਈ ਚਿਹਰਾ ਹੈਗਾ। ਇਹ ਵੀ ਆਪਸ ਘਮਾਈ ਜਾਂਦੇ ਅਕਾਲੀ ਦਲ ਕਾਂਗਰਸ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹਿ ਚੁੱਕਾ ਵਾਂ, ਇਹ ਇਹਨਾਂ ਨੇ ਇੱਕ ਮੈਚ ਪਾਇਆ ਹੋਇਆ ਵਾ। ਕਦੀ ਇਹ ਮੈਚ, ਕਦੀ ਹੁਣ ਇਹ ਮੈਚ ਨਹੀਂ ਰਹਿਣਾ ਭਾਜੀ, ਇਹ ਖਿੰਡ ਜਾਣਾ ਹੁਣ ਮੈਚ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਣੀ ਆ ਤੇ ਕੇਜਰੀਵਾਲ ਜੀ ਨੇ ਆਣਾ ਵਾ, ਤੇ ਇਹ ਸਾਰੇ ਜਿੰਨੇ ਅਕਾਲੀ ਦਲ ਤੇ ਕਾਂਗਰਸ ਤੇ ਸਾਰੀ ਸਾਫ਼ ਹੋ ਜਾਣੀ ਹੈ ਜੀ। ਇੱਕ ਮਿੰਟ, ਮੈਂ 2 ਗੱਲਾਂ 'ਚ ਗੱਲ ਮੁਕਾਉਣੀ ਚਾਹੁੰਦਾ। ਪਹਿਲੀ ਗੱਲ ਜਿਹੜੀ ਆ ਚੱਲੀ ਆ, ਦੇਖੋ ਦਫ਼ਤਰ ਮੇਰਾ ਵੀ ਆ, ਮੈਂ ਵੀ ਦਫ਼ਤਰ ਬਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਾ, ਪਰ ਇੱਕ ਗੱਲ ਜਿਹੜੀ ਚੀਜ਼ ਉੱਥੇ ਬੈਠਿਆਂ ਵੀ ਚੁੱਭਦੀ ਆ ਮਨ ਨੂੰ, ਮੈਂ ਸਪੱਸ਼ਟ ਸਾਰਿਆਂ ਨੂੰ ਸਾਂਝੀ ਗੱਲ ਕਰਨੀ ਚਾਹੁੰਦਾ। ਉਹ ਇਹ ਆ, ਸਾਡੇ ਲੋਕ
ਤੰਗ ਦਸਤੀ ਦੇ ਕੰਮਾਂ ਕਾਰਾਂ ਦੇ ਮਾਰੇ ਹੋਏ ਆ। ਉਹ ਵਿਚਾਰੇ ਆਪਣਾ ਕੰਮ ਅੱਧੀ ਦਿਹਾੜੀ ਛੱਡ ਕੇ ਸਾਡੇ ਦਫ਼ਤਰ 'ਚ ਕਿਉਂ ਆਉਣ, ਆਪਣਾ ਨੁਮਾਇੰਦਾ ਕਿਉਂ ਚੁਣਦੇ ਆ? MLA ਆ, MP ਆ, ਕਾਉਂਸਲਰ ਆ, ਇਸ ਕਰਕੇ ਚੁਣਦੇ ਆ ਕਿ ਇਹਨਾਂ ਨੂੰ ਘਰੋਂ ਤੁਰ ਕੇ ਕਿਸੇ ਦਫ਼ਤਰ ਜਾ ਕੇ ਕੰਮ ਨਾ ਕਰਾਉਣਾ ਪਵੇ। ਅਸੀਂ ਕੰਮ ਦਾ ਸਿਸਟਮ ਉਹ ਬਣਾਈਏ ਕਿ ਇਹਨਾਂ ਨੂੰ ਘਰੇ ਬੈਠਿਆਂ ਨੂੰ ਕੰਮ ਮਿਲੇ। ਫੇਲਿਅਰ ਆਫ ਐਡਮਿਨ ਅਸੀਂ ਇਹ ਚਾਹੁੰਦੇ ਆ। ਅਸੀਂ ਪੜ੍ਹੇ ਲਿਖੇ ਵਿਅਕਤੀ ਹਰੀਸ਼ ਰਾਏ ਢਾਂਡਾ ਜੀ ਨੂੰ ਇਸ ਕਰਕੇ ਲੈ ਕੇ ਆਂਦਾ, ਅਸੀਂ ਤੁਹਾਨੂੰ ਦਫ਼ਤਰਾਂ 'ਚ ਨਹੀਂ ਬੁਲਾਉਣਾ, ਖੱਜਲ ਖੁਆਰ ਨਹੀਂ ਕਰਨਾ। ਤੁਹਾਨੂੰ ਤੁਹਾਡੇ ਕੰਮ, ਤੁਹਾਡੀਆਂ ਜ਼ਰੂਰਤਾਂ, ਤੁਹਾਡੇ ਸਰਟੀਫਿਕੇਟ ਤੁਹਾਡੇ ਘਰੇ ਮਿਲਣਗੇ। ਇੱਕ ਕੰਮ ਹੈ ਸਾਡਾ, ਪਹਿਲੀ ਗੱਲ ਜਿਹੜੀ। ਦੂਜੀ ਗੱਲ ਮੈਂ ਭਰਾਓ ਸਾਰਿਆਂ ਨੂੰ ਸਾਂਝੀ ਬੇਨਤੀ ਕਰਦਾ, ਕਿਸੇ ਦੇ ਖਿਲਾਫ ਨਹੀਂ ਮੈਂ ਬੋਲ ਰਿਹਾ। ਇੱਕ ਚੀਜ਼ ਦਾ ਖਿਆਲ ਰੱਖ ਕੇ ਚੱਲਿਓ, ਚਾਹੇ ਆ BJP ਤੇ ਚਾਹੇ ਆ ਕਾਂਗਰਸ, ਚਾਹੇ ਆ ਆਮ ਆਦਮੀ ਪਾਰਟੀ, ਇਹ ਗਵਰਨ ਹੁੰਦੇ ਨੇ ਦਿੱਲੀ ਤੋਂ। ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਪੰਜਾਬ 'ਚ ਬੈਠਦੀ ਆ, ਪੰਜਾਬ 'ਚ ਬੈਠ ਕੇ ਗੱਲ ਕਰਦੀ ਆ, ਪੰਜਾਬ 'ਚ ਉਹ ਫੈਸਲੇ ਕਰਦੀ ਆ। ਪੰਜਾਬ ਦੇ ਹਿੱਤਾਂ ਦੇ ਫੈਸਲੇ ਪੰਜਾਬ ਦੇ ਵਿੱਚ ਹੋਣੇ ਆ, ਪੰਜਾਬ ਦੇ ਲਈ ਹੋਣੇ ਆ। ਸਾਨੂੰ ਇਸ ਵਾਰੀ ਬੜਾ ਕੁਝ ਸੋਚਣਾ ਪੈਣਾ। ਸਭ ਤੋਂ ਜ਼ਰੂਰੀ ਗੱਲ ਮੈਂ ਸੁਨੇਹਾ ਦੇਣਾ ਚਾਹੁੰਦਾ, ਅੱਜ ਸਾਡਾ ਯੂਥ ਡਿਸਟਰਬ ਹੈ। ਸਾਡੇ ਯੂਥ ਨੂੰ ਕੋਈ ਦਿੱਲੀੋਂ ਆ ਕੇ ਡਰੱਗੀ ਬਣਾ ਜਾਂਦਾ, ਕੋਈ ਕਹਿੰਦਾ 70% ਯੂਥ ਸਾਡਾ ਨਸ਼ੇੜੀ ਆ। ਆ ਤਾਂ ਭਲਾ ਹੋਵੇ ਸਾਡੇ ਜਿਹੜਾ ਕਿਸਾਨ ਮੋਰਚਾ ਲਾ ਕੇ ਅਸੀਂ ਆਪਣੀ ਧਾਂਕ ਜਮਾ ਸਕਿਆ, ਦੁਬਾਰਾ ਦੱਸ ਸਕੇ ਆ ਕਿ ਅਸੀਂ ਪੰਜਾਬੀ ਬਹਾਦਰ ਵੀ ਆ, ਅਸੀਂ ਇਕੱਲੇ ਨਸ਼ੇੜੀ ਨਹੀਂ। ਸਾਨੂੰ ਇਹ ਜਿਹੜੇ ਸਾਡੇ ਮਜੀਠੀਆ ਸਾਹਿਬ ਤੇ ਵੀ ਚੱਲ ਰਿਹਾ ਨਾ, ਨਸ਼ੇ ਦਾ ਪਰਚਾ ਮਜੀਠੀਆ ਸਾਹਿਬ ਤੇ ਚੱਲ ਰਿਹਾ, ਬਹੁਤ ਦਿਨਾਂ ਤੋਂ ਗਾਇਬ ਵੀ ਸੀਗੇ ਉਹ। ਮੈਂ ਉਹ 'ਚ ਇੱਕ ਗੱਲ ਕਲੀਅਰ ਕਰ ਦਵਾਂ, ਗਾਇਬ ਹੋਣਾ ਗੱਲ ਨਹੀਂ ਹੈ ਜੀ। ਜਦੋਂ ਕੋਈ ਸਰਕਾਰ ਵੈਂਡੇਟਾ ਪਾਲਿਸੀ ਨਾਲ ਕਿਸੇ ਤੇ ਵੀ ਮੁਕੱਦਮਾ ਦਊਗੀ, ਕੱਲ ਤੁਹਾਡੇ ਤੇ, ਮੇਰੇ ਤੇ, ਇਹਨਾਂ ਤੇ ਕਿਸੇ ਤੇ ਵੀ ਦੇ ਦੇਵੇ, ਤਾਂ ਉਹਦਾ ਰਾਈਟ ਬਣਦਾ ਕਿ ਉਹ ਆਪਣੀ ਜ਼ਮਾਨਤ ਲਵੇ। ਜ਼ਮਾਨਤ ਦੇਣ ਤੱਕ ਖਾਮਖਾ ਪੁਲਿਸ ਦੇ ਕੋਲੇ ਪੇਸ਼ ਹੋ ਕੇ ਆਪਣੇ ਆਪ ਨੂੰ ਹੋਰ ਖੱਜਲ ਖੁਆਰ ਨਾ ਕਰੇ। ਇੱਥੇ ਕਿਸੇ ਅੱਜ ਕੱਲ੍ਹ ਮੈਂ ਕਿਸੇ ਬਾਰੇ ਮਾੜਾ ਚੰਗਾ ਬੋਲਣਾ ਨਹੀਂ ਚਾਹੁੰਦਾ, ਬਦਨਾਮੀ ਕਰਨੀ ਹੁੰਦੀ ਆ ਨਾ ਜੀ, ਬਦਨਾਮੀ ਕਰਤੀ। ਉਹ ਬਦਨਾਮੀ ਤਾਂ ਰਾਹੁਲ ਗਾਂਧੀ ਵੀ ਉਰੇ ਆ ਕੇ ਕਰ ਗਿਆ। ਮੈਂ ਇੱਕ ਗੱਲ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ, ਯਾਦ ਕਰ ਲਿਓ ਡੀਅਰ ਸਾਰੇ ਜਣੇ, ਕੇਜਰੀਵਾਲ ਨੇ ਵੀ ਉਹੀ ਗਲਤੀ ਕੀਤੀ, ਰਾਹੁਲ ਗਾਂਧੀ ਨੇ ਵੀ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਸਾਹਿਬ ਨੇ ਸਰਵੇ ਕੀਤਾ ਯੂਨੀਵਰਸਿਟੀ ਦਾ ਕਿ ਪੰਜਾਬ 'ਚ ਨਸ਼ਿਆਂ ਦੀ ਪੋਜੀਸ਼ਨ ਕੀ ਆ। ਉਹਨੇ ਇਹ ਕਿਹਾ, ਮੈਂ ਔਨ ਰਿਕਾਰਡ ਬੋਲਦਾ, ਨੈਟ ਤੇ ਚੈੱਕ ਕਰਿਓ, ਕਿ ਪੰਜਾਬ ਦੇ ਵਿੱਚ, ਪੰਜਾਬ ਨਹੀਂ ਉਹਨੇ ਕਿਹਾ, ਉਹਨੇ ਕਿਹਾ ਯੂਨੀਵਰਸਿਟੀ, ਕਿ 70% ਸਾਡੇ ਜਿਹੜਾ ਯੂਥ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਮੁਕਾਬਲੇ ਕੋਈ ਸ਼ਰਾਬ ਲੈਂਦਾ, ਕੁਝ ਹੋਰ ਕੋਈ ਨਸ਼ੇ ਕਰਦਾ ਹੈ। ਉਹ ਰਿਪੋਰਟ ਛਪ ਗਈ ਹਿੰਦੁਸਤਾਨ ਟਾਈਮਜ਼ ਅਖਬਾਰ 'ਚ, ਮੈਂ ਔਨ ਰਿਕਾਰਡ ਬੋਲ ਰਿਹਾ। ਉਹ ਪੜ੍ਹ ਲਈ, ਇੱਧਰੋਂ ਕੇਜਰੀਵਾਲ ਸਾਹਿਬ ਨੇ, ਉੱਧਰੋਂ ਪੜ੍ਹ ਲਈ ਰਾਹੁਲ ਗਾਂਧੀ ਨੇ। ਦੋਨਾਂ ਨੂੰ ਜਿੰਨੇ ਕੁ ਉਹਨਾਂ ਦੀ ਕਿਚਨ ਕਟੋਰੀ ਸਮਝਾਉਂਦੀ ਆ, ਉਹਨਾਂ ਨੇ ਲੱਭਿਆ ਮੌਕਾ, ਲੈ ਵੀ ਬੜਾ ਵਧੀਆ ਇਸ਼ੂ ਆ, ਅਕਾਲੀ ਦਲ ਦੇ ਉੱਤੇ ਵਾਰ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਹਿਤਾ ਜੀ 70% ਪੰਜਾਬ ਨਸ਼ੇੜੀ, ਤੇ ਰਿਜ਼ਲਟ ਕੀ ਨਿਕਲਿਆ? ਕੁੱਲ ਦੁਨੀਆ 'ਚ ਸਾਡੇ ਪੰਜਾਬੀਆਂ ਨੂੰ ਨੌਕਰੀ ਮਿਲਣੀ ਔਖੀ ਹੋ ਗਈ। ਮੈਂ ਉਹਨਾਂ ਦਿਨਾਂ 'ਚ ਯੂਰਪ 'ਚ ਸੀ, ਉਹ ਕੁੜੀ ਮੇਰੇ ਕੋਲ ਧਾਹਾਂ ਮਾਰ ਕੇ ਰੋਈ, ਕਹਿੰਦੀ ਅੰਕਲ ਜਿੱਥੇ ਮੈਂ ਜੌਬ ਕਰਦੀ ਸੀ ਮੈਨੂੰ ਕੱਢਤਾ, ਤੂੰ ਪੰਜਾਬ ਤੋਂ, ਤੂੰ ਤਾਂ ਡਰੱਗੀ ਹੋਏਗੀ। ਆ ਸਾਡੇ ਬਦਨਾਮ ਕੀਤਾ ਗਿਆ। ਹੁਣ ਆ ਭਾਰਤੀ ਜਨਤਾ ਪਾਰਟੀ ਨੇ ਇੱਕ ਨਵਾਂ ਕੰਮ ਕਰਤਾ, ਪ੍ਰਧਾਨ ਮੰਤਰੀ ਜੀ ਇੱਥੇ ਆਏ, ਲੋਕ ਨਹੀਂ ਪਸੰਦ ਕਰਦੇ, ਕੋਈ ਵੀ ਗੱਲ ਹੋ ਗਈ, ਚਾਹੇ ਉਹ ਕਹਿਣਗੇ ਕਾਂਗਰਸ ਨੇ, ਕਿਉਂਕਿ ਕੱਲ ਚੰਨੀ ਮਾਫੀ ਮੰਗਿਆ, ਇਹਦਾ ਮਤਲਬ ਦੀ ਸਾਜ਼ਿਸ਼ ਸੀਗੀ ਪ੍ਰਧਾਨ ਮੰਤਰੀ ਦੇ ਕਾਫਲੇ ਰੋਕਣ ਦੀ। ਮਾਫੀ ਚੰਨੀ ਨੇ ਤਾਂ ਹੀ ਮੰਗੀ, ਪਰ ਮਾਫੀ ਮੰਗੀ ਤਾਂ ਵੀ ਮੈਂ ਗੱਲ ਔਨ ਰਿਕਾਰਡ ਕਹਿਣਾ, ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਗੱਲ ਨਹੀਂ ਸੋਭਦੀ ਸੀ। ਉਹ ਕੱਲੀ BJP ਦੇ ਪ੍ਰਧਾਨ ਮੰਤਰੀ ਨਹੀਂ ਹੈਗੇ, ਉਹਨਾਂ ਦਾ ਬਿਆਨ ਬੜਾ ਗਲਤ ਹੈ ਕਿ ਆਪਣੇ ਮੁੱਖ ਮੰਤਰੀ ਕੋ ਥੈਂਕਸ ਬੋਲਣਾ, ਮੈਂ ਜਿੰਦਾ ਬਚ ਕੇ ਆ ਗਿਆ। ਇਹ ਤਾਂ ਸਾਨੂੰ ਦੁਬਾਰਾ ਕਮਿਊਨਲ, ਸਾਨੂੰ ਇੱਕ ਰੋਇਟਸ ਵੱਲ ਧੱਕਣ ਦੀ ਗੱਲ ਹੋ ਗਈ ਸੀ। ਇਹ ਤਾਂ ਮੈਂ ਕਹਿੰਦਾ ਧੰਨਵਾਦ ਹੈ ਸਾਡੇ ਹਿੰਦੁਸਤਾਨ ਦੇ ਲੋਕਾਂ ਦਾ, ਸਾਡੇ ਸੋਸ਼ਲ ਫੈਬਰਿਕ ਦਾ, ਕਿ ਅਸੀਂ ਉਸ ਬਿਆਨ ਤੋਂ ਬਾਅਦ ਨੁਕਸਾਨ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਨੂੰ ਨਹੀਂ ਸੋਭਦਾ ਇਦਾਂ ਦਾ ਬਿਆਨ ਦੇਵੇ ਪੰਜਾਬ ਕਿਸੇ ਵੀ ਸੂਬੇ ਬਾਰੇ। ਚਲੋ ਆਪਾਂ ਆਤਮਨਗਰ ਤੇ ਦੁਬਾਰਾ ਆ ਜਾਂਦੇ ਆ। ਬਹੁਤ ਵੱਡੇ ਵੱਡੇ ਬੋਰਡ ਲੱਗੇ ਸੀਗੇ, ਬੈਂਸ ਆਤਮਨਗਰ ਦਾ, ਆਤਮਨਗਰ ਬੈਂਸ ਦਾ। ਲੱਗਦਾ ਹੈ ਕਿ ਆਤਮਨਗਰ ਰਹੂਗਾ ਬੈਂਸ ਦਾ? 100% ਰਹੂਗਾ ਜੀ। ਆ ਤੁਹਾਡੇ ਸਾਹਮਣੇ ਲੋਕ ਹੀ ਦੱਸ ਰਹੇ ਆ। ਸੋਖੀ ਸਾਹਿਬ ਨੇ ਕਿਹਾ ਵੀ ਕਿਸੇ ਨੂੰ ਕਿਸੇ ਦੇ ਦਫ਼ਤਰ ਜਾਣ ਦੀ ਲੋੜ ਨਹੀਂ। ਅਸੀਂ ਵੀ ਮੰਨਦੇ ਹਾਂ ਇਸ ਗੱਲ ਨੂੰ, ਵੀ ਕੋਈ ਵੀ ਕਿਸੇ ਦੇ ਦਫ਼ਤਰ ਜਾ ਕੇ ਕਿਉਂ ਕੰਮ ਵਾਸਤੇ ਜਾਵੇ। ਪਰ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਮੈਨੂੰ ਦੱਸੋ ਕੋਈ ਪਟਵਾਰੀ, ਕੋਈ ਤਹਿਸੀਲਦਾਰ, ਕੋਈ ਸੁਵਿਧਾ ਸੈਂਟਰ ਕਿਸੇ ਦਾ ਕੰਮ ਕਰਦਾ ਖੱਜਲ ਖਰਾਬੀ ਤੋਂ ਬਿਨਾ? ਸਾਰੇ ਠੇਕੇ ਤੇ ਦਿੱਤੇ ਹੋਏ ਆ ਵੀ ਇੰਨੇ ਪੈਸੇ ਦਿਓ ਤੇ ਫਿਰ ਤੁਹਾਡਾ ਕੰਮ ਹੋਊਗਾ। ਸਾਰੇ ਤਾਂ ਠੇਕੇ ਤੇ ਚੱਲਦੇ ਆ। ਜੇ ਇੱਕ ਬੰਦਾ ਬਹਿ ਕੇ ਦਫ਼ਤਰ ਦੇ ਵਿੱਚ ਕੰਮ ਕਰਦਾ, ਉਹਦੇ 'ਚ ਵੀ ਆਪਾਂ ਨੂੰ ਦਿੱਕਤ ਆ ਵੀ ਉਹ ਕਿਉਂ ਲੋਕਾਂ ਦਾ ਕੰਮ ਕਰਦਾ। ਅੱਛਾ ਜੀ ਸੁਣਵਾਈ ਕਰਦਾ, ਇਹਨਾਂ ਨੂੰ ਜਵਾਬ ਲੈ ਲਿਓ ਬਿਠਾਉਣ ਲਾਇਆ ਯਾਰ। ਸਾਹਿਬ ਨੇ ਬਿਠਾਉਣ ਲਾਇਆ ਵਾ। ਜੋ ਵੀ ਇੱਕ ਜਣਾ ਹੀ ਬੋਲਦਾ, ਤਿੰਨ ਜਣੇ ਦੇ ਨਾ ਬੋਲਣ। ਸਾਡੇ ਵੀ ਬੰਦੇ ਖੜੇ ਨੇ, ਬਾਕੀ ਤਾਂ ਨਹੀਂ ਬੋਲਦੇ। ਇੱਕ ਗੱਲ ਮੈਂ ਕਹਿਣ ਲੱਗਿਆ, ਸਪਸ਼ਟ ਸੁਣਿਓ। ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬ੍ਰੇਨ ਚਾਈਲਡ ਸੀ ਸਾਂਝ ਕੇਂਦਰ ਤੇ ਸੁਵਿਧਾ ਕੇਂਦਰ। ਅਸੀਂ ਬਣਾਏ ਇਸ ਕਰਕੇ ਕਿ ਲੋਕਾਂ ਨੂੰ ਜਿਹੜਾ ਐਕਸਪਲਾਇਟ ਕੀਤਾ ਜਾਂਦਾ ਨਾ, ਵੋਟ ਲੈਣ ਦੇ ਲਈ ਆਪਣੇ ਦਫ਼ਤਰਾਂ 'ਚ ਬੁਲਾਉਣ ਦਾ ਤਰੀਕਾ ਬਣਾਇਆ ਗਿਆ ਆ, ਉਹ ਤਰੀਕਾ ਬੰਦ ਕਰੀਏ। ਲੋਕ ਉੱਥੇ ਆ ਕੇ ਆਪਣੇ ਫਾਰਮ ਦੇਣ,
ਆਨਲਾਈਨ ਅਸੀਂ ਉਹਨਾਂ ਦੇ ਮੋਬਾਈਲ ਦੇ ਉੱਤੇ ਉਹਨਾਂ ਨੂੰ SMS ਭੇਜਾਂਗੇ, ਉਹਦਾ ਕੰਮ ਕਰਾਵਾਂਗੇ। ਪਤਾ ਇੱਥੇ ਕੀ ਕੀਤਾ ਗਿਆ? ਬਾਹੂਬਲੀ ਐਮਐਲਏ ਨੇ ਕੀਤਾ ਕੀ? ਸਟਾਫ ਨੂੰ ਡਰਾ ਕੇ, ਕੁਝ ਲੋਕਾਂ ਨੂੰ ਵਰਗਲਾ ਕੇ, ਜਦ ਤੱਕ ਸਾਡੀ ਐਮਐਲਏ ਦੀ ਮੋਹਰ ਨਹੀਂ ਲਵਾਓਗੇ ਤੁਹਾਡਾ ਉੱਥੇ ਕੰਮ ਨਹੀਂ ਹੋਣਾ। ਆਪਣੇ ਦਫ਼ਤਰ ਦਾ ਹਲਵਾ ਮਾਂਡਾ ਫਿਰ ਚੱਲਦਾ ਰੱਖ ਲਿਆ। ਉਹ ਯਾਰ ਅਸੀਂ ਸਿਸਟਮ ਨੂੰ ਸਿੱਧਾ ਕਰਦੇ ਆ, ਤੁਸੀਂ ਆਪਣੇ ਸਿਸਟਮ ਨੂੰ ਸ਼ਾਸਨ ਕਾਂਗਰਸ ਦਾ, ਮਤਲਬ ਅਸੀਂ ਐਡੇ ਬਾਹੂਬਲੀ ਹੋ ਗਏ ਵੀ ਜਿਹਨੂੰ ਕਹਿੰਦੇ ਉਹ ਸਾਡੇ ਕਹੇ ਤੇ ਚੱਲਦਾ। ਫਿਰ ਸਰਕਾਰ ਕਿੱਥੇ ਆ? ਫਿਰ ਲੁਧਿਆਣੇ ਦੀ ਸਰਕਾਰ ਅਸੀਂ ਹੋ ਗਏ, ਮੰਨਦੇ ਆ? ਸਰਕਾਰ ਕਿੱਥੇ ਹੈ ਕਹਿੰਦੇ? ਦੇਖੋ ਜੀ ਇਹੋ ਜੀ ਕੋਈ ਗੱਲ ਨਹੀਂ ਹੋਈ। ਜੇ ਇੰਨੇ ਡਿਵੈਲਪਮੈਂਟ ਦੇ ਪੈਸੇ ਆਏ ਆ ਉਹ ਕਾਂਗਰਸ ਸਰਕਾਰ ਹੀ, ਸਰਦਾਰ ਕਮਲਜੀਤ ਸਿੰਘ ਕੜਵਲ ਉਹਨਾਂ ਨੇ ਭਾਰਤ ਭੂਸ਼ਣ ਆਸ਼ੂ ਜੀ ਆਪਣੇ ਯੋਗ ਸਦਕਾ ਲੈ ਕੇ ਆਏ ਆ। ਇਹੋ ਜੀ ਕੋਈ ਗੱਲ ਨਹੀਂ ਹੈਗੀ। ਸਾਡੇ ਇਹੋ ਜਿਹੇ ਤੁਸੀਂ ਮਹੱਲਿਆਂ ਦੇ ਵਿੱਚ ਜਾ ਕੇ ਜਦੋਂ ਸਰਵੇ ਕਰਨਾ, ਇਹੋ ਜਿਹੀਆਂ ਗਲੀਆਂ ਸੀ ਜਿਹੜੀਆਂ 8-8 10-10 ਸਾਲ ਨਹੀਂ ਬਣ ਪਾਈਆਂ ਸੀਗੀਆਂ, ਜਿਹੜੀਆਂ ਪ੍ਰੋਪਰ ਤਰੀਕੇ ਨਾਲ। ਤੁਸੀਂ ਇੱਕ ਗੱਲ ਦੱਸੋ, ਮੈਂ ਦੁੱਗਰੀ ਦਾ ਕਾਉਂਸਲਰ ਹਾਂ ਜੀ, ਮੈਂ ਆਉਣ ਵਾਲੇ ਟਾਈਮ ਦੇ ਵਿੱਚ ਪਬਲਿਕ 'ਚ ਇੱਕੋ ਹੀ ਗੱਲ ਇਹ ਕਹਿ ਰਿਹਾ ਕਿ ਵੀ ਮੈਂ ਅਗਲੀ ਵਾਰ ਤੁਸੀਂ ਮੈਨੂੰ ਤਾਂ ਉਸ ਸਿਸਟਮ 'ਚ ਲੈ ਕੇ ਆਇਓ ਜੇ ਮੈਂ ਦੁੱਗਰੀ ਵਾਲਾ ਪੁਲ, ਮੈਂ ਇੱਕ ਛੋਟਾ ਕਾਉਂਸਲਰ ਹਾਂ, ਪਹਿਲੀ ਵਾਰ ਮੇਰੇ ਪਰਿਵਾਰ ਨੂੰ ਇਹ ਫਤਵਾ ਦਿੱਤਾ ਗਿਆ, ਪਬਲਿਕ ਨੇ ਦਿੱਤਾ ਵੀ ਮੈਂ ਦੁੱਗਰੀ ਵਾਲੇ ਪੁਲ ਦੀ ਆਵਾਜ਼ ਆਪਣੀ ਸਰਕਾਰ ਦੇ ਵਿੱਚ ਕੜਵਲ ਸਾਹਿਬ ਨੇ ਵੀ ਹਮੇਸ਼ਾ ਉਠਾਈ ਵੀ ਅੱਜ ਤੱਕ 10 ਸਾਲ ਹੋ ਗਏ ਆ ਦੁੱਗਰੀ ਦੀ ਪੁਲ 56000 ਵੋਟ ਆ ਸਾਡੇ ਦੁੱਗਰੀ ਏਰੀਆ ਦੀ, ਐਡੀ ਤਕਲੀਫ ਆ ਉਹ ਦੁੱਗਰੀ ਪੁਲ ਦੀ। ਅੱਜ ਤੱਕ ਬੈਂਸ ਸਾਹਿਬ ਨੇ 10 ਸਾਲ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਦੁੱਗਰੀ ਪੁਲ ਦੀ ਐਡਾ ਵੱਡਾ ਪ੍ਰੋਜੈਕਟ ਆ, ਐਡੇ ਵੱਡੇ ਲੋਕਾਂ ਨੂੰ ਰੋਜ਼ ਉੱਥੇ ਸਮੱਸਿਆਵਾਂ ਆਉਂਦੀਆਂ। ਇੱਕ ਵਾਰ ਵੀ ਗੱਲ ਚੱਕੀ, ਅਸੀਂ ਕਾਉਂਸਲਰ ਹੋ ਕੇ ਅਸੀਂ ਚਲੋ ਸਰਕਾਰ ਦਾ ਇੱਕ ਪਾਰਟ ਆ, ਸਰਕਾਰ ਦੇ ਸਾਡੇ ਐਮਐਲਏ ਦਾ ਬਹੁਤ ਵੱਡਾ ਰੋਲ ਹੁੰਦਾ ਸਰਕਾਰ ਦੇ ਵਿੱਚ। ਇਸੇ ਗੱਲ ਕਰਕੇ ਕਹਿੰਦੇ ਵੀ ਜੇ ਇਸ ਵਾਰ ਸਾਨੂੰ ਆਤਮਨਗਰ ਦੀ ਜਨਤਾ ਸਾਨੂੰ ਇਹ ਫਤਵਾ ਦਿੰਦੀ ਆ ਤੇ ਮੈਂ ਵਾਅਦਾ ਕਰਦਾ ਆਪਣੇ ਉਸ ਉੱਤੇ ਔਨ ਰਿਕਾਰਡ ਤੁਹਾਡੇ ਕੈਮਰੇ ਤੇ ਵੀ ਕੜਵਲ ਸਾਹਿਬ ਨੂੰ ਲੈ ਕੇ ਜਿਹੜਾ ਹਲਕਾ ਆਤਮਨਗਰ ਦਾ ਪਹਿਲਾ ਡਿਵੈਲਪਮੈਂਟ ਦਾ ਕੰਮ ਹੋਊਗਾ ਉਹ ਸਾਡਾ ਦੁੱਗਰੀ ਵਾਲਾ ਪੁਲ ਹੋਊਗਾ। ਦੁੱਗਰੀ ਵਾਲਾ ਪੁੱਲ ਸਾਡਾ ਪਾਸ ਕਰਾਇਆ ਹੋਇਆ, ਇਹਨਾਂ ਕੋਲ ਕੀ ਪ੍ਰੂਫ ਹੈ ਵੀ ਇਹਨਾਂ ਨੇ ਕਰਾਇਆ ਹੋਇਆ? ਰੋਲਾ ਕੀ ਆ ਵੀ ਪ੍ਰਸ਼ਾਸਨ ਇਹਨਾਂ ਦਾ, ਸਰਕਾਰ ਇਹਨਾਂ ਦੀ 10 ਸਾਲ ਚ ਪਾਸ ਬੈਂਸ ਸਾਹਿਬ ਨੇ ਕਦੇ ਕੋਈ ਕੈਮਰੇ ਤੇ ਦੁੱਗਰੀ ਪੁਲ ਦੀ ਗੱਲ ਕੀਤੀ? ਸ਼ਾਮ ਨੂੰ ਗਿਣਤੀ ਚੱਕੀ ਉਦਘਾਟਨ ਕਰ ਦੋ ਵੀ ਇਹਦਾ ਅਸੀਂ ਕਰਾਇਆ। ਮੈਂ ਹੁਣ ਦੀ ਗੱਲ ਕੀਤੀ ਆ, ਮੈਂ 10 ਸਾਲ ਦਾ ਕਹੀ ਹੀ ਨਹੀਂ, ਮੈਂ ਤਾਂ ਕਿਉਂਕਿ ਹੁਣ ਆ ਗਏ ਹਰੀਸ਼ ਰਾਏ ਢਾਂਡਾ, ਪੜ੍ਹੇ ਲਿਖੇ ਐਡਵੋਕੇਟ ਆ, ਇੱਕ ਪੁਆਇੰਟ ਨੂੰ ਜਾਣਦੇ ਆ। ਆ ਜਿਹੜੇ ਇਹਨਾਂ ਨੇ ਜਾਲੀ ਚੈੱਕ ਵੰਡੇ ਉਹਨਾਂ ਤੇ ਰੋਕ ਲਵਾਤੀ। ਜਿਹੜੀ 14 ਕਰੋੜ ਰੁਪਈਆ ਇੰਪਰੂਵਮੈਂਟ ਟਰਸਟ ਵੱਲੋਂ ਲੱਗੇ ਸੀ ਫਾਈਲ 'ਚ ਬੈਕਡੇਟ ਜਾਰੀ ਕਰਨ, ਢਾਂਡਾ ਸਾਹਿਬ ਨੇ ਉਹ ਰੁਕਵਾਤੀ। ਹੁਣ ਸਭ ਨੂੰ ਯਾਦ ਆਉਣ ਲੱਗ ਗਿਆ ਕਿ ਅਸੀਂ 10 ਸਾਲ ਦੇ ਪੁਲ ਪਾਸ ਕਰਾਏ ਆ। ਇਹੀ ਗੱਲ ਆ ਨਾ। ਦੇਖੋ ਜਿਹੜਾ ਜਿਨ੍ਹਾਂ ਨੂੰ ਮਾਲੀ ਸਹਾਇਤਾ ਦੇ ਤੌਰ ਤੇ ਜ਼ਰੂਰਤਮੰਦ ਪਰਿਵਾਰਾਂ ਨੂੰ 20,000 ਰੁਪਇਆ ਦਿੱਤਾ ਗਿਆ, ਮੈਨੂੰ ਸੁਣੋ ਮੇਰੀ ਸੁਣੋ, ਇਹ ਇਹਨਾਂ ਨੇ ਅੱਛਾ ਪਹਿਲਾਂ ਚਲੋ ਮੇਰੇ ਪਹਿਲਾਂ 4 ਸਾਲ ਕਿੱਥੇ ਗਏ ਸੀ? 10 ਸਾਲ ਇੱਕ ਮਿੰਟ ਕਿਵੇਂ ਯਾਦ ਆ? ਚਲੋ ਸਾਡੀ 4 ਸਾਲ ਰਹੀ ਆ, ਤੁਹਾਡੀ 10 ਸਾਲ ਰਹੀ ਆ, ਤੁਸੀਂ ਇਤਿਹਾਸ ਦੇ ਵਿੱਚ 10 ਸਾਲ ਰਹੀ ਨਾ, ਤੁਸੀਂ 10 ਸਾਲਾਂ 'ਚ ਲੋਕਾਂ ਨੂੰ ਕੀ ਮਾਲੀ ਸਹਾਇਤਾ ਇੱਕ ਮਿੰਟ, ਜਦੋਂ ਚੈੱਕ ਪਾਸ ਹੋਣਗੇ ਨਾ, ਇਹਨਾਂ ਦੀ ਤਾਂ ਉਹ ਗੱਲ ਜੇ ਉਹਨਾਂ 'ਚ ਇੱਕ ਵੀ ਚੈੱਕ ਪਾਸ ਹੋ ਗਿਆ ਤਾਂ ਸਾਨੂੰ ਤਾਂ ਦਿਖਾਇਓ। ਚੋਣ ਕਮਿਸ਼ਨ ਨੇ ਪਾਬੰਦੀ ਲਾਤੀ, ਔਰ ਉਹਦੀ ਇੱਕ ਗੱਲ ਹੋਰ, ਕਿਉਂਕਿ ਲੋਕਾਂ ਲਈ ਮਾਲੀ ਸਹਾਇਤਾ ਨਹੀਂ ਦੇਣ ਦਿੰਦੇ। ਚੈੱਕ ਸੀ 1 ਲੱਖ ਦਾ, ਸੁਣੋ 1 ਲੱਖ ਦੇ ਚੈੱਕ ਨੂੰ ਹੇਰਾਫੇਰੀ ਕਰਕੇ 5 ਬਣਾ ਕੇ 20,000 ਬਣਾਇਆ ਗਿਆ। ਵਿਜੀਲੈਂਸ ਦੇ ਮੁਕੱਦਮੇ ਵੀ ਦਰਜ ਕਰਕੇ ਦੇਵਾਂਗੇ, ਸਰਕਾਰ ਆ ਲੈਣ ਦਿਓ। ਬਹੁਤ ਬਹੁਤ ਧੰਨਵਾਦ ਕਰਦੇ ਆ। ਅੱਜ ਦੀ ਲੋਕ ਕਚਹਿਰੀ ਇੱਥੇ ਹੀ ਖਤਮ ਕਰਦੇ ਆ, ਪਰ ਰੋਪ ਪ੍ਰਤੀਰੋਪ ਦਾ ਜਿਹੜਾ ਦੌਰ ਆ ਉਹੀ ਚੱਲਦਾ ਰਿਹਾ। ਹਾਲਾਂਕਿ ਕੋਈ ਸਿੱਟਾ ਨਹੀਂ ਨਿਕਲਿਆ, ਨਾ ਹੀ ਕੀ ਡਿਵੈਲਪਮੈਂਟ ਹੋਈ ਹੈ ਜਾਂ ਕੀ ਹੁਣ ਆਉਣ ਵਾਲੀ ਵਿਜ਼ਨ ਰਹੇਗੀ ਉਹਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ। ਤਾਂ ਅੱਜ ਦੀ ਲੋਕ ਕਚਹਿਰੀ ਦੇ ਵਿੱਚ ਇੰਨਾ ਹੀ।